ਬੈਠੇ ਸ੍ਰੀ ਸਤਿਗੁਰੂ ਗਮਨੇ ਪੰਥ ਮਝਾਰ। ਖਾਨ ਪਾਨ ਕਰ ਜਥਾ ਸੁਖ ਪ੍ਰਾਤ ਭਈ ਹੋਏ ਤਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਦੀ ਕਥਾ ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ। ਪਿਛਲੇ ਲੰਮੇ ਸਮੇਂ ਤੋਂ ਕਿਵੇਂ ਮਹਾਰਾਜ ਨੇ ਮਾਲਵੇ ਦੇਸ਼ ਦਾ ਭਲਾ ਕੀਤਾ। ਪਿਛਲੇ ਹਫ਼ਤੇ ਆਪ ਜੀ ਸਰਵਣ ਕਰ ਰਹੇ ਸੀ ਪਾਤਸ਼ਾਹ ਮਾਲਵੇ ਦੇਸ਼ ਦਾ ਕਾਲ ਆਪਦੇ ਕਮਰ ਕਸੇ ਨਾਲ ਬੰਨਿਆ ਹੋਇਆ ਤੇ ਗੁਰੂ ਸਾਹਿਬ ਜਾ ਕੇ ਦੂਰ ਦੱਖਣ ਵਾਲੇ ਪਾਸੇ ਜਾ ਕੇ ਉਸ ਬੰਨੇ ਕਾਲ ਨੂੰ ਛੱਡਣਾ ਚਾਹੁੰਦੇ ਸਨ। ਪਰ ਸਿੰਘਾਂ ਨੇ ਪ੍ਰੇਮ ਦੇ ਨਾਲ ਸੇਵਾ ਕਰਦਿਆਂ ਕਮਰ ਕਸੇ ਨੂੰ ਢਿੱਲਾ ਕੀਤਾ ਤੇ ਸਪੋਲੀਏ ਵਰਗਾ ਕਾਲ ਉੱਥੋਂ ਨਿਕਲਿਆ ਤੇ ਜੰਡ ਦੇ ਦਰਖਤ ਉੱਪਰ ਜਾ ਚੜਿਆ। ਸਿੰਘਾਂ ਨੇ ਭਾਲਣਾ ਸ਼ੁਰੂ ਕੀਤਾ ਤੇ ਉਹ ਸਪੋਲੀਆ ਉੱਥੇ ਦਿਸਿਆ ਨਹੀਂ ਤੇ ਜਦੋਂ ਮਿਲਿਆ ਨਹੀਂ ਵਾਪਸ ਆਏ ਤੇ ਮਹਾਰਾਜ ਨੇ ਦੱਸਿਆ ਭਾਈ ਹੁਣ ਉਹ ਪਿੱਪਲ ਦਾ ਦਰਖਤ ਬਣ ਕੇ ਉੱਪਰ ਛੋਟਾ ਬੂਟਾ ਖੜਾ ਹੈਗਾ। ਜਿਉਂ-ਜਿਉਂ ਇਹ ਵਧੇਗਾ ਜਿਉਂ-ਜਿਉਂ ਇਹ ਫੈਲੇਗਾ ਇਸ ਇਲਾਕੇ ਵਿੱਚ ਜਿਹੜਾ ਕਾਲ ਮੁੱਕਦਾ ਜਾਵੇਗਾ। ਆਪ ਜੀ ਨੇ ਸਰਵਣ ਇਹ ਵੀ ਕੀਤਾ ਸੀ ਕਿ ਕਲਗੀਧਰ ਪਾਤਸ਼ਾਹ ਨੇ ਟੁੱਟ ਕੇ ਇਹ ਵੀ ਬਚਨ ਕੀਤੇ ਸਨ, ਜਦੋਂ ਇਸ ਜੰਡ ਦੇ ਦਰਖਤ ਨੂੰ ਪਿੱਪਲ ਖਾ ਜਾਵੇਗਾ, ਭਾਵ ਢੱਕ ਲਵੇਗਾ ਚੰਗੀ ਤਰ੍ਹਾਂ, ਜਿਹੜਾ ਖਾਲਸਾ ਅੱਜ ਰੁੜ ਰਿਹਾ ਛੋਟਾ ਬੱਚਾ, ਉਦੋਂ ਖਾਲਸਾ ਧਰਤੀ ਉੱਪਰ ਰਾਜ ਕਰੇਗਾ। ਆਪ ਜੀ ਨੇ ਇਹ ਵੀ ਸਰਵਣ ਕੀਤਾ ਸੀ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੇ ਟੁੱਟ ਕੇ ਪ੍ਰੇਮ ਵਿੱਚ ਕਿਉਂ ਸੇਵਾ ਬਹੁਤ ਕਰਦੇ ਸਨ। ਜਿੱਥੇ ਕਲਗੀਧਰ ਪਾਤਸ਼ਾਹ ਪਹੁੰਚਦੇ ਮਹਾਰਾਜ ਵਾਸਤੇ ਪਲੰਘਾ ਤਿਆਰ ਕਰਕੇ ਤੇ ਸੇਵਾ ਵਿੱਚ ਹਾਜ਼ਰ ਕਰਦੇ। ਪੈਦਲ ਚੱਲਣ ਵਾਲੇ ਕਲਗੀਧਰ ਪਾਤਸ਼ਾਹ ਨੇ ਖੁਸ਼ ਹੋ ਕੇ ਦੋਨਾਂ ਭਰਾਵਾਂ ਨੂੰ ਭਾਈ ਰੂਪੇ ਦੀ ਕੁੱਲ ਵਿੱਚੋਂ ਨੇ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਨੂੰ 2 ਘੋੜੇ ਦਿੱਤੇ ਅਤੇ ਸ਼ਾਸਤਰ ਦਿੱਤੇ। ਜਦੋਂ ਮਹਾਰਾਜ ਨੂੰ ਆ ਕੇ ਰਸਤੇ ਵਿੱਚ ਮਿਲਦੇ ਨੇ, ਸਿੰਘਾਂ ਨੇ ਆ ਕੇ ਦੱਸਿਆ ਮਹਾਰਾਜ ਉਹ ਘੋੜਿਆਂ ਤੇ ਵੀ ਨਹੀਂ ਚੜ੍ਹੇ ਅਤੇ ਜਿਹੜੇ ਸ਼ਾਸਤਰ ਸਨ ਮਹਾਰਾਜ ਉਹ ਵੀ ਕੱਪੜੇ ਵਿੱਚ ਲਪੇਟ ਕੇ ਤੇ ਸੀਸ ਉੱਪਰ ਰੱਖੇ ਹੋਏ ਸਨ। ਕਲਗੀਧਰ ਪਾਤਸ਼ਾਹ ਨੇ ਕੋਲੇ ਬੁਲਾਇਆ ਅਤੇ ਪੁੱਛਣਾ ਕੀਤਾ ਭਾਈ ਤੁਹਾਨੂੰ ਘੋੜੇ ਦਿੱਤੇ ਸਨ ਕਿ ਤੁਸੀਂ ਇਹਨਾਂ ਉੱਤੇ ਸਵਾਰੀ ਕਰੋ, ਤੇ ਤੁਹਾਨੂੰ ਸ਼ਾਸਤਰ ਦਿੱਤੇ ਸਨ ਕਿ ਧਾਰਨ ਕਰੋ। ਦੋਨੇ ਭਰਾ ਪ੍ਰੇਮ ਵਿੱਚ ਆ ਗਏ। ਨਮਸਕਾਰ ਕਰਕੇ ਤੇ ਬਹੁਤ ਪ੍ਰੇਮ ਨਾਲ ਲੱਗੇ ਬੇਨਤੀ ਕਰਨ, ਪਾਤਸ਼ਾਹ ਜਿਹੜੇ ਆਪ ਜੀ ਕੋਈ ਬਖਸ਼ਿਸ਼ ਦੇਵੋ ਮਹਾਰਾਜ, ਉਹ ਜਿਹੜੇ ਘੋੜੇ ਤੇ ਚੜ੍ਹ ਨਹੀਂ ਸਕਦੇ, ਅਸੀਂ ਉਹਦੀ ਸੇਵਾ ਤੇ ਸਤਿਕਾਰ ਕਰ ਸਕਦੇ ਹਾਂ। ਮਹਾਰਾਜ ਜਿਹੜੇ ਸ਼ਾਸਤਰ ਦਿੱਤੇ ਆਪ ਜੀ ਨੂੰ ਤੇ ਉਹ ਮਹਾਰਾਜ ਉਹਦੀ ਅਸੀਂ ਪੂਜਾ ਕਰ ਸਕਦੇ ਹਾਂ। ਜਿੱਥੇ ਸ਼ਾਸਤਰ ਨਾਮੰ ਨਮਸਕਾਰ ਤਾਮੰ, ਜਿੱਥੇ ਕਿਤੇ ਕੋਈ ਸ਼ਾਸਤਰ ਹੋਵੇ ਆਵੇ ਅੱਗੇ, ਜਿੱਥੇ ਨਾਮ ਆਵੇ ਸ਼ਾਸਤਰ ਦਾ ਉੱਥੇ ਨਮਸਕਾਰ ਬਣਦਾ। ਜਿੱਥੇ ਸ਼ਾਸਤਰ ਤੇਯੰ
ਤੇ ਮਹਾਰਾਜ ਕਹਿੰਦੇ ਜਿੱਥੇ ਸ਼ਾਸਤਰ ਭੇਂਗ, ਭਾਵ ਜਿੱਥੇ ਵੀ ਕਦੇ ਸ਼ਾਸਤਰ ਦੇ ਦਰਸ਼ਨ ਕਰ ਲਵਾਂ ਅੱਗੇ ਆ ਜਾਵੇ ਨਮਸਕਾਰ ਤੇ ਉਸੇ ਟਾਈਮ ਸ਼ਾਸਤਰ ਨੂੰ ਨਮਸਕਾਰ ਕਰਨਾ ਪੁਰਾਤਨ ਮਰਿਆਦਾ ਹੁੰਦੀ ਸੀ। ਜਦੋਂ ਵੀ ਕੋਈ ਗੁਰਮੁਖ ਪਿਆਰਾ ਗੁਰਸਿੱਖ ਤੇ ਕੋਈ ਸ਼ਾਸਤਰ ਦੇ ਦਰਸ਼ਨ ਕਰਾਉਂਦਾ ਤੇ ਉਹਨਾਂ ਨੇ ਮੂਹਰੇ ਭੇਟਾ ਰੱਖਣੀ, ਨਮਸਕਾਰ ਕਰਨੀ। ਜਿਉਂ-ਜਿਉਂ ਸਾਡੇ ਪੰਥ ਨੇ ਇਹਨਾਂ ਸ਼ਾਸਤਰਾਂ ਦਾ ਸਤਿਕਾਰ ਕਰਨਾ ਛੱਡ ਦਿੱਤਾ ਤੇ ਸਾਧ ਸੰਗਤ ਇਸੇ ਕਰਕੇ ਗਿਰਾਵਟ ਵੀ ਆਈ ਹੈ। ਜਿਉਂ ਮਹਾਰਾਜ ਨੂੰ ਬਹੁਤ ਪ੍ਰੇਮ ਦੇ ਨਾਲ ਨੇਤਰ ਭਰੇ ਹੋਏ ਨੇ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਖੁਸ਼ ਹੋ ਗਏ ਨੇ। ਖੁਸ਼ ਹੋ ਕੇ ਤੇ ਮਹਾਰਾਜ ਨੇ ਬਚਨ ਕੀਤਾ, ਆਪ ਜੀ ਨੇ ਸਰਵਣ ਕੀਤਾ। ਜਿਹੜੇ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਸਨ, ਮਹਾਰਾਜ ਨੇ ਬਚਨ ਕੀਤਾ, ਜਾਓ ਤੁਹਾਡੀ ਰਸਨਾ ਹੀ ਸ਼ਾਸਤਰ ਬਣ ਗਈ। ਤੁਸੀਂ ਰਸਨਾ ਤੋਂ ਜਿਹੜਾ ਬਚਨ ਕਹੋਗੇ 3 ਕਾਲ 7 ਹੋਵੇਗਾ ਤੇ ਸ਼ਾਸਤਰ ਵਾਂਗੂ ਭਾਈ ਉਹ ਵਾਰ ਕਰੇਗਾ ਤੇ ਉਹ ਕਾਰਜ ਹੋਵੇ ਕਰੇਗਾ। ਜਿਸ ਸਮੇਂ ਪਾਤਸ਼ਾਹ ਉਹ ਸਥਾਨ ਤੇ ਵੀ ਪਹੁੰਚੇ, ਚਬੂਤਰੇ ਦੇ ਉੱਤੇ ਚੜ੍ਹੇ ਨੇ, ਆਪ ਜੀ ਨੇ ਸਰਵਣ ਇਹ ਵੀ ਕੀਤਾ ਸੀ ਕਿ ਕਿਵੇਂ ਉੱਥੇ ਬੇਅੰਤ ਕਬੂਤਰ ਸਨ ਤੇ ਨੌਹਰ ਪਹੁੰਚੇ ਨੇ ਤੇ ਬੇਅੰਤ ਕਬੂਤਰ ਉੱਪਰ ਜਿਹੜੇ ਚੋਗਾ ਚੁਗ ਰਹੇ ਸਨ। ਕਲਗੀਧਰ ਪਾਤਸ਼ਾਹ ਸਮੇਤ ਘੋੜੇ ਪੌੜੀਆਂ ਉੱਪਰ ਚੜ੍ਹੇ ਨੇ ਤੇ ਉਧਰੋਂ ਸਰਾਹੀ ਵਾਲਾ ਜਿਹੜਾ ਸਿੰਘ ਆ ਮਹਾਰਾਜ ਦੀ ਸੇਵਾ ਵਿੱਚ ਰਹਿੰਦਾ, ਜਲ ਛਕਾਉਂਦਾ ਤੇ ਉਹ ਵੀ ਕਿ ਮਹਾਰਾਜ ਜਲ ਮੰਗਣ ਤੇ ਮੈਂ ਪਾਤਸ਼ਾਹ ਦੇ ਕੋਲੇ ਹੋਵਾਂ। ਜਿਸ ਸਮੇਂ ਭੱਜ ਕੇ ਚਬੂਤਰੇ ਉੱਪਰ ਚੜ੍ਹਿਆ ਤੇ ਖਿਆਲ ਕੀਤਾ ਹੀ ਨਹੀਂ ਕਿ ਉਹਦੇ ਗੁਰਸਿੱਖ ਦੇ ਪੈਰ ਥੱਲੇ ਇੱਕ ਕਬੂਤਰ ਆ ਗਿਆ। ਪੈਰ ਥੱਲੇ ਆਉਣ ਦੀ ਦੇਰ ਸੀ, ਕਬੂਤਰ ਦੀ ਮੌਤ ਹੋ ਗਈ। ਪਿੰਡ ਦੇ ਉੱਥੇ ਬਜ਼ੁਰਗ ਬੈਠੇ ਸਨ ਤੇ ਜਿਹੜੇ ਪਿੰਡ ਦੇ ਬਜ਼ੁਰਗ ਬੈਠੇ ਤੇ ਅੱਗੋਂ ਕਬੋਲ ਬੋਲਦੇ ਨੇ ਤੇ ਜਦੋਂ ਕਬੋਲ ਬੋਲ ਰਹੇ ਅੱਗੋਂ ਬਈ ਦੀਂਦਾ ਨਹੀਂ, ਕਬੂਤਰ ਮਾਰ ਦਿੱਤਾ ਤੇ ਆਦਿਕ ਕਲਗੀਧਰ ਪਾਤਸ਼ਾਹ ਨੇ ਦੱਸਿਆ, ਭਾਈ ਇਹਦਾ ਸਮਾਂ ਇਉਂ ਸੀ ਅਤੇ ਆਦਿਕ ਮਹਾਰਾਜ ਨੇ ਬਚਨ ਕੀਤੇ ਤੇ ਉਹ ਕਹਿੰਦੇ ਚੰਗਾ ਫਿਰ ਇੱਕ ਕਿਉਂ, ਫਿਰ ਸਾਰੇ ਮਾਰ ਦਿਓ। ਕਲਗੀਧਰ ਪਾਤਸ਼ਾਹ ਕਹਿੰਦੇ ਠੀਕ ਆ ਭਾਈ, ਜੇ ਤੁਸੀਂ ਇਉਂ ਚਾਹੁੰਦੇ ਹੋ ਤੇ ਫਿਰ ਭਾਈ ਸਾਰੇ ਮਰ ਜਾਣਗੇ। ਕਲਗੀਧਰ ਪਾਤਸ਼ਾਹ ਦੇ ਮੁਖੋਂ ਮੁਖਾਰਬਿੰਦ ਤੋਂ ਬਚਨ ਨਿਕਲਿਆ ਤੇ ਦੇਖਦੇ ਆ ਸੈਂਕੜਿਆਂ ਹਜ਼ਾਰਾਂ ਕਬੂਤਰ ਮਰ ਗਏ। ਦੇਖ ਕੇ ਪ੍ਰਤਾਪ ਕਲਗੀਧਰ ਪਾਤਸ਼ਾਹ ਦਾ ਨਗਰ ਵਾਲੇ ਸਾਰੇ ਮਾਫੀਆਂ ਮੰਗਣ ਲੱਗੇ ਨੇ। ਜਿਉਂ-ਜਿਉਂ ਮਾਫੀਆਂ ਮੰਗਦੇ ਨੇ ਨੌਹਰ ਸ਼ਹਿਰ ਦੇ, ਜਿਉਂ-ਜਿਉਂ ਮਾਫੀਆਂ ਮੰਗੀਆਂ ਮਹਾਰਾਜ ਕਹਿੰਦੇ ਚੰਗਾ ਭਾਈ ਦੱਸੋ। ਕਹਿੰਦੇ ਮਹਾਰਾਜ ਕਿਰਪਾ ਕਰੋ ਕਬੂਤਰਾਂ ਨੂੰ ਜਿਉਂਦੇ ਕਰੋ। ਬਖਸ਼ੇ ਦੀ ਜਦੋਂ ਮਿਹਰ ਦੀ ਨਿਗਾਹ ਕੀਤੀ ਪਾਤਸ਼ਾਹ ਨੇ ਬਚਨ ਕੀਤਾ ਤੇ ਕਬੂਤਰ ਸਾਰੇ ਜਿਉਂਦੇ ਹੋ ਗਏ, ਪਰ ਇੱਕ ਜਿਹੜਾ ਗੁਰਸਿੱਖ ਦੇ ਪੈਰ ਥੱਲੇ ਸੀਗਾ ਉਹ ਹਲੇ ਮਰਿਆ ਹੀ ਰਿਹਾ ਕਿ ਉਹ ਚੋਗਾ ਪਾਉਣ ਸਾਰ ਬਾਕੀ ਉੱਠ ਕੇ ਚੁਗਣ ਲੱਗ ਗਏ ਸਨ। ਤੇ ਸਾਧ ਸੰਗ ਫਿਰ ਸਮਾਂ ਬਣਿਆ ਜਦੋਂ ਫਿਰ ਉਹਨਾਂ ਨੇ ਨਗਰ ਵਾਲਿਆਂ ਨੇ ਬੇਨਤੀ ਕੀਤੀ, ਉਸ ਕਬੂਤਰ ਦੇ ਪਰਥਾਏ ਮਾਰੇ, ਕਹਿੰਦੇ ਭਾਈ ਭਾਣੇ ਵਿੱਚ ਰਹੋ, ਇਹਦਾ ਸਮਾਂ ਇਉਂ ਲਿਖਿਆ ਸੀ। ਫਿਰ ਬੇਨਤੀ ਕੀਤੀ, ਗੁਰਸਿੱਖਾਂ ਨੇ ਕੀਤੀ ਬੇਨਤੀ ਤੇ ਮਾਰੇ ਕਹਿੰਦੇ ਗੁਰਸਿੱਖੋ ਤੁਸੀਂ ਹੁਣ ਇਹਨਾਂ ਚੋਗਾ ਪਾਓ, ਇਸ ਕਬੂਤਰ ਨੂੰ। ਚੋਗਾ ਪਾਉਣ ਦੀ ਦੇਰ ਸੀ ਤੇ ਸਾਧ ਸੰਗਤ ਦੇਖਦੇ ਆ ਕਬੂਤਰ ਉੱਠ ਕੇ ਬੈਠ ਗਿਆ ਸੀ। ਮਹਾਰਾਜ ਦੇ ਆਪ ਜੀ ਨੇ ਬੇਅੰਤ ਬਚਨ ਸੁਣੇ ਸਨ। ਫਿਰ ਮਹਾਰਾਜ ਦੇ ਇਹ ਵੀ ਬਚਨ ਆਇਆ ਸੀ ਕਿ ਜਦੋਂ ਸ਼ਹਿਰ ਦੇ ਨੌਹਰ ਸ਼ਹਿਰ ਦੇ ਵਿੱਚ ਗਏ ਸਨ ਤੇ ਸ਼ਹਿਰ ਜਿਹੜੇ ਉਹ ਲੋਕ ਸਨ ਵਪਾਰੀ ਬੜੀ ਮਾਇਆ ਵਾਲੇ ਸਨ ਤੇ ਮਹਾਰਾਜ ਦਾ ਬਚਨ ਆਇਆ ਸੀ। 100 ਸਾਖੀ ਦਾ ਕੋਟ ਕੀਤਾ ਸੀ ਕਵੀ ਜੀ ਨੇ, ਕਵੀ ਸੰਤੋਖ ਸਿੰਘ ਜੀ ਨੇ, ਨੌਹਰ ਗੁਰੂ ਕੀ ਮੋਹਰ। ਮਹਾਰਾਜ ਨੇ ਬਚਨ ਕੀਤਾ ਜਿਹੜੇ ਭਾਈ ਇਹ ਗੁਰੂ ਦੀ ਮੋਹਰ ਆ, ਸਮਾਂ ਆਵੇਗਾ ਖਾਲਸਾ ਇਹਨੂੰ ਲੁੱਟੇਗਾ ਇੱਥੇ। ਆਪ ਜੀ ਨੇ ਉਹ ਵੀ ਇਤਿਹਾਸ ਸਰਵਣ ਕੀਤਾ ਸੀ। ਫਿਰ ਸਾਧ ਸੰਗਤ ਜਦੋਂ ਸੁਹਾਵਾ ਸਾਹਿਬ ਵਾਲੇ ਸਥਾਨ ਤੇ ਪਾਤਸ਼ਾਹ ਪਹੁੰਚੇ ਨੇ, ਆਪ ਜੀ ਨੇ ਗੁਰੂ ਨਾਨਕ ਮਹਾਰਾਜ ਦਾ ਵੀ ਇਤਿਹਾਸ ਸਰਵਣ ਕੀਤਾ ਸੀ। ਕਿਵੇਂ ਮਹਾਰਾਜ ਨੇ ਬੇਅੰਤ ਜੀਆਂ ਦਾ ਉੱਥੇ ਉਧਾਰ ਕੀਤਾ। ਵਪਾਰੀ ਦੇ ਜਿਹੜੇ ਸਾਧ ਸੰਗਤ ਜਿਹੜੇ ਸੈਂਕੜਿਆਂ ਹਿਸਾਬ ਨਾਲ ਜਿਹੜੇ ਬਲਦ ਸਨ ਉਹਨਾਂ ਨੂੰ ਜਲ ਛਕਾਇਆ ਮਹਾਰਾਜ ਨੇ, ਜਿਹੜੇ ਕਮੰਡਲ ਵਿੱਚੋਂ ਥੋੜ੍ਹਾ ਥਾਂ ਪੁੱਟ ਕੇ ਤੇ ਮੁੱਕਿਆ ਨਹੀਂ ਸੀ। ਉਸੇ ਸੁਹਾਵਾ ਸਾਹਿਬ ਵਾਲੇ ਸਥਾਨ ਤੇ ਡੱਲੇ ਦੀ ਇੱਕ ਪਰਜਾਈ ਸੀ ਜਿਹਨੂੰ ਕੁੜੀ ਮਾਰ ਕਹਿੰਦੇ ਸਨ। ਨਗਰ ਵਿੱਚ ਕੋਈ ਕੁੜੀ ਹੋ ਜਾਂਦੀ ਤੇ ਆਪ ਜੀ ਨੂੰ ਪਤਾ ਉਹ ਪੁਰਾਣਾ ਸਮਾਂ ਇਹੋ ਜਿਹਾ ਸੀ ਕਿ ਲੋਕ ਅਨਪੜ੍ਹਤਾ ਸੀ, ਮੂਰਖ ਮਤੀਏ ਸਨ ਵਿੱਚ ਲੋਕ
ਤੇ ਪਾਤਸ਼ਾਹ ਦਾ ਬਚਨ ਵੀ ਸੋ ਕੋ ਮੰਦਾ ਆਖੀਏ ਜਿਤ ਜੰਮੈ ਰਾਜਾਨ। ਮਹਾਰਾਜ ਦੇ ਘਰ ਵਿੱਚ ਧੀਆਂ ਨੂੰ ਪੁੱਤਰਾਂ ਵਾਂਗੂ ਪਿਆਰ ਤੇ ਸਤਿਕਾਰ ਮਿਲਦਾ। ਤੇ ਸਾਧ ਸੰਗਤ ਉਹ ਜਿਹੜੀ ਡੱਲੇ ਦੀ ਭਰਜਾਈ ਸੀ ਧੀ, ਉਹਨੂੰ ਕੁੜੀ ਮਾਰ ਕਹਿੰਦੇ ਸਨ ਤੇ ਸ਼ਰਾਪੀ ਹੋਈ ਸੀਗੀ। ਜਿਸ ਸਮੇਂ ਮਹਾਰਾਜ ਲੰਮਾ ਸਮਾਂ ਸਾਬੋ ਕੀ ਤਲਵੰਡੀ ਰਹੇ ਤੇ ਆਪਦਾ ਭਲਾ ਨਾ ਕਰਾ ਪਾਈ, ਮਾੜੇ ਭਾਗਾਂ ਵਾਲੀ ਸੀ। ਪਰ ਹੁਣ ਮਹਾਰਾਜ ਦੇ ਪਿੱਛੇ ਪਿੱਛੇ ਇਸ ਸਥਾਨ ਤੇ ਇੱਥੇ ਸੁਹਾਵਾ ਸਾਹਿਬ ਪਹੁੰਚੀ ਹੈ। ਮਹਾਰਾਜ ਦੇ ਚਰਨਾਂ 'ਚ ਬਹੁਤ ਢਹਿ ਕੇ ਬੇਨਤੀ ਕੀਤੀ, ਪਾਤਸ਼ਾਹ ਮੈਂ ਆਸ ਲੈ ਕੇ ਆਈ ਹਾਂ ਕਿ ਮੈਂ ਜੀਵਨ ਵਿੱਚ ਬੇਅੰਤ ਪਾਪ ਕੀਤੇ ਨੇ, ਨਗਰ ਦੀਆਂ ਧੀਆਂ ਨੂੰ ਬਹੁਤੀਆਂ ਨੂੰ ਮਾਰਿਆ, ਜਿਹੜੀ ਜੰਮਦੀਆਂ ਨੂੰ, ਤੇ ਜਿਹੜੀ ਧੌਣ ਮਰੋੜ ਕੇ ਮੈਂ ਮਾਰਦੀ ਰਹੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਖਸ਼ ਦੇਵੋ। ਮਹਾਰਾਜ ਨੇ ਬਚਨ ਲਏ ਸਾਧ ਸੰਗਤ ਉਸੇ ਸਥਾਨ ਤੇ ਕਿ ਭਾਈ ਅੱਜ ਤੋਂ ਬਾਅਦ ਇਹ ਪਾਪ ਨਹੀਂ ਕਰਨਾ। ਉੱਥੇ ਜਿਹੜਾ ਸਥਾਨ ਸੀ ਇਸ਼ਨਾਨ ਵਾਸਤੇ, ਉੱਥੇ ਇਸ਼ਨਾਨ ਕਰਾ ਕੇ ਤੇ ਇਹਦੇ ਪਾਪ ਕੱਢ ਦਿੱਤੇ ਸਨ। ਤੇ ਉਹ ਤੋਂ ਅੱਗੇ ਹੁਣ ਸਾਧ ਸੰਗਤ ਲੜੀ ਚੱਲ ਰਹੀ ਹੈ। ਕਿਵੇਂ ਅੱਗੇ ਭਾਈ ਇਹ ਰਾਮ ਸਿੰਘ ਹੋਣੀ ਆਪਦੇ ਭਰਾ ਫਤਿਹ ਸਿੰਘ ਨੂੰ ਪਿੱਛੇ ਪਹਿਲਾਂ ਮੋੜ ਦਿੱਤਾ ਸੀ, ਕਿਹਾ ਸੀ ਕਿ ਮਹਾਰਾਜ ਪਿੱਛੇ ਪਰਿਵਾਰ ਵਿੱਚ ਬਹੁਤ ਲੋੜ। ਮਹਾਰਾਜ ਨੇ ਉਸ ਸਮੇਂ ਬਚਨ ਕੀਤਾ ਸੀ, ਰਾਮ ਸਿੰਘ ਤੂੰ ਚਾਲ ਕਰ ਰਿਹਾ ਤੇ ਤੂੰ ਆਪ ਵੀ ਖਿਸਕ ਜਾਣਾ। ਡੱਲਾ ਪਹਿਲਾਂ ਦੌੜ ਚੁੱਕਿਆ। ਆਪ ਜੀ ਨੇ 2 ਹਫ਼ਤੇ ਪਹਿਲਾਂ ਕਥਾ ਵਿੱਚ ਸਰਵਣ ਕੀਤਾ ਸੀ। ਹੁਣ ਜਿਹੜੀ ਅੱਗੇ ਲੜੀਵਾਰ ਇਤਿਹਾਸ ਦੀ ਕਥਾ ਆ ਰਹੀ ਹੈ, ਅੱਜ ਸਾਧ ਸੰਗਤ ਰਾਮ ਸਿੰਘ ਦਾ ਵੀ ਪੈਰ ਤਿਲਕਣਾ। ਰਾਮ ਸਿੰਘ ਨੇ ਵੀ ਕਲਗੀਧਰ ਪਾਤਸ਼ਾਹ ਨੂੰ ਸਾਧ ਸੰਗਤ ਛੱਡ ਕੇ ਤੇ ਨਿਕਲਣ ਦੀ ਕੋਸ਼ਿਸ਼ ਕੀਤੀ। ਉਹ ਅੱਗੇ ਲੜੀਵਾਰ ਇਤਿਹਾਸ ਦੀ ਕਥਾ ਆ ਰਹੀ ਹੈ। ਆਪ ਜੀ ਇਕਾਗਰਤਾ ਬਖਸ਼ੋ ਕਿ ਮਹਾਰਾਜ ਦੇ ਉਹ ਪ੍ਰੇਮ ਭਰੇ ਇਤਿਹਾਸ ਵਿੱਚੋਂ ਅੱਜ ਦਾ ਜਿਹੜਾ ਇਤਿਹਾਸ ਆ ਸਾਧ ਸੰਗਤ ਜੀਵਨ ਵਿੱਚ ਆਪਾਂ ਕਲਗੀਧਰ ਪਾਤਸ਼ਾਹ ਦੇ ਬੇਅੰਤ ਵੀਰ ਰਸੇ ਬਚਨ ਸੁਣੇ ਨੇ, ਸਿੰਘਾਂ ਦੇ ਵੀਰ ਰਸ ਵਾਲੇ ਬਚਨ ਸੁਣੇ ਨੇ। ਮਹਾਰਾਜ ਦੇ ਬੇਅੰਤ ਪ੍ਰੇਮ ਦੀਆਂ ਆਪ ਜੀ ਨੇ ਸਾਖੀਆਂ ਵੀ ਸਰਵਣ ਕੀਤੀਆਂ ਸਨ। ਪਰ ਸਾਧ ਸੰਗਤ ਅੱਜ ਬਹੁਤ ਬਾਕਮਾਲ ਇਤਿਹਾਸ ਆ ਰਿਹਾ ਕਿ ਮਹਾਰਾਜ ਆਪ ਦੇ ਖਾਲਸੇ ਨੂੰ ਕਿੰਨਾ ਕੁ ਪਿਆਰ ਕਰਦੇ। ਆਪ ਜੀ ਇਕਾਗਰਤਾ ਬਣਾਓ, ਬੱਚਿਆਂ ਥੋੜਾ ਟਿਕਾ ਬਖਸ਼ੋ, ਬਣਾਓ ਇਕਾਗਰਤਾ ਤੇ ਕਰੋ ਸਰਵਣ ਜੀ। ਦੋਹਰਾ ਖਾਨ ਪਾਨ ਕਰ ਜਥਾ ਸੁਖ, ਪ੍ਰਾਤ ਭਈ ਹੋਏ ਤਿਆਰ। ਤੇ ਸਾਧ ਸੰਗਤ ਜਲ ਪਾਣੀ ਛਕਿਆ ਤੇ ਅੰਮ੍ਰਿਤ ਵੇਲੇ ਜਿਹੜਾ ਸਮਾਂ ਬਣਿਆ ਜੀ। ਚੜ ਬੈਠੇ ਸ੍ਰੀ ਸਤਿਗੁਰੂ ਗਮਨੇ ਪੰਥ ਮਝਾਰ। ਤੇ ਮਹਾਰਾਜ ਸਵਾਰ ਹੋਏ ਨੇ, ਘੋੜੇ ਤਿਆਰ ਹੋਏ ਨੇ ਫੌਜਾਂ ਦੇ, ਤੇ ਕਲਗੀਧਰ ਪਾਤਸ਼ਾਹ ਸਵਾਰ ਹੋ ਕੇ ਤੇ ਅੱਗੇ ਚਾਲੇ ਪਾਏ ਨੇ ਜੀ। ਚੌਪਈ ਸ੍ਰੀ ਗੁਰੇ ਆਗੇ ਜਬ ਗਮਨਏ, ਸੰਗੀ ਸਿੰਘ ਸਕਲ ਚੜ ਗਏ। ਤੇ ਜਦੋਂ ਸਾਧ ਸੰਗਤ ਕਲਗੀਧਰ ਪਾਤਸ਼ਾਹ ਨੇ ਜਦੋਂ ਹੁਕਮ ਕਰ ਦਿੱਤਾ, ਤੇ ਸਾਧ ਸੰਗਤ ਜਦੋਂ ਹੁਕਮ ਹੁੰਦਾ ਤੇ ਆਪ ਜੀ ਨੂੰ ਪਤਾ ਕਾਫੀ ਸਿੰਘਾਂ ਨੇ, ਨਿਹੰਗਾ ਸਿੰਘਾਂ ਨੇ ਨੇੜੇ ਰਹਿ ਕੇ, ਉਹ ਉਹੀ ਸਮਾਂ ਸਾਧ ਸੰਗਤ ਫਿਰ ਆਨੰਦਮਈ ਮਹਿਸੂਸ ਹੁੰਦਾ ਵੀ ਕਿਵੇਂ ਸਿੰਘ ਰਹਿੰਦੇ ਸਨ, ਤੰਬੂ ਕਿਵੇਂ ਫਿਰ ਪੱਟਣੇ, ਹਰ ਚੀਜ਼ ਨੂੰ ਸੰਭਾਲਣਾ। ਤੇ ਚੱਲਦਿਆਂ ਸਾਧ ਸੰਗਤ ਥੋੜਾ ਸਮਾਂ ਲੱਗ ਜਾਂਦਾ। ਮਹਾਰਾਜ ਨੇ ਹੁਕਮ ਕਰ ਦਿੱਤਾ ਚਾਲੇ ਪਾਉਣ ਦਾ। ਬੇਅੰਤ ਜਿਹੜੇ ਸਿੱਖ ਨੇ, ਸਿੰਘ ਨੇ ਨਾਲ, ਉਹ ਪੈਦਲ ਵੀ ਨੇ, ਗੁਰੂ ਸਾਹਿਬ ਦੇ ਮਹਿਲ ਵੀ ਨੇ ਨਾਲ। ਤੇ ਜਦੋਂ ਮਹਾਰਾਜ ਨੇ ਹੁਕਮ ਕੀਤਾ ਤੇ ਚਾਲੇ ਪਾਏ ਨੇ, ਤੇ ਇੱਕ ਵਾਰ ਫੇਰ ਕਰੋ ਸਰਵਣ ਜੀ। ਸ੍ਰੀ ਗੁਰੇ ਆਗੇ ਜਬ ਗਮਨਏ, ਸੰਗੀ ਸਿੰਘ ਸਕਲ ਚੜ ਗਏ। ਤੇ ਸਾਧ ਸੰਗਤ ਸਾਰੇ ਸਿੰਘਾਂ ਨੇ ਘੋੜਿਆਂ ਤੇ ਪੈਦਲ ਵਾਲਿਆਂ ਨੇ ਚਾਲੇ ਪਾਏ ਨੇ ਹੁਕਮ ਤੋਂ ਬਾਅਦ ਜੀ। ਰਾਮ ਸਿੰਘ ਭਗਤੂ ਕਾ ਤਹਾਂ। ਇਹ ਭਾਈ ਭਗਤੂ ਦੇ ਕੁੱਲ ਵਿੱਚੋਂ ਸੀ ਸਾਧ ਸੰਗਤ। ਤੇ ਮਹਾਰਾਜ ਨੇ ਹੁਕਮ ਜਦੋਂ ਕੀਤਾ, ਮਨ ਵਿੱਚ ਬੇਈਮਾਨੀ ਆ ਗਈ, ਕਿਉਂ ਡੱਲਾ ਪਹਿਲੇ 2 ਪਰਿਕਰਮਾ ਕਰਕੇ ਜਾ ਚੁੱਕਿਆ। ਮਨ ਵਿੱਚ ਬੇਈਮਾਨੀ ਆ ਕਿ ਕਲਗੀਧਰ ਪਾਤਸ਼ਾਹ ਸਮੇਤ ਸਿੰਘਾਂ ਫੌਜਾਂ ਦੇ ਤੁਰਨ ਅੱਗੇ ਨੂੰ, ਤੇ ਥੋੜਾ ਸਮਾਂ ਮੈਂ ਇੱਥੇ ਪੈਰ ਮਾਲਾਂ ਤੇ ਮਾਰੇ ਲੰਘ ਜਾਣ ਤੇ ਮੈਂ ਪਿੱਛੋਂ ਆਪਦੇ ਘਰ ਵਾਪਸ ਚਲੇ ਜਾਵਾਂ, ਚੱਕ ਰਾਮ ਸਿੰਘ ਵਾਲੇ। ਤੇ ਜਿਸ ਸਮੇਂ ਮਹਾਰਾਜ ਤੁਰੇ ਨੇ ਤੇ ਇਹ ਉੱਥੇ ਜਿਹੜਾ ਸਮਾਂ ਹਾਂਜੀ ਇਤੇ ਉਤ ਟਰ ਕੇ ਥਿਰ ਹੋਏ ਰਹਾ। ਇਧਰ ਉਧਰ ਟਲਦਾ ਰਿਹਾ, ਜਿਵੇਂ ਕੋਈ ਸਮਾਨ ਇਕੱਠਾ ਕਰਾਉਂਦਾ ਹੋਵੇ, ਕੋਈ ਸਿੰਘਾਂ ਦੇ ਨਾਲ ਮਦਦ ਜਿਵੇਂ ਕਰਾਉਂਦਾ ਹੋਵੇ ਜੀ, ਤੇ ਟਲਦਾ ਰਿਹਾ ਜੀ। ਕੇਤਕ ਦੂਰ ਉਲੰਘੇ ਜਬੈ। ਜਦੋਂ ਦੇਖਿਆ ਸਿੰਘ ਲੰਘਦਿਆਂ
ਕੁਛ ਦੂਰ ਜਦੋਂ ਚਲੇ ਗਏ ਨੇ ਜੀ। ਚੜ ਤੁਰੰਗ ਪਰ ਹਟਿਓ ਸੋ ਤਬੈ। ਬਸ ਸਾਧ ਸੰਗਤ ਘੋੜੇ ਚੜਿਆ, ਕਲਗੀਧਰ ਪਾਤਸ਼ਾਹ ਦੇ ਪਿੱਛੇ ਨਹੀਂ, ਵਾਪਸ ਘਰ ਨੂੰ ਤੁਰ ਪਿਆ ਜੀ। ਏਕ ਸਿੰਘ ਵਾਹਨ ਦੁਹਰਾਏ। ਤੇ ਸਾਧ ਸੰਗਤ ਇੱਕ ਸਿੰਘ ਜਿਹੜਾ ਘੋੜੇ ਤੇ ਸਵਾਰ ਸੀ, ਜੋ ਦੇਖਿਆ ਰਾਮ ਸਿੰਘ ਹੁਣ ਪਿੱਛੇ ਨੂੰ ਮੁੜਿਆ, ਤੇ ਸਾਧ ਸੰਗਤ ਨੂੰ ਉਹਨੇ ਦੇਖਦਿਆਂ ਘੋੜਾ ਭਜਾਇਆ ਆਪਦਾ, ਤੇ ਕਲਗੀਧਰ ਪਾਤਸ਼ਾਹ ਕੋਲੇ ਖਬਰ ਦੇਣ ਪਹੁੰਚਿਆ ਜੀ। ਪ੍ਰਭ ਸੋ ਮਿਲ ਕੇ ਦਿਓ ਬਤਾਏ। ਤੇ ਫਿਰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਤੇ ਨਮਸਕਾਰ ਕਰਦਿਆਂ ਤੇ ਸਾਰੀ ਵਾਰਤਾ ਦੱਸੀ। ਮਹਾਰਾਜ ਰਾਮ ਸਿੰਘ ਮਹਾਰਾਜ ਜਿਵੇਂ ਡੱਲਾ ਭੱਜਿਆ ਸੀ, ਮਹਾਰਾਜ ਰਾਮ ਸਿੰਘ ਨੇ ਵੀ ਹੁਣ ਮਹਾਰਾਜ ਘੋੜਾ ਆਪਦੇ ਘਰ ਕੰਨੇ ਦੌੜਾਇਆ ਜੀ। ਰਾਮ ਸਿੰਘ ਭਾਈ ਭੱਜ ਚੱਲਿਓ। ਮਹਾਰਾਜ ਜਿਹੜਾ ਰਾਮ ਸਿੰਘ ਤੇ ਮਹਾਰਾਜ ਉਹ ਭਾਈ ਕਾ ਵੱਜਦਾ ਸੀ, ਤੇ ਮਹਾਰਾਜ ਉਹ ਭੱਜ ਗਿਆ ਜੀ। ਸੰਗ ਆਪ ਕੇ ਨਾਹਨ ਮਿਲਿਓ। ਮਹਾਰਾਜ ਉਹ ਆਪ ਜੀ ਨੂੰ ਮਿਲਣਾ ਨਹੀਂ ਚਾਹੁੰਦਾ, ਆਪ ਜੀ ਨਾਲ ਮੇਲਾ ਨਹੀਂ ਰੱਖਣਾ ਚਾਹੁੰਦਾ, ਤੇ ਪਾਤਸ਼ਾਹ ਉਹ ਉੱਥੋਂ ਜਿਹੜਾ ਵਾਪਸ ਮੁੜਿਆ ਜੀ। ਸੋਨ ਪ੍ਰਭ ਥਿਰ ਹੋਏ ਸਿੱਖ ਪਠਾਏ। ਮਹਾਰਾਜ ਕਹਿੰਦੇ ਚੰਗਾ ਇੱਥੇ ਅਸੀਂ ਰੁਕਦੇ ਆਂ, ਤੇ ਪਾਤਸ਼ਾਹ ਨੇ ਸਾਧ ਸੰਗਤ ਆਪ ਰੁਕ ਗਏ ਨੇ, ਨਾਲ ਸੰਗਤਾਂ ਗੁਰੂ ਸਾਹਿਬ ਦੇ ਮਹਿਲ ਬੇਅੰਤ ਫੌਜਾਂ ਨੂੰ ਰੋਕ ਕੇ ਉਸ ਜਗ੍ਹਾ ਤੇ ਪਾਤਸ਼ਾਹ ਕਹਿੰਦੇ ਅਸੀਂ ਖੜਦੇ ਆਂ। ਸਿੱਖ ਨੂੰ ਹੁਕਮ ਦੇ ਕੇ ਭੇਜਿਆ, ਜਾਓ ਜਾ ਕੇ ਰਾਮ ਸਿੰਘ ਨੇ ਅੱਗੇ ਜਾ ਕੇ 3 ਲਕੀਰਾਂ ਮਾਰ ਦਿਓ। 3 ਲਕੀਰਾਂ ਉਹਨੂੰ ਇਹ ਕਹਿਣਾ, 3 ਲਕੀਰਾਂ ਮਾਰਦਿਆਂ ਕਿ ਤੈਨੂੰ 3 ਵਾਰ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੈਨੂੰ ਕਸਮ ਲੱਗੇ ਕਿ ਤੂੰ ਭਾਈ ਘਰ ਨਹੀਂ ਜਾਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਨੇ ਆਪ ਉੱਥੇ ਰੁਕ ਗਏ ਨੇ। ਕਿੰਨਾ ਕੁ ਪਿਆਰ ਕਰਦੇ ਹੋਣਗੇ ਕਿ ਅੱਜ ਰੱਬ ਰੁਕਿਆ ਖੜਾ, ਆਪਦੇ ਸੇਵਕ ਨੂੰ ਉਡੀਕ ਰਿਹਾ ਕਿ ਉਹ ਆਵੇ ਤੇ ਮੈਂ ਉਹਨੂੰ ਪਿਆਰ ਦੇਵਾਂ। ਤੇ ਸਾਧ ਸੰਗਤ ਦੇਖੋ ਸਮਾਂ ਕੀ ਬਣ ਰਿਹਾ। ਸਿੱਖ ਨੂੰ ਜਦੋਂ ਬਚਨ ਕਰਕੇ ਭੇਜਣਾ ਕੀਤਾ ਜੀ, ਆਨ ਹਮਾਰੀ ਦੇਹੋ ਨਹਿ ਜਾਏ। ਜਾਓ ਜਾ ਕੇ ਆਨ ਭਾਵ ਸਾਡੀ ਕਸਮ ਦਵੋ ਉਹਨੂੰ ਜਾ ਕੇ ਜੀ, ਤੇ ਜਾਵੇ ਨਾ ਜੀ। ਗੁਰ ਕੋ ਪਠਿਓ ਸਿੰਘ ਤਹ ਗਇਓ। ਗੁਰੂ ਸਾਹਿਬ ਨੇ ਜਿਹੜੇ ਸਿੰਘ ਨੂੰ ਭੇਜਿਆ ਤੇ ਉਹ ਉੱਥੇ ਅੱਗੇ ਪਹੁੰਚ ਰਿਹਾ ਜੀ। ਰਾਮ ਸਿੰਘ ਠਹਿਰੋ ਕਹਿ ਦਿਓ। ਤੇ ਉਹਦੇ ਪਿੱਛੋਂ ਜਾ ਕੇ ਸਾਧ ਸੰਗਤ ਜਾ ਰਿਹਾ ਸੀ, ਘੋੜੇ ਤੇ ਭੱਜਿਆ, ਦੌੜਾਈ ਜਾਂਦਾ ਘੋੜੇ ਨੂੰ, ਤੇ ਆਵਾਜ਼ ਦਿੱਤੀ ਰਾਮ ਸਿੰਘ ਠਹਿਰ, ਰਾਮ ਸਿੰਘ ਠਹਿਰ। ਆਵਾਜ਼ ਦਿੱਤੀ ਤੇ ਰਾਮ ਸਿੰਘ ਨੇ ਹਲੇ ਘੋੜਾ ਥੋੜਾ ਰੋਕਿਆ ਹੀ ਆ ਜੀ। ਪ੍ਰਭ ਮੋਹਿ ਭੇਜਾ ਦੇ ਤ੍ਰੈ ਆਨ। ਤੇ ਇੰਨੇ ਚਿਰ ਨੂੰ ਸਾਧ ਸੰਗਤ ਬਚਨ ਕਰਦੇ ਆ, ਤੇ ਜਲਦੀ ਦੇਣੇ ਉਹ ਸਿੱਖ ਉਤਰਿਆ ਸਿੰਘ ਜਿਹੜਾ, ਤੇ ਘੋੜੇ ਤੋਂ ਉਤਰਦੇ ਆ। ਰਾਮ ਸਿੰਘ ਦੇ ਘੋੜੇ ਦੇ ਅੱਗੇ ਆ ਕੇ ਤੇ ਉਂਗਲਾਂ ਥੱਲੇ ਲਾ ਕੇ ਤੇ ਸਾਧ ਸੰਗਤ ਲਕੀਰਾਂ ਮਾਰਨੀਆਂ ਸ਼ੁਰੂ ਕਰ ਦਿੱਤੀ। 3 ਲਕੀਰਾਂ ਮਾਰੀਆਂ। ਫੇਰ ਪੜੋ ਜੀ। ਪ੍ਰਭ ਮੋਹਿ ਭੇਜਾ ਦੇ ਤ੍ਰੈ ਆਨ। ਕਹਿੰਦੇ ਗੁਰੂ ਸਾਹਿਬ ਨੇ ਮੈਨੂੰ ਭੇਜਿਆ ਤੇ ਤੈਨੂੰ 3 ਕਸਮਾਂ ਲੱਗਣ ਜੀ। 3 ਲਕੀਰ ਨਾ ਉਲੰਘ ਪਿਆਨ। ਕਹਿੰਦੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਤੈਨੂੰ ਕਸਮਾਂ ਲੱਗਣ, ਤੂੰ ਇਹ 3 ਲਕੀਰਾਂ ਲੰਘਣੀਆਂ ਨਹੀਂ ਅੱਗੇ ਘਰ ਵਾਲੇ ਪਾਸੇ ਨੂੰ ਜੀ। ਸੰਗ ਚਲੋ ਸਗਰੇ ਸੁਖ ਚੀਨ। ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਤੂੰ ਆ ਮੇਰੇ ਕੋਲੇ, ਹਰ ਤਰ੍ਹਾਂ ਦੇ ਸੁੱਖਾਂ ਨੂੰ ਪ੍ਰਾਪਤ ਕਰ। ਤੇ ਸਿੱਖ ਨੇ ਵੀ ਬਚਨ ਕੀਤਾ ਅੱਗੋਂ ਜੀ, ਹਟਨ ਹੁਤੋ ਕਿਉਂ ਖੁਸ਼ੀ ਲਈ ਨਾ। ਕਹਿੰਦੇ ਤੂੰ ਕਿਉਂ ਹਟਣਾ ਚਾਹੁੰਦਾ, ਤੂੰ ਕਿਉਂ ਨਹੀਂ ਖੁਸ਼ੀ ਦਾ ਪਾਤਰ ਬਣਨਾ ਚਾਹੁੰਦਾ। ਕਿਉਂ ਜਦੋਂ ਸਾਧ ਸੰਗਤ ਆਪਾਂ ਗੁਰੂ ਦੇ ਚਰਨ ਵਿੱਚ ਹੋਵਾਂਗੇ ਤੇ ਬੇਅੰਤ ਖੁਸ਼ੀਆਂ ਦੇ ਪਾਤਰ ਬਣੇ ਰਵਾਂਗੇ। ਇਸ ਘਰ ਵਿੱਚ ਘਾਟਾ ਨਹੀਂ, ਬਰਕਤਾਂ ਹੀ ਬਰਕਤਾਂ ਨੇ। ਆ ਪਿਛਲੇ ਦਿਨੀ ਜਿਵੇਂ ਆਪਾਂ ਗੁਰੂ ਘਰ ਦੀ ਰੋਟਰੂਆ ਦੀ ਰਜਿਸਟਰੀ ਦੇ ਬਾਰੇ ਮਹਾਰਾਜ ਨੇ ਦੇਖੋ ਸੇਵਾ ਆਰੰਭੀ ਆ। ਹੁਣ ਜਿਹੜੀ ਸੰਗਤ ਸੇਵਾ ਪਾ ਰਹੀ ਹੈ ਤੇ ਸੁਣ ਕੇ ਮਤਲਬ ਕਮਾਲ ਦੀ ਗੱਲ ਹੋ ਰਹੀ ਹੈ। ਦਸਵੰਧ ਦੀ ਅੱਗੇ ਵੀ ਮਹਾਰਾਜ ਇੱਕ ਵਾਰ ਕਥਾ ਦੀ ਸੇਵਾ ਲਈ ਸੀ, ਪਰ ਐਤਕੀ ਕਮਾਲ ਕਰ ਦਿੱਤੀ ਮਹਾਰਾਜ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹੋ ਜਿਹੇ ਖੁੱਲੇ ਗੱਫੇ ਕੀਤੇ। ਇਹ ਗੁਰਮੁਖ ਪਿਆਰਾ ਨੌਜਵਾਨ ਆ ਸਿੰਘ, ਬਲ ਕਰਕੇ ਗੋਤ ਉਹਦਾ ਤੇ ਠੇਕੇਦਾਰ ਉੱਥੇ ਆਪਣੇ ਰੁੱਟਰੂ ਆ। ਮਹਾਰਾਜ ਦੇ ਪ੍ਰੇਮ ਵਿੱਚ ਆ ਕੇ ਆ ਸਿੰਘ ਨਾਲ ਸਨ, ਸਰਬਜੀਤ ਸਿੰਘ ਹੋਣੀ, ਹੋਰ ਵੀ ਗੁਰਮੁਖ ਪਿਆਰੇ ਸਿੰਘ ਨਾਲ ਸਨ, ਮਾਨਸਾ ਵੀ ਨਾਲ ਸੀ ਉੱਥੇ। ਗੁਰੂ ਘਰ ਦੇ ਬਾਹਰ ਖੜਿਆ ਸਾਰੇ ਸਾਹਮਣੇ ਦੱਸ ਰਿਹਾ ਸੀ, ਆਰੇ ਮੂੰਹ ਬੋਲ ਬੋਲ ਕੇ। ਕਹਿੰਦੇ ਸੇਵਾ 20,000 ਪਾਈ, ਤੇ ਕਹਿੰਦੇ ਆ ਲੋਕਡਾਊਨ 'ਚ ਲੋਕਾਂ ਦੇ ਕੰਮ ਬੰਦ ਹੋ ਗਏ ਤੇ ਮਾਇਆ ਪਾਉਣ ਦੀ ਦੇਰ ਸੀ, ਤੇ ਪਹਿਲੇ ਮਹੀਨੇ ਅੱਜ ਤੱਕ ਕਿਤੇ ਹੋਇਆ ਨਹੀਂ 2 ਮਿਲੀਅਨ ਦਾ ਕੰਮ ਕਰਾਇਆ ਮਾਰੇ ਨੇ। ਕਹਿੰਦੇ ਇਕੱਲੇ 2 ਮਿਲੀਅਨ ਦਾ ਕੰਮ ਨਹੀਂ ਕਰਾਇਆ, ਕਹਿੰਦੇ ਪਿੰਡ ਵਿੱਚ 70 ਲੱਖ ਦੀਆਂ ਕਹਿੰਦੇ ਲਾਈਟਾਂ ਲੱਗਣੀਆਂ ਸਨ, ਸਿਵੇ ਬਣਾਉਣੇ ਸਨ। ਕਹਿੰਦੇ ਸਮਝ ਹੀ ਨਹੀਂ ਆਉਂਦੀ ਕਿਵੇਂ ਮਾਰੇ ਭੇਜੀ ਜਾਂਦੇ।
ਕੱਲੀ ਇੱਕ ਨਹੀਂ, ਆ ਤੁਹਾਡੇ ਕੋਲ ਸਿਮਰਨ ਸਿੰਘ ਭੁੱਲਰ ਵੀ ਇੱਥੇ ਤੁਹਾਡੇ ਕੋਲ ਸਿੰਘ ਅੰਮ੍ਰਿਤਸਰ ਦਾ ਸੇਵਾ ਪਾਈ ਹੈ। ਮੈਂ ਦਾਸ ਇਹ ਬੇਨਤੀ ਕਰਨੀ ਚਾਹੁੰਦਾ ਕਿ ਮਹਾਰਾਜ ਦੇ ਘਰ ਨਾਲ ਜੁੜਿਆ ਖੇਡ ਵਰਤਦੀ ਕਿੱਡੀ ਆ, ਦੁੱਖ ਕਿੰਨੇ ਕਲੇਸ਼ ਕੱਟੇ ਜਾਂਦੇ ਆ। ਤੇ ਸਾਧ ਸੰਗਤ ਹਲੇ ਆਰੰਭੇ ਆ ਸੰਪਟ ਪਾਠ, ਅੜਿਆ ਵੀਜ਼ਾ ਤੇ ਦੇਖ ਲਓ ਪਹਿਲੇ ਦਿਨ ਹੀ ਅਗਲੇ ਦਿਨ ਆ ਕੇ ਮਿਲ ਗਿਆ 3 ਸਾਲ ਉਹ ਤੋਂ ਅਗਲੇ ਨੂੰ ਘਰੋਂ ਕੁੜੀ ਦਾ ਆ ਕੇ ਹਲੇ ਉਹ ਪੈਸੇ ਜਿਹੜੀ 12,000 ਦੀ ਭੇਟਾ ਹਲੇ ਕਰਨੀ ਸੀ ਮਹਾਰਾਜ ਦੇ ਘਰ ਨੂੰ ਗੁਰੂ ਘਰ ਦੀ ਰਜਿਸਟਰੀ ਵਾਸਤੇ, ਤੇ ਦਿਖਾਵੇ ਦਾਸ ਨੂੰ ਫੋਟੋ, ਤੇ ਮੈਂ ਕਿਹਾ ਸਮਝ ਨਹੀਂ ਆਉਂਦੀ ਕੀ ਲਿਖਿਆ। ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਖਸ਼ਿਸ਼ ਹੋਈ ਆ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਹੈ ਕਿ ਪੂਰੇ ਨਿਊਜ਼ੀਲੈਂਡ ਦਾ ਮੈਨੇਜਰ ਬਣਾ ਤਾ, ਸਾਰੀਆਂ ਟੀਮਾਂ ਥੱਲੇ ਕਰ ਦਿੱਤੀ, ਕਮੀ ਨਹੀਂ ਰਹਿਣ ਦਿੰਦੇ। ਪਰ ਗੱਲ ਆ ਸਿੱਖ ਸਮਝ ਲਵੇ ਕਿ ਮੈਂ ਗੁਰੂ ਤੋਂ ਪਰੇ ਹੋਇਆ ਤੇ ਉਜਾੜ ਹੀ ਉਜਾੜ। ਗੁਰੂ ਘਰ ਆ ਕੇ ਨਮਸਕਾਰ ਕੀਤੀ ਤੇ ਬਰਕਤਾਂ, ਤੇ ਜੇ ਕੋਈ ਮੱਥਾ ਲਾਉਣ ਦੀ ਕੋਸ਼ਿਸ਼ ਕਰੇ ਤੇ ਉਹਦਾ ਰਹਿੰਦਾ ਕੱਖ ਨਹੀਂ। ਸਿੱਖ ਭੱਜ ਰਿਹਾ ਪਰ ਗੁਰੂ ਪਿਆਰ ਦੇ ਵਿੱਚ ਭਰਿਆ ਪਿਆ। ਗੁਰੂ ਮਿੱਥੀ ਬੈਠਾ ਕਿ ਇਹਦਾ ਮੈਂ ਭਲਾ ਕਰਨਾ, ਪਰ ਸਿੱਖ ਮਿੱਥੀ ਬੈਠਾ ਕਿ ਮੈਂ ਕਰਾਉਣਾ ਨਹੀਂ। ਗੱਲ ਉਦੋਂ ਬਣਦੀ ਹੈ ਜਦੋਂ ਸਾਧ ਸੰਗਤ ਦੋ ਅੰਗੀ ਪ੍ਰੀਤ ਹੁੰਦੀ। ਜਿਹੜੇ ਸਾਧ ਸੰਗਤ ਜਦੋਂ ਪਿਆਰ ਹੁੰਦਾ ਨਾ ਉਹਦੇ ਵਿੱਚ ਕੰਡੀਸ਼ਨਾਂ ਨਹੀਂ ਹੁੰਦੀਆਂ, ਉੱਥੇ ਸਮਰਪਿਤ ਹੁੰਦਾ। ਮਹਾਰਾਜ ਬਖਸ਼ਿਸ਼ ਕਰਨਾ ਚਾਹੁੰਦੇ, 3 ਕਸਮਾਂ ਵੀ ਪਵਾਈਆਂ ਤੇ ਇੱਕ ਵਾਰ ਫੇਰ ਕਰੋ ਸਰਵਣ ਜੀ। ਹਟਨ ਹੁਤੋ ਕਿਉਂ ਖੁਸ਼ੀ ਲਈ ਨਾ, ਕਹਿ ਤੂੰ ਕਿਉਂ ਹਟਣਾ ਚਾਹੁੰਦਾ, ਤੂੰ ਕਿਉਂ ਨਹੀਂ ਗੁਰੂ ਦੀ ਖੁਸ਼ੀ ਦਾ ਪਾਤਰ ਬਣਨਾ ਚਾਹੁੰਦਾ ਜੀ। ਉਚਿਤ ਨਾ ਤੋਹੇ ਭਾਜ ਕਰ ਜਾਣਾ, ਕਹਿ ਮੈਨੂੰ ਸਮਝ ਰਿਹਾ ਤੂੰ ਕਿਉਂ ਭੱਜਣਾ ਚਾਹੁੰਦਾ। ਗੁਰੂ ਤੋਂ ਭੱਜਿਆ ਬੇਮੁਖ ਹੋਇਆ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਧ ਸੰਗਤ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਨੇ ਜੀ। ਸੁਣ ਕੇ ਖਰੇ ਪ੍ਰਭੂ ਤੇ ਸਥਾਨਾ, ਫਿਰ ਅੱਗੋਂ ਕਿਹਾ ਸਿੱਖ ਨੇ, ਮਨ ਭਰਿਆ ਪਿਆ ਤੂੰ ਗੁਰੂ ਤੋਂ ਭੱਜਣਾ ਚਾਹੁੰਦਾ। ਜਿਸ ਟਾਈਮ ਗੁਰੂ ਸਾਹਿਬ ਨੇ ਇਹ ਖਬਰ ਸੁਣੀ, ਗੁਰੂ ਸਾਹਿਬ ਸਮੇਤ ਸਿੰਘਾਂ ਫੌਜਾਂ ਦੇ ਸਮੇਤ ਗੁਰੂ ਸਾਹਿਬ ਦੇ ਮਹਿਲ ਸਾਰੇ ਇੱਕ ਜਗ੍ਹਾ ਤੇ ਖੜੇ ਤੈਨੂੰ ਉਡੀਕ ਰਹੇ ਨੇ। ਪੜ੍ਹਦੇ ਆ ਇਤਿਹਾਸ ਦੇਖ ਲਓ, ਯਕੀਨ ਨਹੀਂ ਆਉਂਦਾ। ਇੱਕ ਅਦਨਾ ਜਾਂ ਸਿੱਖ ਹੋਵੇ ਤੇ ਰੱਬ ਖੜ ਕੇ ਢਿੱਕੇ ਜੀ। ਦੱਖਣ ਬਨਹਿ ਜਾਣਨਹਿ ਮੇਰੋ, ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕੀਤਾ ਸੀ ਜਦੋਂ ਮੈਂ ਜਾ ਕੇ ਦੱਸਿਆ ਕਿ ਰਾਮ ਸਿੰਘ ਪਿੱਛੇ ਮੁੜ ਗਿਆ, ਤੇ ਮਾਰੇ ਕਹਿੰਦੇ ਨਹੀਂ ਭਾਈ ਨਾਲ ਲੈ ਕੇ ਜਾਣਾ। ਤੇ ਸਿੱਖ ਅੱਗੋਂ ਕੀ ਕਹਿੰਦਾ, ਕਹਿੰਦਾ ਮੇਰਾ ਦੱਖਣ ਦੇਸ਼ ਜਾਣਾ ਬਣਦਾ ਨਹੀਂ ਜੀ। ਘਰ ਕੇ ਕਾਜ ਅਨਕ ਬਿਦ ਝੇਰੋ, ਕਹਿੰਦੇ ਮੇਰੇ ਘਰ ਦੇ ਕਹਿੰਦੇ ਬਹੁਤ ਸਾਰੇ ਕੰਮ ਨੇ, ਹੋਰ ਕੰਮ ਦੇ ਬਹੁਤ ਜਿਹੜੇ ਝਗੜੇ ਝੇੜੇ ਹੈਗੇ ਆ, ਜ਼ਮੀਨਾਂ ਦੇ ਪੈਲੀਆਂ ਦੇ ਕਈ ਰੌਲੇ ਨੇ, ਮੈਂ ਇਹ ਛੱਡ ਕੇ ਨਹੀਂ ਜਾ ਸਕਦਾ ਜੀ। ਨਹਿ ਮੈਂ ਰਹੋ ਮਿਲੋ ਨਹਿ ਜਾਏ, ਤੇ ਜੇ ਮੈਂ ਚਲਿਆ ਗਿਆ ਮੈਂ ਕਦੋਂ ਆ ਕੇ ਮਿਲਾਂਗਾ ਇਹਨਾਂ ਨੂੰ, ਪਰਿਵਾਰ ਵਾਲਿਆਂ ਨੂੰ। ਕਿਉਂ? ਮੋਹ ਪਿਆ ਹੋਇਆ। ਮੰਨਹਿ ਹੈ ਮੋਹ ਚੋਟਾਂ ਖਾਏ। ਤੇ ਸਾਧ ਸੰਗਤ ਜਿਹੜੇ ਮਹਾਰਾਜ ਨੂੰ ਪ੍ਰੇਮ ਨਹੀਂ ਨਾ ਕਰਦੇ, ਤੇ ਜਿਹੜੇ ਮੰਨ ਲੈਣ ਕਿਤੇ, ਮੰਨੈ ਮੋਹ ਚੋਟਾਂ ਨਾ ਖਾਏ। ਮਹਾਰਾਜ ਕਹਿੰਦੇ ਜੇ ਤੂੰ ਮੰਨ ਲਵੇਂ ਬਚਨ ਤੇ ਮੂੰਹ ਦੀਆਂ ਤੇਰੇ ਮੂੰਹ ਤੇ ਸੱਟਾਂ ਨਾ ਤੇਰੇ ਲੱਗਣ, ਤੂੰ ਉਹ ਕਲੇਸ਼ ਦੇ ਵਿੱਚ ਨਾ ਫਸੇ ਜੀ। ਕਰੋ ਬੰਦਨਾ ਇਸ ਹੀ ਥਾਏ, ਤੇ ਕਹਿੰਦੇ ਜੇ ਇਹੀ ਗੱਲ ਤੇ ਤੁਸੀਂ ਕਹਿੰਦੇ ਮਹਾਰਾਜ ਤੋਂ ਆਗਿਆ ਨਹੀਂ ਲਈ। ਸਿੱਖ ਨੇ ਕਿਹਾ ਤੂੰ ਹਾਂ ਆਗਿਆ ਲੈਣੀ ਚਾਹੀਦੀ ਸੀ। ਕਹਿੰਦੇ ਕੋਈ ਗੱਲ ਨਹੀਂ, ਗੁਰੂ ਸਾਹਿਬ ਤਾਂ ਕਹਿੰਦੇ ਅੰਗ ਸੰਗ। ਜਦੋਂ ਸਾਧ ਸੰਗਤ ਬੁਰਾ ਕੰਮ ਕਰਦਾ ਨਾ ਤੇ ਸਿੱਖ ਉਦੋਂ ਗੁਰੂ ਨੂੰ ਦੂਰ ਸਮਝਦਾ, ਤੇ ਜਦੋਂ ਚੰਗਾ ਕਰਦਾ ਤੇ ਲੱਗ ਕਹਿੰਦਾ ਵੀ ਗੁਰੂ ਤਾਂ ਮੇਰੇ ਨੇੜੇ। ਹੁਣ ਚਤਰਾਈ ਹੈ, ਜੇ ਅੰਗ ਸੰਗ ਮੰਨਦਾ ਹੁੰਦਾ ਤਾਂ ਗੁਰੂ ਦੇ ਕੋਲੇ ਜਾਣਾ ਸੀ। ਕਹਿੰਦੇ ਠੀਕ ਹੈ, ਗੁਰੂ ਤੋਂ ਆਗਿਆ ਨਹੀਂ ਲਈ ਤਾਂ ਮੈਂ ਕੋਈ ਨਾ ਇੱਥੋਂ ਹੀ ਨਮਸਕਾਰ ਕਰ ਦੇਣਾ। ਘੋੜੇ ਤੇ ਬੈਠੇ ਨੇ, ਮਾੜਾ ਸਿਰ ਨੀਵਾਂ ਕੀਤਾ ਤੇ ਘੋੜਾ ਅੱਗੇ ਹੱਕਦਾ ਜੀ। ਇਮ ਕਹਿ ਲੰਘ ਲਕੀਰਨ ਗਇਓ, ਤੇ ਸਾਧ ਸੰਗਤ ਜਿਹੜੀਆਂ 3 ਲਕੀਰਾਂ ਅੱਗੇ ਮਾਰੀਆਂ ਸਨ, ਰਾਮ ਸਿੰਘ ਘੋੜੇ ਤੇ ਚੜਿਆ ਚੜਾਇਆ, 3 ਲਕੀਰਾਂ ਟੱਪ ਗਿਆ ਜੀ। ਦੇਖ ਸਿੰਘ ਉਰ ਅਚਰਜ ਭਇਓ, ਸਿੰਘ ਦੇਖ ਕੇ ਹੈਰਾਨ ਹੋ ਗਿਆ। ਕਲਗੀਧਰ ਪਾਤਸ਼ਾਹ ਇਹਨੂੰ ਪਿਆਰ ਕਰਦੇ ਨੇ ਤੇ ਇਹ ਲਕੀਰਾਂ ਟੱਪੀ ਜਾਂਦਾ ਜੀ। ਪ੍ਰਭ ਕੋ ਕਰੀ ਬਤਾਵਨ ਸਾਰੀ, ਕਹਿੰਦੇ ਚਲੋ ਕੋਈ ਗੱਲ। ਉਹ ਸਿੰਘ ਸਾਧ ਸੰਗਤ ਉੱਥੋਂ ਉਹਨੇ ਉਹਦੀ ਘੋੜਾ ਭਜਾਇਆ ਉਹਨੇ, ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਜਿੱਥੇ ਖੜੇ ਉਡੀਕ ਰਹੇ ਸਨ, ਸਾਧ ਸੰਗਤ ਉੱਥੇ ਆ ਪਹੁੰਚਿਆ। ਮਹਾਰਾਜ ਚਰਨਾਂ ਤੇ ਫਿਰ ਨਮਸਕਾਰ ਕੀਤੀ। ਮਹਾਰਾਜ ਜਿਵੇਂ ਆਪ ਜੀ ਨੇ ਬਚਨ ਕੀਤਾ ਸੀ, ਮੈਂ ਮਹਾਰਾਜ ਆ ਕੇ ਰਾਮ ਸਿੰਘ ਅੱਗੇ
3 ਲਕੀਰਾਂ ਮਾਰੀਆਂ ਨੇ। ਆਪ ਜੀ ਦੀ ਕਸਮ ਵੀ ਦਵਾਈ ਉਹਨੂੰ, ਵਾਅਦਾ ਵੀ ਚੇਤੇ ਕਰਾਇਆ ਵੀ ਤੂੰ ਚੱਲ, ਤੈਨੂੰ ਕਲਗੀਧਰ ਪਾਤਸ਼ਾਹ ਤੈਨੂੰ ਖੜੇ ਢੀਕ ਰਹੇ ਨੇ। ਕਹਿੰਦੇ ਮਹਾਰਾਜ ਉਹ 3 ਲਕੀਰਾਂ ਲੰਘ ਗਿਆ ਜੀ। ਉਲੰਘਿਓ ਆਨ ਲਕੀਰ ਅਗਾਰੀ। ਕਹਿੰਦੇ ਮਹਾਰਾਜ ਉਹ ਲਕੀਰਾਂ ਟੱਪ ਕੇ ਤੇ ਘਰ ਨੂੰ ਤੁਰ ਪਿਆ ਜੀ। ਚਾਹੇ ਸਦਨ ਧੀਰਜ ਉਰ ਖੋਈ। ਕਹਿੰਦੇ ਉਹ ਕਹਿੰਦੇ ਮਹਾਰਾਜ ਉਹ ਘਰ ਜਾਣਾ ਚਾਹੁੰਦਾ, ਮਨ ਦਾ ਜਿਹੜਾ ਹੌਸਲਾ ਸੀ ਉਹ ਗਵਾ ਕੇ ਬਹਿ ਗਿਆ ਜੀ। ਹਟ ਹੈ ਨਹੀਂ ਇਤ ਕੋ ਬਿਦ ਕੋਈ। ਮਹਾਰਾਜ ਉਹ ਕਹਿੰਦੇ ਹੋਰ ਕੋਈ ਰਸਤਾ ਨਹੀਂ ਮਹਾਰਾਜ, ਹੁਣ ਉਹਨੇ ਰੁਕਣਾ ਨਹੀਂ, ਉਹ ਚਲਿਆ ਗਿਆ ਜੀ। ਪੁਨ ਸਤਿਗੁਰ ਨਿਜ ਪਠਿਓ ਰੁਮਾਲ। ਤੇ ਸਾਧ ਸੰਗਤ ਜਦੋਂ ਉਹ ਸਿੱਖ ਨੇ ਸਾਰੀ ਗੱਲ ਦੱਸੀ, ਕਲਗੀਧਰ ਪਾਤਸ਼ਾਹ ਹਲੀ ਵੀ ਪਿਆਰ ਵਿੱਚ ਨੇ। ਸਾਧ ਸੰਗਤ ਮਹਾਰਾਜ ਨੇ ਆਪਦੇ ਗੀਜੇ ਵਿੱਚ ਇੱਕ ਰੁਮਾਲ ਕੱਢਿਆ। ਕੀ ਕੱਢਿਆ ਪਾਤਸ਼ਾਹ ਨੇ? ਕਲਗੀਧਰ ਪਾਤਸ਼ਾਹ ਨਿਜ ਦਾ ਰੁਮਾਲ ਹੈ। ਹੁਣ ਕਲਗੀਧਰ ਪਾਤਸ਼ਾਹ ਨੇ ਗੀਜੇ ਵਿੱਚ ਹੱਥ ਪਾਇਆ, ਆਪਦਾ ਜਿਹੜਾ ਨਿਜਰਾ ਜਦੋਂ ਰੁਮਾਲ ਕੱਢਿਆ ਜੀ। ਆਗੇ ਦੇਹੋ ਤਿਸੀ ਕੇ ਡਾਲ। ਕਹਿੰਦੇ ਜਾ ਤੂੰ ਆਹ ਰੁਮਾਲ ਲੈ ਜਾ ਤੇ ਰਾਮ ਸਿੰਘ ਦੇ ਅੱਗੇ ਜਾ ਕੇ ਲੰਮਾ ਪਾ ਦੀ ਜੀ। ਕਹੋ ਕਿ ਗੁਰੂ ਪਾਗ ਇਹ ਜਾਨ। ਤੇ ਕੀ ਕਿਹਾ? ਕਹਿੰਦੇ ਇਸ ਰੁਮਾਲ ਨੂੰ ਉਹਨੂੰ ਕਹੀਂ ਇਹ ਰੁਮਾਲ ਨਾ ਜਾਣੀ, ਇਹ ਕਲਗੀਧਰ ਪਾਤਸ਼ਾਹ ਦਾ ਦਮਾਲਾ ਸਮਝੀ ਤੂੰ। ਕਲਗੀਧਰ ਪਾਤਸ਼ਾਹ ਤੇਰੇ ਮੂਹਰੇ ਦਸਤਾਰ ਲੰਮੀ ਪਾਉਂਦੇ ਆਪਦੀ ਕਿ ਸਿੱਖਾ ਤੂੰ ਜਾਈ ਨਾ ਕਰਨ, ਕਿਉਂ ਗੁਰੂ ਭਲਾ ਕਰਨਾ ਚਾਹੁੰਦਾ। ਸਾਡੇ ਨਾਲ ਵੀ ਸਾਧ ਸੰਗਤ ਇਹੀ ਹੁੰਦਾ, ਕਿੰਨੀਆਂ ਗੁਰੂ ਸਾਡੇ ਮੂਹਰੇ ਆਪਦੀਆਂ ਦਸਤਾਰਾਂ ਅੰਮ੍ਰਿਤ ਵੇਲੇ ਪਾਉਂਦਾ, ਸਾਨੂੰ ਕਿਵੇਂ ਉਠਾਉਂਦਾ। ਸਾਨੂੰ ਰੋਜ਼ ਆਵਾਜ਼ਾਂ ਪੈਂਦੀਆਂ, ਕਿਤੇ ਕੀਰਤਨ ਰਾਹੀਂ, ਕਿਤੇ ਕਥਾ ਰਾਹੀਂ, ਕਿਤੇ ਚੱਲਦੀਆਂ ਆਮ ਗੁਰਮੁਖਾਂ ਦੇ ਨਾਲ ਵਿਚਾਰਾਂ ਰਾਹੀਂ, ਗੁਰਸਿੱਖਾ ਤੂੰ ਜਾਗ, ਤੂੰ ਸਿੱਖੀ ਸਰੂਪ ਵਿੱਚ ਆ। ਗੁਰਸਿੱਖਾ ਤੂੰ ਜਾਗ, ਤੂੰ ਅੰਮ੍ਰਿਤ ਛਕ। ਗੁਰਸਿੱਖਾ ਜਾ ਕੇ ਤੂੰ ਬੰਦਗੀ ਕਰ ਕਿ ਆਪਦੇ ਗੁਰੂ ਦੇ ਤੂੰ ਦਰਸ਼ਨ ਕਰ। ਅੱਜ ਇਹਨਾਂ ਮਹਾਂਪੁਰਖਾਂ ਦੇ ਆਪਾਂ ਹੁਣ ਦਿਨ ਵੀ ਮਨਾ ਰਹੇ ਹਾਂ ਨਾ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਬੰਦਗੀ ਵਾਲੇ ਮਹਾਂਪੁਰਸ਼ ਨੇ, ਜਪੀ ਤਪੀ ਨੇ। ਕਿਉਂ? ਜਿਨ੍ਹਾਂ ਨੇ ਬੇਅੰਤ ਬੰਦਗੀ ਕੀਤੀ। ਸਮਾਂ ਬਣਿਆ ਕਿ ਅੱਜ 10 ਪਾਤਸ਼ਾਹਾਂ ਨੇ ਘੋੜੇ ਤੇ ਸਵਾਰ ਹੋ ਕੇ ਦਰਸ਼ਨ ਦਿੱਤੇ ਮਹਾਂਪੁਰਸ਼ਾਂ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਜਦੋਂ ਦਰਸ਼ਨ ਦਿੱਤੇ, ਅੱਗੋਂ ਲੰਘ ਰਹੇ ਨੇ ਮਹਾਂਪੁਰਸ਼, ਦਰਸ਼ਨ ਕਰਕੇ ਨਮਸਕਾਰਾਂ ਕਰ ਰਹੇ ਨੇ ਤੇ 10 ਪਾਤਸ਼ਾਹਾਂ ਦੇ ਪਿੱਛੇ ਇੱਕ ਘੋੜਾ ਹੋਰ ਆ ਰਿਹਾ, ਜਿਹਦੇ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਨੇ। ਨੇੜੇ ਹੋ ਕੇ ਫਤਿਹ ਬੁਲਾਉਣ ਦਾ ਮੌਕਾ ਮਿਲਿਆ। ਕੋਲੇ ਆ ਗਏ ਨੇ ਤੇ ਸਾਧ ਸੰਗਤ ਜਦੋਂ ਕੋਲੇ ਆਏ ਨੇ, ਇੱਕ ਬਹੁਤ ਸੁੰਦਰ ਰੁਮਾਲ ਆ ਉਹਨਾਂ ਕੋਲੇ, ਜਿਹਦੇ ਵਿੱਚ ਕਾਗਜ਼ ਦਿਖ ਰਹੇ ਨੇ, ਤੇ ਅੱਗੇ ਕਰਕੇ ਤੇ ਹੱਥ 'ਚ ਫੜਾਏ। ਤੇ ਜਦੋਂ ਫੜਾਏ ਨੇ ਨਾ ਸਾਧ ਸੰਗਤ, ਉਹ ਜਦੋਂ ਬਖਸ਼ਿਸ਼ ਦਿੱਤੀ ਆ, ਉਹ ਕੀ ਹੈ? ਕਹਿੰਦੇ ਇਹ ਗੁਰੂ ਸਾਹਿਬ ਨੇ ਦਿੱਤੇ ਨੇ, ਇਹ 'ਚ ਸੰਪਰਦਾਈ ਅਰਥ ਲਿਖੇ ਨੇ। ਜਦੋਂ ਹੁਣ ਤੁਸੀਂ ਛੂਹੋਗੇ, ਅਰਥ ਤੁਹਾਡੇ ਅੰਦਰ ਆਪੇ ਗ੍ਰਹਿਣ ਹੋ ਜਾਣਗੇ। ਉੱਥੋਂ ਫਿਰ ਮਹਾਂਪੁਰਸ਼ਾਂ ਅੱਗੇ ਫਿਰ ਕਥਾ ਦਾ ਚੱਲਦਾ ਪ੍ਰਸੰਗ। ਕਿਹਨੇ ਬਖਸ਼ਿਸ਼ ਦਿੱਤੀ? ਗੁਰੂ ਸਾਹਿਬਾਂ ਨੇ। ਫੜਾਈ ਕਿਹਨੇ ਆ? ਸੰਤ ਬਾਬਾ ਅਤਰ ਸਿੰਘ ਮਸਤੂਆਣੇ ਮਹਾਂਪੁਰਸ਼। ਇਹ ਬੜੀਆਂ ਵੱਡੀਆਂ ਖੇਡਾਂ ਨੇ। ਰੁਮਾਲ ਇੱਧਰ ਵੀ ਮੂਹਰੇ ਰੱਖਿਆ ਹੋਇਆ, ਉੱਥੇ ਰੁਮਾਲ ਦੇ ਵਿੱਚ ਬਖਸ਼ਿਸ਼ ਦੇ ਰਹੇ ਨਾਲ। ਕਲਗੀਧਰ ਪਾਤਸ਼ਾਹ ਕਹਿੰਦੇ ਕਹੋ ਰਾਮ ਸਿੰਘ ਨੂੰ ਇਹਨੂੰ ਰੁਮਾਲ ਨਾ ਜਾਣੀ, ਕਲਗੀਧਰ ਪਾਤਸ਼ਾਹ ਦਾ ਪੱਗ ਜਾਣ ਕੇ ਤੂੰ ਜਾਣ, ਅੱਗੇ ਨਾ ਨੰਗੀ ਤੇ ਤੂੰ ਮੇਰੇ ਕੋਲੇ ਵਾਪਸ ਆ ਜੀ। ਇਸ ਕੋ ਉਲੰਘ ਨਾ ਬਨਹਿ ਸੁਮਨ। ਕਹਿੰਦੇ ਇਹਦੇ ਪੱਗ ਦੇ ਉੱਪਰ ਦੀ, ਕਲਗੀਧਰ ਪਾਤਸ਼ਾਹ ਦੇ ਦਸਤਾਰ ਦੇ ਉੱਪਰ ਦੀ ਲੰਘਣਾ ਨਹੀਂ ਬਣਦਾ ਜੀ। ਸੁਨਤ ਸਿੰਘ ਘੋਰਾ ਦੁਹਰਾਏ। ਜਦੋਂ ਇਹ ਗੱਲ ਸੁਣੀ ਤੇ ਸਾਧ ਸੰਗਤ ਉਹਨੇ ਕਲਗੀਧਰ ਪਾਤਸ਼ਾਹ ਦੇ ਬਖਸ਼ਿਸ਼ ਵਾਲਾ ਰੁਮਾਲ ਲੈ ਕੇ ਉਸੇ ਸਮੇਂ ਘੋੜਾ ਭਜਾਇਆ ਜੀ। ਆਨ ਮਿਲਿਓ ਗਮਨਤ ਜਿਸ ਥਾਏ। ਜਿੱਥੇ ਹਲੇ ਘੋੜਾ ਭਜਾਈ ਰਾਮ ਸਿੰਘ ਜਾਂਦਾ ਸੀ, ਉਹ ਸਿੱਖ ਸਾਧ ਸੰਗਤ ਆ ਕੇ ਉੱਤੇ ਘੋੜਾ ਆਪਦਾ ਥੋੜਾ ਤੇਜ਼ ਕੀਤਾ ਤੇ ਅੱਗੋਂ ਮੂਹਰੋਂ ਘੇਰਾ ਪਾਇਆ, ਰੋਕਿਆ ਜੀ। ਮਗ ਮਹਿ ਡਾਰਿਓ ਦਿਓ ਸੁਨਾਏ। ਤੇ ਜਦੋਂ ਸਾਧ ਸੰਗਤ ਘੋੜਾ ਅੱਗੇ ਕੀਤਾ ਤੇ ਘੋੜੇ ਦੇ ਉਹਦੇ ਦੂਜੇ ਦੇ ਰਾਮ ਸਿੰਘ ਦੇ ਘੋੜੇ ਅੱਗੇ ਮੁੱਖ ਹੋਇਆ ਤੇ ਰੁਕਣਾ ਪਿਆ। ਤੇ ਰੁਕਦਿਆਂ ਸਿੱਖ ਛੇਰਣੇ ਲਾਕੀ ਮਾਰੀ ਆ ਤੇ ਉਤਰਿਆ ਘੋੜੇ ਤੋਂ। ਕਲਗੀਧਰ ਪਾਤਸ਼ਾਹ ਦਾ ਉਹ ਬਖਸ਼ਿਸ਼ ਵਾਲਾ ਰੁਮਾਲ, ਜਿਹੜਾ ਨਿੱਜ ਰੁਮਾਲ ਸੀ ਮਹਾਰਾਜ ਦਾ, ਆਪਦਾ ਨਿੱਜੀ ਅੱਗੇ ਵਿਛਾ ਦਿੱਤਾ।
ਵਿਛਾ ਕੇ ਤੇ ਲੱਗਾ ਬਚਨ ਕਰਨ ਜੀ। ਇਹ ਗੁਰ ਪਾਗ ਨਾ ਉਲੰਘਣ ਪਾਏ। ਕਹਿੰਦੇ ਇਹ ਗੁਰੂ ਦੀ ਪੱਗ ਆ ਤੇ ਤੂੰ ਇਹਨੂੰ ਲੰਘਣਾ ਨਹੀਂ ਜੀ। ਹਟੋ ਪਿਛੇਰੇ ਮਿਲ ਕਰ ਮਿਲੋ। ਕਹਿੰਦੇ ਚੱਲ ਪਿੱਛੇ ਮੁੜ, ਆ ਗੁਰੂ ਨੂੰ ਮਿਲ, ਗੁਰੂ ਤੈਨੂੰ ਉਡੀਕ ਰਿਹਾ ਬਾਹਾਂ ਖੋਲ ਖੋਲ ਕੇ। ਸਾਧ ਸੰਗਤ ਆਪਾਂ ਸਾਰੇ ਪੜ੍ਹਦੇ ਪ੍ਰਭ ਮੋਹੇ ਕਬ ਗਲ ਲਾਵਹਿਗੇ। ਬੋਲੋ ਗੱਜ ਕੇ ਪ੍ਰਭ ਮੋਹੇ ਕਬ ਗਲ ਲਾਵਹਿਗੇ। ਤੇ ਸਾਧ ਸੰਗਤ ਫਿਰ ਸਮਾਂ ਬਣਿਆ ਚਮਕੌਰ ਸਾਹਿਬ ਵਾਲੇ ਸਥਾਨ ਤੇ ਬੌਲੀ ਸਾਹਿਬ ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਫਿਰ ਤਪ ਕੀਤਾ ਉੱਥੇ 40 ਦਿਨ। ਸਾਧ ਸੰਗਤ ਉੱਥੇ ਬੌਲੀ ਦੇ ਵਿੱਚ ਮੂਲ ਮੰਤਰ ਦਾ ਜਾਪ ਕੀਤਾ। ਕਿੰਨੇ ਦਿਨ ਜੀ? 40 ਦਿਨ ਬੰਦਗੀ ਕੀਤੀ। ਜਦੋਂ ਅੰਦਰ ਫਿਰ ਤਪ ਕੀਤਾ ਨਾ 40 ਦਿਨ ਸਾਧੂ ਨੇ, ਤੇ ਜਦੋਂ ਫਿਰ ਦਰਸ਼ਨ ਕਿਵੇਂ ਹੋਏ ਕਿ ਕਲਗੀਧਰ ਪਾਤਸ਼ਾਹ ਦੀਆਂ ਬਾਹਾਂ ਦੇ ਵਿੱਚ, ਕਲਗੀਧਰ ਪਾਤਸ਼ਾਹ ਦੀਆਂ ਬਾਹਾਂ ਦੇ ਵਿੱਚ ਜਿਹੜੇ 40 ਸਿੰਘ ਸ਼ਹੀਦ ਹੋਏ ਸਨ ਚਮਕੌਰ ਦੀ ਗੜੀ ਦੇ ਵਿੱਚ, ਉਹ ਸਨ ਵਿਸ਼ਾਲ ਸਰੂਪ ਮਹਾਰਾਜ ਦਾ। ਤੇ ਮਹਾਰਾਜ ਨੇ ਇਸ਼ਾਰਾ ਕੀਤਾ, ਗੁਰਬਚਨ ਸਿੰਘ ਤੂੰ ਵੀ ਕੋਲੇ ਆ ਜਾ। ਉਸ ਸਮੇਂ ਜਦੋਂ ਮਹਾਰਾਜ ਨੇ ਨਾਲ ਲਾਇਆ ਨਾ, ਤੇ ਲਿਖਿਆ ਹੋਇਆ ਕਹਿੰਦੇ ਜਦੋਂ ਫਿਰ ਮਹਾਰਾਜ ਨੇ ਉੱਤੋਂ ਦੀ ਜਦੋਂ ਮਹਾਂਪੁਰਸ਼ਾਂ ਜੱਫੀ ਪਾਉਣ ਲੱਗੇ ਤੇ ਕਲਗੀਧਰ ਪਾਤਸ਼ਾਹ ਨੇ ਉਂਗਲਾਂ ਦੇ ਪੋਟੇ ਉਹਨਾਂ ਦੀ ਬੱਖੀ ਨੂੰ ਲੱਗੇ। ਮਹਾਂਪੁਰਸ਼ ਵਿਰਾਗ ਵਿੱਚ ਦੱਸ ਰਹੇ ਸਨ, ਇਹ ਜਿਹੜੀ ਅਸਲ ਖੇਡ ਜਿਹੜੀ ਮੇਰੇ ਨਾਲ ਉਸ ਸਮੇਂ ਵਰਤੀ, ਜਿਹੜਾ ਆਨੰਦ ਸੀ, ਮੈਂ ਲਿਖ ਨਹੀਂ ਸਕਦਾ ਉਹਨੂੰ। ਖੇਡ ਵੱਡੀ ਆ। ਗੁਰੂ ਬਾਹਾਂ ਅੱਡ ਕੇ ਖੋਲ ਕੇ ਖੜਾ, ਗੁਰੂ ਸਾਨੂੰ ਛਾਤੀ ਨਾਲ ਲਾਉਣਾ ਚਾਹੁੰਦਾ, ਪਰ ਸਾਧ ਸੰਗਤ ਕਰੀਏ ਕੀ? ਭਾਗ ਧੁਰ ਮੰਦੇ। ਅਸੀਂ ਜੁੜੇ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਜੋੜਾਂਗੇ? ਅਸੀਂ ਗੁਰਸਿੱਖ ਬਣੇ ਨਹੀਂ, ਬੱਚਿਆਂ ਨੂੰ ਅਸੀਂ ਕੀ ਦੇਵਾਂਗੇ ਆਪਦਿਆਂ ਨੂੰ? ਕੱਲ ਨੂੰ ਇਹਨਾਂ ਕੋਲ ਕੀ ਸੇਧ ਹੋਵੇਗੀ ਜੇ ਇੱਕ ਵਾਰ ਵੀ ਇਹਨਾਂ ਨੇ ਇੱਧਰ ਉੱਧਰ ਕਿਸੇ ਮਲਟੀਕਲਚਰ ਵਿਆਹ ਕਰਾ ਲਿਆ ਤੇ ਤੁਹਾਡੀ ਖਾਨਦਾਨੀ ਵੀ ਖਤਮ, ਤੇ ਤੁਹਾਡਾ ਇੱਥੇ ਪ੍ਰਦੇਸ਼ ਆਇਆ ਵੀ ਜੇਲ੍ਹ ਵਰਗਾ ਬਣ ਜਾਣਾ। ਆ ਪਿਛਲੇ ਤੋਂ ਪਿਛਲੇ ਹਫ਼ਤੇ ਦਾਸ ਕਿਸੇ ਪਰਿਵਾਰ ਕੋਲ ਗਿਆ ਸੀ, ਘਰ ਬਿਲਕੁਲ ਖਾਲੀ ਪਿਆ ਸੀ ਤੇ ਘਰ ਵਿੱਚ ਕੋਈ ਵੀ ਮੈਂਬਰ ਨਹੀਂ ਸੀ। ਕਿਉਂ? ਬੱਚਿਆਂ ਨੇ ਮਲਟੀਕਲਚਰ ਵਿਆਹ ਕਰਾਏ ਤੇ ਸਾਧ ਸੰਗਤ ਘਰੋਂ ਵੀ ਜਾਂਦੇ ਰਹੇ। ਘਰ ਵਿੱਚ ਬਜ਼ੁਰਗ ਇਕੱਲਾ ਹੀ ਬੈਠਾ ਸੀ। ਇਹ ਕਿਸੇ ਦੀ ਘਰ ਦੀ ਕਹਾਣੀ ਸੁਣਾ ਰਿਹਾ ਦਾਸ। ਖਿਆਲ ਰੱਖਿਓ ਕਿਤੇ ਮੇਰੇ ਘਰ ਦੀ ਨਾ ਬਣ ਜਾਵੇ। ਜੇ ਵਾਕਈ ਚਾਹੁੰਦੇ ਹੋ ਤੇ ਗੁਰਸਿੱਖੀ ਤੇ ਉੱਪਰ ਸਾਧ ਸੰਗਤ ਹੋਰ ਕੋਈ ਖੇਡ ਨਹੀਂ। ਜਿੰਨੀ ਮਰਜ਼ੀ ਇਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾ ਦਿਓ, ਜਿਹੜਾ ਅਸਲੀ ਗਿਆਨ ਮਿਲਣਾ ਗੁਰੂ ਤੋਂ ਮਿਲਣਾ, ਜਿੱਥੇ ਤੁਹਾਡੀ ਅੰਸ ਬੰਸ ਬਚ ਕੇ ਰਹੂਗੀ। ਜੇ ਇਸ ਕਿੱਲੇ ਨਾਲ ਜੁੜ ਗਏ ਨਾ ਤੇ ਸਾਧ ਸੰਗਤ ਬਚੇ ਵੀ ਰਹੋਗੇ ਤੇ ਤਰ ਵੀ ਜਾਵੋਗੇ। ਗੁਰੂ ਕਿੰਨਾ ਪਿਆਰ ਕਰ ਰਿਹਾ ਹੈ ਕਿ ਗੁਰੂ ਰੁਮਾਲ ਭੇਜ ਕੇ ਕਹਿ ਰਿਹਾ ਹੈ ਕਿ ਮੇਰੀ ਦਸਤਾਰ ਜਾਣਨ। ਤੇ ਫਿਰ ਕਹਿੰਦੇ ਜੀ ਹਟੋ ਪਿਛੇਰੇ ਮਿਲ ਕਰ ਮਿਲੋ। ਤੇ ਕਹਿੰਦੇ ਆ ਪਿੱਛੇ ਮੁੜ, ਆ ਗੁਰੂ ਨੂੰ ਮਿਲ, ਤੈਨੂੰ ਗੁਰੂ ਤੈਨੂੰ ਖੜਾ ਉਡੀਕ ਰਿਹਾ ਜੀ। ਇਸੀ ਬਾਤ ਮੈਂ ਲੱਖ ਨਿਜ ਭਲੋ। ਕਹਿੰਦੇ ਇਸ ਗੱਲ ਵਿੱਚ ਜਾਣ ਲੈ ਕਿ ਤੇਰਾ ਭਲਾ ਜੀ। ਰਾਮ ਸਿੰਘ ਬੋਲਿਓ ਮੈਂ ਜਾਣਾ। ਰਾਮ ਸਿੰਘ ਸਾਧ ਸੰਗ ਮੰਨ ਹੀ ਨਹੀਂ ਰਿਹਾ। ਇਹ ਸਾਧ ਸੰਗ ਸਾੜ ਸਤੀ ਹੁੰਦੀ ਹੈ ਜੀ। ਮਾਇਆ ਪੈਂਦੀ ਪਰਬਲ ਹੀ ਨਹੀਂ ਹੁੰਦੀ ਹੈ। ਸੋਚੋ ਸਾਰਾ ਜੀਵਨ ਸਾਰਾ ਦਿਨ ਭਰ ਆਪਾਂ ਰਾਤ ਨੂੰ ਘਰੇ ਰਹਿੰਦੇ ਹਾਂ, ਜਦੋਂ ਬਿੰਦ ਗੁਰੂ ਕੋਲੇ ਆਉਂਦੇ ਆ ਤੇ ਖਿੱਚਾਂ ਦੇਖ ਲਓ ਕਿੰਨੀ ਛੇਤੀ ਬਣੀਆਂ ਹੋਈਆਂ ਵੀ ਕਿਹੜਾ ਵੇਲਾ ਹੋਵੇ, ਸਮਾਪਤੀ ਹੋਵੇ ਤੇ ਘਰ ਨੂੰ ਚੱਲੀਏ। ਬਸ ਕਰਮ ਕਹੇ ਜੇ ਜਿੱਥੋਂ ਬਖਸ਼ਿਸ਼ ਮਿਲਣੀ ਹੈ ਉਥੋਂ ਭੱਜਣਾ ਚਾਹੁੰਦੇ। ਜਿੱਥੇ ਬੈਠ ਕੇ ਇੱਕ ਇੱਕ ਮਿੰਟ ਦਾ ਸਮਾਂ ਲੇਖੇ ਲੱਗ ਰਿਹਾ, ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟ ਜੋ ਕੀਨੀ ਸੋਲਾ। ਇੱਥੇ ਇੱਕ ਇੱਕ ਸਾਧ ਸੰਗਤ ਸੈਕਿੰਡ ਬੈਠੇ ਦਾ ਵੀ ਲਾਭ ਹੈ। ਇੱਕ ਇੱਕ ਸੈਕਿੰਡ ਬੈਠੇ ਆ ਤੇ ਲੱਖਾਂ ਤੇ ਕਰੋੜਾਂ ਸਾਧ ਸੰਗਤ ਪਾਪ ਕੱਟੇ ਜਾਂਦੇ। ਤੇ ਉਧਰ ਘਰੇ ਜਾਓ, ਵਕਾਰ ਫੁਰਨੇ, ਕਿਤੇ ਕੋਈ ਬੰਦਗੀ ਨਹੀਂ ਹੋ ਰਹੀ ਤੇ ਸਾਧ ਸੰਗਤ ਸੋਚ ਲਓ ਹਰ ਪਲ ਲੇਖਾ ਬਣ ਰਿਹਾ ਉੱਥੇ। ਰਾਮ ਸਿੰਘ ਦਾ ਮਹਾਰਾਜ ਲੇਖਾ ਕੱਟਣਾ ਚਾਹੁੰਦੇ ਆ, ਪਰ ਰਾਮ ਸਿੰਘ ਲੇਖਾ ਬਣਾਉਣਾ ਚਾਹੁੰਦਾ। ਮਹਾਰਾਜ ਤਾਰਨਾ ਚਾਹੁੰਦੇ ਆ ਤੇ ਕਰੇ ਕੀ? ਘਰ ਮੈਂ ਠਾਕੁਰ ਨਜ਼ਰ ਨਾ ਆਵੇ।
ਸਾਹਮਣੇ ਗੁਰੂ ਸਾਹਿਬ ਨੇ ਨੇੜੇ। ਅਸੀਂ ਅੱਜ ਤਰਸ ਰਹੇ ਹਾਂ ਕਿ ਕਿਹੜਾ ਉਹ ਸਮਾਂ ਬਣੇ ਕਿ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ। ਕਿਹੜਾ ਉਹ ਸਮਾਂ ਬਣੇ ਕਿ ਸਾਡਾ ਪਾਰ ਉਤਾਰਾ ਹੋਵੇ ਜੀ। ਹਟਿਓ ਨਾ ਜੈ ਨਿਸ਼ਚੈ ਮਨਾ। ਕਹਿੰਦੇ ਗੱਲ ਪੱਕੀ ਮੰਨ ਲੈ ਕਿ ਪਿੱਛੇ ਨਹੀਂ ਤੂੰ ਜਾਣਾ ਤੇ ਗੁਰੂ ਕੋਲੇ ਜਾ। ਪਰ ਸਾਧ ਸੰਗਤ ਉਹ ਮੰਨਦਾ ਨਹੀਂ। ਉਹ ਆਪਦਾ ਨਿਸ਼ਚਾ ਬਣਾਏ ਬੈਠਾ ਕਿ ਮੈਂ ਆਪਦੇ ਘਰ ਜਾਣਾ ਤੇ ਮਾਇਆ 'ਚ ਡੁੱਬਣਾ ਜੀ। ਦੱਖਣ ਦੂਰ ਦੇਸ਼ ਹਮ ਘਰ ਤੇ। ਅੱਗੋਂ ਕਹਿਣ ਲੱਗਾ ਰਾਮ ਸਿੰਘ, ਨਹੀਂ ਮੈਂ ਨਹੀਂ ਜਾਣਾ। ਕਿਉਂ? ਜਿਹੜਾ ਦੱਖਣ ਦੇਸ਼ ਜਿੱਥੇ ਪਾਤਸ਼ਾਹ ਜਾਣਾ ਚਾਹੁੰਦੇ ਅਬਚਲ ਨਗਰ ਵਿੱਚ, ਉਹ ਘਰ ਤੋਂ ਬਹੁਤ ਦੂਰ ਹੈ ਜੀ। ਹਾਨ ਲਾਭ ਸੁਧ ਕੋਏ ਨਾ ਕਰਤੇ। ਕਹਿੰਦੇ ਕੋਈ ਘਰ ਵਿੱਚ ਕੋਈ ਚੰਗੀ ਫਸਲ ਹੋ ਗਈ ਤੇ ਮੈਨੂੰ ਕੋਈ ਪਤਾ ਨਹੀਂ ਲੱਗੇਗਾ। ਕੋਈ ਘਰ ਵਿੱਚ ਜੰਮ ਪਿਆ, ਕੋਈ ਚੰਗਾ ਕੋਈ ਜੀ ਜੰਤ ਘਰ ਵਿੱਚ ਆਇਆ, ਕੋਈ ਲਵੇਰਾ ਆਇਆ ਤੇ ਮੈਨੂੰ ਪਤਾ ਨਹੀਂ ਲੱਗੇਗਾ। ਤੇ ਘਰ ਵਿੱਚ ਜੇ ਕੋਈ ਨੁਕਸਾਨ ਹੋ ਗਿਆ, ਜੇ ਕੋਈ ਹਾਨ ਹੋ ਗਿਆ, ਫਸਲਾਂ ਮਰ ਗਈਆਂ, ਕੋਈ ਹੋਰ ਮਰ ਗਿਆ ਘਰ ਦਾ ਪਰਿਵਾਰ ਦਾ, ਤੇ ਮੈਨੂੰ ਉਹ ਖਬਰ ਨਹੀਂ ਮਿਲੇਗੀ ਜੀ। ਹਮ ਤੇ ਤਿਆਗਿਓ ਜਾਏ ਨਾ ਸਦਨ। ਅੱਗੋਂ ਰਾਮ ਸਿੰਘ ਸਾਧ ਸੰਗਤ ਸਿੱਖ ਮੋੜ ਕੇ ਲੈ ਕੇ ਜਾਣਾ ਚਾਹੁੰਦਾ। ਗੁਰੂ ਸਾਹਿਬ ਉੱਤੇ ਖੜ ਕੇ ਉਡੀਕ ਰਹੇ ਨੇ। ਤੇ ਉਹ ਦੇਖ ਲਓ ਹੁਣ ਅੱਗੇ ਬੇਨਤੀ ਇੱਕ ਵਾਰੀ ਸਾਰੇ ਪੜੋ ਜੀ। ਹਮ ਤੇ ਤਿਆਗਿਓ ਜਾਏ ਨਾ ਸਦਨ। ਸਾਰੇ ਗੱਜ ਕੇ ਪੜੋ। ਇਹ ਕਿਸੇ ਦੀ ਨਹੀਂ, ਰਾਮ ਸਿੰਘ ਦੀ ਗੱਲ ਨਹੀਂ, ਇਹ ਸਾਡੀ ਗੱਲ ਚੱਲ ਰਹੀ ਆ। ਪੜੋ ਗੱਜ ਕੇ ਸਾਰੇ ਜੀ। ਹਮ ਤੇ ਤਿਆਗਿਓ ਜਾਏ ਨਾ ਸਦਨ। ਫੇਰ ਪੜੋ ਗੱਜ ਕੇ, ਹੱਥ ਜੋੜੋ ਕਿ ਮਹਾਰਾਜ ਤਰਸ ਕਰੋ ਕਿ ਅਸੀਂ ਮਹਾਰਾਜ ਇਸ ਮੋਹ ਦੀਆਂ ਫਾਈਆਂ ਤੋਂ ਛੁੱਟ ਜਾਈਏ। ਇਹ ਮੋਹ ਦੀਆਂ ਫਾਈਆਂ ਵਿੱਚ ਕਲੇਸ਼ ਆ, ਦੁੱਖ ਆ। ਸਾਧ ਸੰਗਤ ਬਰਕਤ ਨਹੀਂ ਹੈਗੀ। ਬਰਕਤ ਹੈਗੀ ਗੁਰੂ ਦੀ ਸ਼ਰਨ ਵਿੱਚ ਜੀ। ਹਮ ਤੇ ਤਿਆਗਿਓ ਜਾਏ ਨਾ ਸਦਨ। ਦੇਖ ਲਓ, ਇੱਕ ਤਾਂ ਤਿਆਗਿਆ ਵੀ ਨਹੀਂ ਜਾਂਦਾ, ਇੱਕ ਪੜਿਆ ਵੀ ਨਹੀਂ ਜਾਂਦਾ। ਜੇ ਪੜਿਆ ਜਾਂਦਾ ਤੇ ਬੋਲਿਆ ਨਹੀਂ ਜਾਂਦਾ। ਪੜੋ ਗੱਜ ਕੇ ਜੀ। ਹਮ ਤੇ ਤਿਆਗਿਓ ਜਾਏ ਨਾ ਸਦਨ। ਰਾਮ ਸਿੰਘ ਕਹਿੰਦਾ ਮੇਰੇ ਤੋਂ ਘਰ ਤਿਆਗਿਆ ਨਹੀਂ ਜਾ ਰਿਹਾ, ਮੋਹ ਵਿੱਚ ਫਸਿਆ ਜੀ, ਅੰਨਾ ਹੋਇਆ ਮੋਹ ਦਾ ਜੀ। ਲੱਗਿਓ ਨਾ ਜਾਏ ਗੁਰੂ ਕੇ ਬਦਨ। ਕਹਿੰਦੇ ਮੇਰੇ ਤੋਂ ਗੁਰੂ ਦੇ ਚਰਨਾਂ ਨਾਲ ਲੱਗਿਆ ਨਹੀਂ ਜਾਣਾ। ਗੁਰੂ ਤਾਰਨਾ ਚਾਹੁੰਦਾ। ਰਾਮ ਸਿੰਘ ਸਿੱਧਾ ਹੀ ਕਹਿ ਰਿਹਾ ਮੂਹਰੇ ਗੁਰੂ ਸਾਹਿਬ ਦਾ ਰਮਾਲ ਦਸਤਾਰ ਰੂਪ ਕਰਕੇ ਮਾਰੇ ਕਿਹਾ ਜਾਣੀ ਤੂੰ। ਕਹਿੰਦੇ ਮੇਰੇ ਤੋਂ ਗੁਰੂ ਦੇ ਚਰਨਾਂ ਨਾਲ ਹੁਣ ਹੋਰ ਨਹੀਂ ਲੱਗਿਆ ਜਾਣਾ ਜੀ। ਏਮ ਕਹੈ ਉਲੰਘ ਰੁਮਾਲ ਸਿਧਾਇਓ। ਤੇ ਸਾਧ ਸੰਗਤ ਦੇਖਦਿਆਂ ਕਲਗੀਧਰ ਪਾਤਸ਼ਾਹ ਦੀ ਉਹਦੀ ਬਖਸ਼ੇ ਰੂਪੀ ਰੁਮਾਲ ਸੀ, ਨਿੱਜ ਦਾ ਰੁਮਾਲ। ਮਹਾਰਾਜ ਨੇ ਕਿਹਾ ਸੀ ਦਸਤਾਰ ਕਰਕੇ ਜਾਣੀ। ਸਾਧ ਸੰਗਤ ਰਾਮ ਸਿੰਘ ਸਣੇ ਘੋੜੇ ਉੱਤੇ ਚੜਾਇਆ ਤੇ ਉੱਪਰ ਦੀ ਲੰਘ ਗਿਆ। ਸੋਚੋ ਸਮਾਂ ਕੀ ਬਣਿਆ ਹੋਇਆ। ਮੈਂ ਸੁਣੀ ਨਹੀਂ, ਅੱਖਾਂ ਨਾਲ ਦੇਖੀ ਗੱਲ ਕਹਿ ਰਿਹਾ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ। ਧੀ ਨੇ ਕਿਸੇ ਨੇ ਗਲਤੀ ਕੀਤੀ, ਅੱਖਾਂ ਨਾਲ ਦੇਖੀ ਗੱਲ ਕਹਿ ਰਿਹਾ ਦਾਸ ਕਿ ਪਿਓ ਨੇ ਦਾਸ ਸੁਣਦਾ ਹੁੰਦਾ ਸੀ ਵੀ ਐਂ ਹੋ ਜਾਂਦਾ। ਜਾਂ ਕਿਤੇ ਪੁਰਾਣਾ ਉਹ ਕਲਯੁਗੀ ਸਮਾਂ ਸੀ ਜਦੋਂ ਕਿਤੇ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ। ਪਰ ਆਪਦੀ ਅੱਖਾਂ ਨੇ ਸਾਹਮਣੇ ਦੇਖਿਆ ਕਿ ਪਿਓ ਨੇ ਪੱਗ ਲਾ ਕੇ ਤੇ ਧੀ ਦੇ ਪੈਰਾਂ ਤੇ ਰੱਖੀ ਕਿ ਤੂੰ ਮੇਰੀ ਇੱਜ਼ਤ ਰੱਖ ਲੈ। ਤੇ ਕੁੜੀ ਨੇ 2 ਅੱਖਰ ਅੰਗਰੇਜ਼ੀ ਦੇ ਬੋਲਦੇ ਆ, ਪੈਰਾਂ ਨੂੰ ਐਂ ਝਟਕਾ ਮਾਰਿਆ ਕਿ ਪਿਓ ਦੀ ਪੱਗ ਸੋਫੇ ਨੇ ਕੋਲੇ ਆ ਡਿੱਗੀ ਦੁਬਾਰਾ। ਇਧਰ ਕੌਣ ਹੈ? ਇੱਥੇ ਗੁਰੂ ਦੀ ਦਸਤਾਰ। ਮਤ ਸਾਧ ਸੰਗਤ ਮੈਲੀ ਹੋ ਚੁੱਕੀ ਹੈ, ਵਕਾਰੀ ਹੋ ਚੁੱਕੀ ਹੈ। ਜਦੋਂ ਸਾਧ ਸੰਗਤ ਅੱਖਾਂ ਉੱਤੇ ਵਕਾਰ ਦਾ ਜਦੋਂ ਪਰਦਾ ਪੈਂਦਾ, ਮਾਇਆ ਪਰਬਲ ਹੁੰਦੀ ਹੈ ਤੇ ਸਾਹਮਣੇ ਗੁਰੂ ਦਿਸਦਾ ਨਹੀਂ। ਤੇ ਉੱਤੋਂ ਗੁਰੂ ਸਾਹਿਬ ਦਸਤਾਰ ਦੇ ਲੰਘ ਗਿਆ ਜੀ। ਡਾਲ ਮੂਲ ਇੱਕ ਬਾਰ ਨਸਾਇਓ। ਤੇ ਬਸ ਫਿਰ ਸਾਧ ਸੰਗਤ ਦੇਖਦਿਆਂ ਤੇ ਘੋੜਾ ਨਸਾਇਆ ਤੇ ਮੂਰਖ ਜਾਣਿਆ ਨਹੀਂ ਕਿ ਮੇਰੀਆਂ ਜੜਾਂ ਕਿੱਥੇ ਨੇ, ਮੇਰਾ ਭਲਾ ਕਿੱਥੋਂ ਹੋਣਾ ਜੀ। ਸਿੰਘ ਗਇਓ ਹਟ ਸਤਿਗੁਰ ਪਾਸ। ਤੇ ਸਾਧ ਸੰਗਤ ਉਹ ਸਿੱਖ ਬੜਾ ਉਦਾਸ ਹੋਇਆ ਦੇਖ ਕੇ ਵੀ ਇੰਨੀ ਖੋਟੀ ਮਤ ਵਾਲਾ ਸਿੱਖ ਇਹ ਦੇਖ ਕੇ। ਤੇ ਸਾਧ ਸੰਗਤ ਦੇਖੋ ਦੂਜੇ ਧਰਮਾਂ ਵਾਲੇ ਸਤਿਕਾਰ ਕਰਦੇ ਨੇ ਆ ਕੇ ਗੁਰੂ ਸਾਹਿਬ ਦਾ, ਰੱਬ ਕਰਕੇ ਜਾਣਦੇ ਨੇ। ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਪਟਨਾ ਸਾਹਿਬ 'ਚ ਤੇ ਅੱਜ ਸਜਦੇ ਉਧਰ ਨੂੰ ਹੋ ਰਹੇ ਨੇ। ਉਹਨਾਂ ਨੂੰ ਸਮਝ ਆ ਗਈ, ਇੰਨਾ ਸਮਾਂ ਨਾ ਰਹਿ ਕੇ ਵੀ ਨਹੀਂ ਸਮਝ ਆਈ। ਹੁਣ ਉਹ ਸਮਝ ਆਉਂਦੀ ਹੈ ਜਿਹੜੀ ਸਾਖੀ ਸੁਣਾਈ ਸੀ ਕਲਗੀਧਰ ਪਾਤਸ਼ਾਹ ਨੇ, ਖੀਰ ਵਾਲੀ ਤੇ ਦੁੱਧ ਦੀ ਖੀਰ ਵਾਲੀ।
ਆਹ ਦੇਖ ਲਓ ਹੁਣ ਕਿਹੜੀ ਖਾ ਰਹੇ ਨੇ ਜੀ। ਮੁਝ ਤੇ ਤਜਿਓ ਨਾ ਜਾਏ ਆਵਾਸ, ਕਹਿੰਦੇ ਮੈਂ ਆਪਦਾ ਘਰ ਨਹੀਂ ਛੱਡ ਸਕਦਾ ਜੀ। ਸੁਨ ਪ੍ਰਭ ਕੋ ਰਿਸ ਭਈ ਬਖਾਨ। ਮਹਾਰਾਜ ਨੇ ਹੁਣ ਸਾਧ ਸੰਗ ਫਿਰ ਹੁਣ ਵੀਰ ਰਸ ਆਉਣਾ ਹੀ ਸੀ। ਸਾਧ ਸੰਗ ਹੁਣ ਜਦੋਂ ਹੁਣ ਦੇਖੋ ਸਾਨੂੰ ਵੀ ਜੇ ਦੇਖੀਏ ਨਿੱਜੀ ਤੌਰ ਤੇ ਉਮਰਾਂ ਕਿੰਨੀਆਂ ਹੋ ਗਈਆਂ, ਕਈਆਂ ਦੀਆਂ 20 30 40 ਸਾਲ, ਕਈਆਂ 50 ਦੇ ਨੇੜੇ ਵੀ ਪਹੁੰਚਣ ਵਾਲੇ ਹੋ ਗਏ ਤੇ 50 ਤੋਂ ਉੱਪਰ ਵੀ ਟੱਪ ਗਏ ਨੇ। ਤੇ ਸਾਧ ਸੰਗਤ ਕਿੰਨੀ ਵਾਰ ਆਵਾਜ਼ਾਂ ਕੰਨਾਂ ਵਿੱਚ ਪਈਆਂ ਨੇ ਵੀ ਪੀਵੋ ਪੌਹਲ ਖੰਡੇ ਧਾਰ ਹੋਏ ਜਨਮ ਸੁਹਿਲਾ, ਕਿ ਤੁਹਾਡਾ ਜਿਹੜਾ ਜਨਮ ਸਫਲਾ ਹੋ ਜਾਵੇਗਾ। ਤੇ ਸਾਧ ਸੰਗਤ ਅਸੀਂ ਮੰਨਦੇ ਨਹੀਂ, ਅਸੀਂ ਜੁੜਦੇ ਨਹੀਂ। ਤੇ ਫਿਰ ਸਾਧ ਸੰਗਤ ਗੁਰੂ ਗੁੱਸੇ ਹੋਊਗਾ ਹੀ ਇੱਕ ਦਿਨ। ਸਮਾਂ ਫਿਰ ਦੇਖ ਲਓ ਆਪ ਜੀ ਕੀ ਬਣੇਗਾ। ਹੁਣ ਇੱਥੇ ਮਹਾਰਾਜ ਸਮਝਾ ਰਹੇ ਨੇ ਬਾਰ-ਬਾਰ, ਸਮਝਿਆ ਨਹੀਂ। ਜਦੋਂ ਆ ਕੇ ਹੁਣ ਖਬਰ ਦੱਸੀ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਵੀਰ ਰਸ ਵਿੱਚ ਆ ਗਏ ਨੇ ਜੀ। ਜੋ ਘਰ ਤਿਆਗ ਨਾ ਸਕੈ ਅਜਾਨ। ਇਹ ਜਿਹੜਾ ਮੂਰਖ ਅਜਾਨ ਜਿਹੜੇ ਘਰ ਨੂੰ ਉਹ ਤਿਆਗਣਾ ਨਹੀਂ ਚਾਹੁੰਦਾ ਸੀ ਜੀ। ਏਕ ਮਾਸ ਲਗ ਟੱਕਰ ਮਾਰਹਿ। ਮਹਾਰਾਜ ਕਹਿੰਦੇ 1 ਮਹੀਨਾ ਉਸੇ ਘਰ ਵਿੱਚ ਜਾ ਕੇ ਤੇ ਕੰਧਾਂ ਵਿੱਚ ਟੱਕਰਾਂ ਮਾਰੂਗਾ। ਹੁਣ ਪਾਗਲ ਹੋ ਜਾਵੇਗਾ, ਪਾਗਲ ਹੋ ਜਾਵੇਗਾ। ਕੰਧਾਂ ਵਿੱਚ ਸਿਰ ਮਾਰ ਮਾਰ ਕੇ ਤੇ ਹਾਂਜੀ ਪੁੰਨ ਤਿਸ ਘਰ ਕੋ ਤਿਆਗ ਸਿਧਾਰ ਹੈ। ਤੇ ਫਿਰ ਇਸ ਘਰ ਨੂੰ ਛੱਡ ਕੇ ਪੱਕੇ ਤੌਰ ਤੇ ਚਲਿਆ ਜਾਵੇਗਾ ਜੀ ਨਰਕਾਂ ਨੂੰ। ਡੱਲੇ ਸਹਿਤ ਜਿਤਕ ਭੱਜ ਗਏ। ਤੇ ਸਾਧ ਸੰਗਤ ਹੋਰ ਵੀ ਡੱਲਾ ਅਤੇ ਹੋਰ ਜਿਹੜੇ ਨਾਲ ਕਈਆਂ ਨੂੰ ਮੋੜ ਕੇ ਲੈ ਗਿਆ ਸੀ ਉਹ ਵੀ ਸਾਰੇ ਜੀ। ਸੋ ਜਮ ਨੇ ਤੂਰਨ ਗਹਿ ਲਏ। ਕਹਿੰਦੇ ਜਦੋਂ ਫਿਰ ਪਹੁੰਚੇ ਤੇ ਜਦੋਂ ਮਹਾਰਾਜ ਦਾ ਬਚਨ ਹੋ ਗਿਆ ਸੀ 1 ਮਹੀਨੇ ਵਿੱਚ ਖਤਮ ਹੋ ਜਾਣਗੇ ਸਾਰੇ ਇਹ। ਤੇ ਦੇਖਦਿਆਂ ਜਮਾਂ ਨੇ ਫਿਰ ਫੜ ਲਏ ਨੇ ਜੀ। ਜੋ ਹਮਕੋ ਇਤ ਛੋਰ ਸਿਧਾਏ। ਮਹਾਰਾਜ ਕਹਿੰਦੇ ਜਿਹੜੇ ਸਾਨੂੰ ਇੱਥੇ ਛੱਡ ਕੇ ਚਲੇ ਗਏ ਨੇ ਜੀ। ਉਤ ਉਨਕੋ ਜਮ ਗਹਿ ਸਹਸਾਏ। ਮਹਾਰਾਜ ਕਹਿੰਦੇ ਹੁਣ ਜਮ ਆ ਕੇ ਭੈ ਦੇਣਗੇ ਉਹਨਾਂ ਨੂੰ ਜੀ। ਇਮ ਦੇ ਸਰਾਪ ਚਲੇ ਪ੍ਰਭ ਆਗੇ। ਮਹਾਰਾਜ ਨੇ ਉੱਥੇ ਸ਼ਰਾਪ ਦੇ ਦਿੱਤਾ ਤੇ ਪਾਤਸ਼ਾਹ ਉਹ ਤੋਂ ਅੱਗੇ ਚਾਲੇ ਪਾਏ ਨੇ ਜੀ। ਹਟੇ ਸੋ ਸਗਰੇ ਆਪਦ ਪਾਗੇ। ਕਹਿੰਦੇ ਜਿਹੜੇ ਸਾਧ ਸੰਗਤ ਛੱਡ ਕੇ ਗਏ ਸਨ ਤੇ ਸਾਰੇ ਆਪਦਾ ਭਾਵ ਵਿਪਤਾ ਵਿੱਚ ਪੈ ਗਏ, ਦੁੱਖਾਂ ਵਿੱਚ ਪੈ ਗਏ ਜੀ। ਰਾਮ ਸਿੰਘ ਜਬ ਹਟ ਕਰ ਆਇਓ। ਤੇ ਸਾਧ ਸੰਗਤ ਜਦੋਂ ਰਾਮ ਸਿੰਘ ਉਥੋਂ ਮਹਾਰਾਜ ਜਿਹੜੇ ਰਮਾਲ ਦੇ ਉੱਪਰ ਲੰਘ ਕੇ ਜਦੋਂ ਘਰ ਨੂੰ ਵਾਪਸ ਆਇਆ ਜੀ। ਭਇਓ ਬਾਵਰਾ ਘਰ ਪ੍ਰਵੇਸ਼ਾਇਓ। ਵਾ ਘਰ ਵਿੱਚ ਸਾਧ ਸੰਗਤ ਵੜਦਿਆਂ ਘੋੜੇ ਤੋਂ ਉਤਰਦੇ ਸਾਧ ਸੰਗਤ ਦੇਖਦਿਆਂ ਘਰ ਦੇ ਅੱਗੇ ਤੇ ਪਾਗਲ ਹੋ ਗਿਆ ਇੱਕਦਮ। ਤੇ ਜਦੋਂ ਹੋਇਆ ਤੇ ਫਤਿਹ ਸਿੰਘ ਨੇ ਦੇਖਿਆ ਵੀ ਕਮਾਲ ਹੋ ਗਈ, ਪਿੱਛੋਂ ਚੰਗਾ ਭਲਾ ਆਇਆ ਤੇ ਇੱਕਦਮ ਦੇਖਦਿਆਂ ਹੱਥਾਂ ਦੇ ਵਿੱਚ ਹੀ ਪਾਗਲ ਹੋ ਗਏ। ਇਹਨੂੰ ਕੀ ਹੋ ਗਿਆ? ਤੇ ਗੱਲ ਸਮਝ ਗਿਆ ਇਹ ਗੁਰੂ ਕਨੀ ਪਿੱਠ ਕਰਕੇ ਆਇਆ। ਮਹਾਰਾਜ ਨੇ ਬਚਨ ਕੀਤੇ ਹੋਣਗੇ ਅਤਿਆਦਕ ਜੀ। ਫਤਿਹ ਸਿੰਘ ਨੇ ਆਨ ਉਤਾਰਾ। ਤੇ ਸਾਧ ਸੰਗਤ ਦੇਖਦਿਆਂ ਫਤਿਹ ਸਿੰਘ ਨੇ ਫੜ ਕੇ ਲਾਇਆ ਜੀ। ਪ੍ਰਵੇਸ਼ਿਓ ਆਪਣੇ ਸਦਨ ਮਝਾਰਾ। ਤੇ ਫੜ ਕੇ ਜਦੋਂ ਘਰ ਵਿੱਚ ਪ੍ਰਵੇਸ਼ ਕਰਾਇਆ ਰਾਮ ਸਿੰਘ ਨੂੰ ਜੀ। ਕੰਦਨ ਸੋ ਸਿਰ ਦੇ ਮਾਰ ਹੈ। ਬਸ ਸਾਧ ਸੰਗਤ ਹੁਣ ਰੁਕਦਾ ਹੀ ਨਹੀਂ। ਕਿਤੇ ਮਹਾਰਾਜ ਦਾਤ ਦੇ ਕੇ ਤੇ ਮੁਕਤੀ ਦੇ ਰਹੇ ਸਨ ਤੇ ਹੁਣ ਸਾਧ ਸੰਗਤ ਕੰਧਾਂ ਵਿੱਚ ਸਿਰ ਮਾਰਦਾ ਫਿਰਦਾ ਪਾਗਲ ਹੋ ਗਿਆ ਜੀ। ਘਰ ਕੋ ਸਭ ਗਹਿ ਹਟਕਾਰ ਹੈ। ਬਸ ਸਾਧ ਸੰਗਤ ਘਰ ਦੇ 2-3 ਮੈਂਬਰ ਸਾਰੀ ਦਿਹਾੜੀ ਫੜੀ ਰੱਖਦੇ ਉਹਨੂੰ, ਮਸਾਂ ਫੜ ਕੇ ਰੋਕਦੇ ਨੇ। ਕਈ ਵਾਰ ਵਿਚਾਰੇ ਥੋੜਾ ਆਰਾਮ ਕਰਦੇ ਨੇ ਤੇ ਉਦੋਂ ਹੀ ਪਤਾ ਲੱਗਦਾ ਰੌਲਾ ਪੈ ਜਾਂਦਾ। ਜਦੋਂ ਉੱਠ ਕੇ ਅੱਧੀ ਰਾਤ ਨੂੰ ਵੀ ਕੰਧਾਂ ਵਿੱਚ ਜਾ ਕੇ ਸਿਰ ਮਾਰਨ ਲੱਗ ਜਾਂਦਾ ਜੀ। ਉਤ ਡੱਲੇ ਪਰ ਅਪਦਾ ਪਰੀ। ਤੇ ਸਾਧ ਸੰਗਤ ਉਧਰੋਂ ਹੁਣ ਕਵੀ ਸੰਤੋਖ ਸਿੰਘ ਜੀ ਉਧਰਲਾ ਸਮਾਂ ਵੀ ਲਿਖ ਰਹੇ ਨੇ। ਕਹਿੰਦੇ ਉਧਰੋਂ ਰਾਮ ਸਿੰਘ ਦਾ ਤਾਂ ਇਹ ਹਾਲ ਹੋਇਆ 1 ਮਹੀਨਾ ਕੰਧਾਂ ਵਿੱਚ ਸਿਰ ਮਾਰਦਾ ਰਿਹਾ। ਘਰ ਦੇ ਪਰਿਵਾਰ ਦੇ ਮੈਂਬਰ ਫੜ ਕੇ ਰੱਖਦੇ ਨੇ। ਤੇ ਉਧਰ ਹੁਣ ਡੱਲੇ ਦੀ ਵੀ ਸੁਣੋ ਜੀ। ਉਤ ਡੱਲੇ ਪਰ ਅਪਦਾ ਪਰੀ। ਉਧਰੋਂ ਡੱਲੇ ਤੇ ਵੀ ਬੜਾ ਔਖਾ ਸਮਾਂ ਆਇਆ ਜੀ। ਭਇਓ ਰੋਗ ਤਨ ਹੋਏ ਜਰਜਰੀ। ਤੇ ਸਾਧ ਸੰਗ ਹੁਣ ਰੋਗ ਲੱਗਣਾ ਸੀ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਸਭੇ ਭਾਵ ਜਿਹੇ ਜੇ ਤਰ੍ਹਾਂ ਦੇ ਵੀ ਦੁਨੀਆ ਤੇ ਰੋਗ ਨੇ ਉਹ ਸਾਰੇ ਇੱਕ ਬੰਦੇ ਨੂੰ ਲੱਗ ਜਾਂਦੇ। ਹੁਣ ਡੱਲਾ ਆਇਆ ਸੀ ਮਹਾਰਾਜ ਕੋਲੋਂ ਭੱਜ ਕੇ, ਜਿਹੜੀਆਂ ਮਹਾਰਾਜ ਦੀਆਂ ਬਖਸ਼ਿਸ਼ਾਂ ਸੀ ਉੱਥੇ ਛੱਡਿਆ ਆਇਆ ਸੀ। ਅੱਗੇ ਹੁਣ ਰਾਮ ਸਿੰਘ ਹੁਣਾਂ ਦਾ ਵੀ ਦੇ ਨਾਲ ਦੇਖੋ ਕੀ ਬਣਿਆ। ਪਰ ਉਧਰੋਂ ਪਿਆਰ ਵਾਲੇ ਭਾਈ ਧਰਮ ਸਿੰਘ ਤੇ ਪਰਮ ਸਿੰਘ ਇੰਨਾ ਪਿਆਰ ਕਰਨਗੇ ਮਹਾਰਾਜ ਬਿਆਨ ਤੋਂ ਉਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਤੋਰਨਗੇ। ਉਹਨਾਂ ਨੂੰ ਜਾਣਾ ਚਾਹੁੰਦੇ ਮਹਾਰਾਜ ਮਸਾਂ ਮੋੜਨਗੇ, ਨਹੀਂ ਤੁਸੀਂ ਜਾਓ ਭਾਈ।
ਇਧਰੋਂ ਇਹ ਜਿਹੜੀ ਬਖਸ਼ਿਸ਼ ਸੀ ਛੱਡ ਕੇ ਆਏ, ਤੇ ਇੱਕ ਵਾਰ ਫੇਰ ਕਰੋ ਸਰਵਣ ਜੀ। ਭਇਓ ਰੋਗ ਤਨ ਹੋਏ ਜਰਜਰੀ, ਤੇ ਸਾਰਾ ਰੋਗ ਲੱਗਣ ਸਦਕਾ ਸਰੀਰ ਸਾਧ ਸੰਗ ਕਮਜ਼ੋਰ ਹੋ ਗਿਆ ਜੀ। ਅਪਰ ਜਿਤਕ ਤਜ ਤਜ ਗੁਰ ਆਏ, ਤੇ ਹੋਰ ਵੀ ਸਾਧ ਸੰਗਤ ਜਿਹੜੇ ਜਿਹੜੇ ਗੁਰੂ ਸਾਹਿਬ ਨੂੰ ਛੱਡ ਕੇ ਆਏ ਸਨ ਜੀ, ਸਭ ਕੋ ਸੰਕਟ ਲੀਨ ਦਬਾਏ। ਤੇ ਸਾਧ ਸੰਗਤ ਦੇਖਦੇ ਆ ਸਾਰਿਆਂ ਨੂੰ ਸਾਧ ਸੰਗਤ ਕਲੇਸ਼ ਨੇ, ਦੁੱਖਾਂ ਨੇ, ਤੇ ਸਾਧ ਸੰਗਤ ਵਿਘਨਾਂ ਨੇ ਦੱਬ ਲਿਆ ਜੀ। ਮਾਸ ਬਿਤਿਓ ਦੁਖ ਪਾਵਤ ਜਬੈ, ਬਸ ਸਾਧ ਸੰਗਤ ਦੇਖਦੇ ਆ 1 ਮਹੀਨਾ ਬੜੀ ਮੁਸ਼ਕਲ ਨਾਲ ਜਦੋਂ ਬਤੀਤ ਹੋਇਆ ਜੀ। ਰਾਮ ਸਿੰਘ ਤਨ ਤਿਆਗਿਓ ਤਬੈ, ਬਸ ਸਾਧ ਸੰਗਤ ਪਾਗਲ ਹੋਇਆ ਰਾਮ ਸਿੰਘ, ਕੰਧਾਂ ਵਿੱਚ ਸਿਰ ਮਾਰ ਮਾਰ ਕੇ ਸਿਰ ਪਾੜ ਲਏ ਨੇ। ਤੇ ਸਾਧ ਸੰਗਤ ਪਾਗਲ ਹੋਇਆ, 1 ਮਹੀਨੇ ਬਾਅਦ ਸਰੀਰ ਤਿਆਗ ਦਿੱਤਾ ਜੀ, ਤੇ ਗਿਆ ਨਰਕਾਂ ਨੂੰ ਜੀ। ਤਿਮਹੀ ਕੇਤਕ ਦਿਨ ਦੁਖ ਪਾਏ, ਤੇ ਇਉਂ ਕਰਕੇ ਤੇ ਬਹੁਤ ਦਿਨ ਦੁੱਖ ਪ੍ਰਾਪਤ ਕੀਤਾ ਜੀ, ਤੇ ਘਰਦਿਆਂ ਨੂੰ ਵੀ ਦਿੱਤਾ ਜੀ। ਡੱਲਾ ਮਰਿਓ ਹਿਰਦੇ ਪਛਤਾਏ, ਤੇ ਸਾਧ ਸੰਗਤ ਉਧਰ ਡੱਲਾ ਵੀ ਤੇ ਬਹੁਤ ਹਿਰਦੇ ਵਿੱਚ ਪਛਤਾਇਆ ਜੀ। ਚੜੀ ਧਾੜ ਪਰ ਲੂਟਨ ਆਈ, ਤੇ ਇੱਕ ਦਿਨ ਸਾਧ ਸੰਗਤ ਧਾੜ ਵੀ ਆ ਗਏ ਨੇ, ਤੇ ਡੱਲੇ ਉੱਥੇ ਉਸ ਨਗਰ ਦੇ ਉੱਤੇ ਉਹਨਾਂ ਨੇ ਹੱਲਾ ਕਰ ਦਿੱਤਾ ਲੁੱਟਣ ਵਾਸਤੇ ਜੀ। ਸੋਨ ਡੱਲੇ ਕੋ ਮਰਿਓ ਤਿਥਾਈ, ਤੇ ਸਾਧ ਸੰਗਤ ਜਦੋਂ ਡੱਲੇ ਨੇ ਸੁਣਿਆ ਕਿ ਇੰਨੇ ਲੋਕ ਜਿਹੜੇ ਹਥਿਆਰਬੰਦ ਆ ਗਏ ਨੇ, ਧਾੜ ਵੀ, ਤੇ ਮਾਰਨਗੇ ਤੇ ਲੁੱਟਣਗੇ, ਇਹ ਖਬਰ ਸੁਣ ਕੇ ਤੇ ਡੱਲਾ ਸਾਧ ਸੰਗਤ ਦਿਲ ਛੱਡ ਗਿਆ, ਤੇ ਮੌਤ ਹੋ ਗਈ ਜੀ। ਹੋਤੇ ਪੁੱਤਰ 2 ਖੇਲ ਸੋ ਪਾਗੇ, ਤੇ ਸਾਧ ਸੰਗਤ ਉਹਦੇ 2 ਪੋਤੇ ਸਨ। ਸਾਧ ਸੰਗਤ ਉਹ ਵੀ ਜਿਹੜੇ ਖੇਡ ਰਹੇ ਸਨ, ਅੱਗੇ ਭੱਜ ਰਹੇ ਸਨ ਜਿਹੜੇ ਜੀ। ਇਕਲੇ ਤਕਵਾ ਦੌੜਿਓ ਆਗੇ, ਤੇ ਸਾਧ ਸੰਗਤ ਤਕਲਾ ਹੁੰਦਾ ਜਿਹੜਾ ਸਾਧ ਸੰਗਤ ਜਦੋਂ ਚਰਖੇ ਦੇ ਅੱਗੇ ਲੱਗਦਾ, ਤੇ ਆਮ ਆਪਣੇ ਪ੍ਰਚਲਿਤ ਵੀ ਕਈ ਵਾਰ ਬੀਬੀਆਂ ਕਹਿੰਦੀਆਂ ਕੋਈ ਨਾ ਤੈਨੂੰ ਤਕਲੇ ਨੂੰ ਸਿੱਧਾ ਵੀ ਕਰ ਦਵਾਂਗੇ, ਭਾਵ ਉਹਨੂੰ ਬੜਾ ਸਿੱਧਾ ਕਰਕੇ ਰੱਖਣਾ ਪੈਂਦਾ, ਨਹੀਂ ਤਾਂ ਫਿਰ ਸੂਤ ਬਾਰ-ਬਾਰ ਟੁੱਟਦਾ ਰਹਿੰਦਾ ਸੀ। ਉਹ ਤਕਲਾ ਸਾਧ ਸੰਗਤ ਲੋਹੇ ਦਾ ਤੇ ਤਿੱਖਾ ਹੁੰਦਾ, ਤੇ ਦੋਨੇ ਪਾਸਿਓਂ, ਤੇ ਉਹ ਜਿਹੜਾ ਤਿੱਖਾ ਜਿਹੜਾ ਤਕੜਾ ਸਾਧ ਸੰਗਤ, ਉਹ ਬੱਚਾ ਜਿਹੜੇ ਦੋਨੇ ਮੁੰਡੇ, ਉਹਨਾਂ ਵਿੱਚੋਂ ਜਿਹੜਾ ਅੱਗੇ ਇੱਕ ਬੱਚਾ ਦੌੜ ਰਿਹਾ, ਤੇ ਉਹ ਹੱਥ ਵਿੱਚ ਫੜ ਕੇ ਭੱਜ ਰਿਹਾ ਜੀ। ਇੱਕ ਪਾਛੇ ਪਕਰਨ ਕੋ ਧਾਇਓ, ਤੇ ਇੱਕ ਤਕੜਾ ਇੱਕ ਦੇ ਹੱਥ ਵਿੱਚ ਫੜਿਆ ਹੋਇਆ। ਤੇ ਸਾਧ ਸੰਗਤ ਹੁਣ ਕਾਲ ਦਾ ਸਮਾਂ ਆ ਗਿਆ, ਜਿਹੜਾ ਮਹਾਰਾਜ ਦਾ ਬਚਨ ਹੋਇਆ, ਹੁਣ ਸਾਰੇ ਅੱਗੇ ਕੁੱਲ ਖਤਮ ਹੁੰਦੀ ਜਾ ਰਹੀ ਹੈ। ਤੇ ਸਾਧ ਸੰਗਤ ਜਦੋਂ ਪਿੱਛੋਂ ਜਿਹੜਾ ਦੂਜਾ ਬੱਚਾ ਜਿਹੜਾ ਉਹਨੂੰ ਤਕੜਾ ਉਹ ਕੋਲੋਂ ਖੋਹਣ ਵਾਸਤੇ ਮਗਰ ਭੱਜਿਆ ਜੀ। ਗਿਰਿਓ ਕਰੇਜਾ ਤਕਵੇ ਘਾਇਓ, ਬਸ ਸਾਧ ਸੰਗਤ ਛਾਤੀ ਪਾਰਨੇ ਡਿੱਗਿਆ, ਤੇ ਉਹ ਜਿਹੜਾ ਤਕੜਾ ਸੀ ਸਾਧ ਸੰਗਤ ਛਾਤੀ ਵਿੱਚ ਦੀ ਆਰ ਪਾਰ ਲੰਘ ਗਿਆ, ਕਲੇਜੇ ਵਿੱਚ ਦੀ ਲੰਘ ਗਿਆ, ਤੇ ਉਹ ਬੱਚਾ ਇੱਕ ਜਿਹੜਾ ਸੀ ਥਾਂ ਹੀ ਮੁੱਕ ਗਿਆ ਜੀ। ਦੁੱਤੀ ਸੀਤਲਾ ਤੇ ਮਰ ਗਇਓ, ਤੇ ਸਾਧ ਸੰਗਤ ਦੂਜੇ ਨੂੰ ਚੇਚਕੀ ਹੋ ਗਈ। ਆ ਕਈ ਮਾਤਾ ਮਾਤਾ ਕਰੀ ਜਾਂਦੇ ਹੁੰਦੇ, ਕਹਿੰਦੇ ਮਾਤਾ ਆ ਗਈ, ਮਾਂ ਕਿਸੇ ਨੂੰ ਬਾਪੂ ਨਹੀਂ ਆਉਂਦਾ ਕਿਸੇ ਨੂੰ। ਤੇ ਉਹ ਸਾਧ ਸੰਗਤ ਜਿਹੜਾ ਦੂਜਾ ਸੀ, ਉਹਨੂੰ ਚੇਚਕ ਦਾ ਰੋਗ ਲੱਗਿਆ, ਤੇ ਉਹਦੇ ਨਾਲ ਮਰਿਆ ਜੀ। ਇਮ ਸਭ ਬੰਸ ਬਿਨਾਸੀ ਭਇਓ, ਤੇ ਸਾਧ ਸੰਗਤ ਦੇਖਦੇ ਆ, ਤੇ ਸਾਧ ਸੰਗਤ ਉਹਦੀ ਸਾਰੀ ਜਿਹੜੀ ਵੰਸ਼ ਖਤਮ ਹੋ ਗਈ ਜੀ। ਜੋ ਜੋ ਭਾਜੇ ਬਿਨ ਬਚ ਮਾਨੇ, ਤੇ ਸਾਧ ਸੰਗਤ ਜਿਹੜੇ ਜਿਹੜੇ ਭੱਜੇ ਨੇ ਬਿਨਾਂ ਬਚਨ ਮੰਨਿਆ ਤੋਂ ਜੀ, ਸੰਕਟ ਪਾਏ ਸੋ ਤਤ ਸ਼ਿਨਹਾਨੇ। ਤੇ ਸਾਧ ਸੰਗਤ ਸਾਰਿਆਂ ਨੇ ਦੁੱਖ ਪਾਏ ਨੇ, ਤੇ ਸਾਰਿਆਂ ਦੀ ਮੌਤ ਫਿਰ ਹੋਈ ਜੀ। ਇਮ ਸਰਾਪਤ ਕਰ ਪ੍ਰਭੂ ਪਿਆਣੇ, ਤੇ ਇਉਂ ਜਿਹੜਾ ਉੱਥੇ ਸ਼ਰਾਬ ਦੇ ਕੇ ਤੇ ਪਾਸ਼ਾ ਨੇ ਅੱਗੇ ਚਾਲੇ ਪਾਏ ਨੇ ਜੀ। ਜਾਏ ਪਹੁੰਚੇ ਮਧੂ ਸਿੰਘਾਣੇ, ਹੁਣ ਅੱਗੇ ਜਿਹੜਾ ਸਾਧ ਸੰਗਤ ਨਗਰ ਆਇਆ, ਮਧੂ ਸਿੰਘਾਣਾ ਆਇਆ ਜੀ। ਕੋਸ ਅਸ਼ਟ 10 ਡੇਰਾ ਕੀਓ, ਤੇ ਮਹਾਰਾਜ ਕਹਿੰਦੇ ਭਾਈ ਹੁਣ ਆਪਾਂ ਇੱਥੋਂ ਚੱਲੀਏ ਅੱਗੇ। ਤੇ ਸਾਧ ਸੰਗਤ ਲੰਮਾ ਪੈਂਡਾ ਕਰਕੇ 18 ਕੋਹ ਸਾਧ ਸੰਗਤ ਚੱਲਦਿਆਂ ਅੱਗੇ ਪਹੁੰਚੇ ਨੇ ਜੀ ਮਧੂ ਸਿੰਘਾਣੇ ਜੀ। ਸੰਧਿਆ ਸਮੇਂ ਆਨ ਤਬ ਭਇਓ, ਤੇ ਸਾਧ ਸੰਗਤ ਉਦੋਂ ਉਸ ਸਮੇਂ ਜਦੋਂ ਪਹੁੰਚੇ 18 ਕੋਹ ਦਾ ਪੈਂਡਾ ਕੱਢਿਆ, ਤੇ ਸਾਧ ਸੰਗਤ ਸਮਾਂ ਫਿਰ ਕਾਫੀ ਹੋ ਗਿਆ, ਉਸ ਸਮੇਂ ਹਨੇਰਾ ਹੋ ਗਿਆ, ਕਾਫੀ ਸ਼ਾਮਾਂ ਪੈ ਗਈਆਂ। ਜਦੋਂ ਸਾਰੇ ਪਹੁੰਚੇ ਤੇ ਥੱਕੇ ਨੇ ਜੀ। ਸ੍ਰੀ ਗੁਰੂ ਮਨ ਮਹਿ ਇਮ ਠਹਿਰਾਈ, ਅੱਜ ਮਹਾਰਾਜ ਨੇ ਮਨ ਵਿੱਚ ਇੱਕ ਗੱਲ ਸੋਚੀ ਜੀ। ਪਰਮ ਸਿੰਘ ਜੇ ਦੋਨੋਂ ਭਾਈ, ਤੇ ਇਹ ਜਿਹੜੇ ਪਰਮ ਸਿੰਘ ਤੇ ਧਰਮ ਸਿੰਘ ਅੱਜ 18 ਕੋਹ ਦਾ ਪੈਂਡਾ ਤੈਅ ਕੀਤਾ। ਸਾਧ ਸੰਗਤ ਆਪ ਜੀ ਆਪ ਇਤਿਹਾਸ ਦੇ ਦਰਸ਼ਨ ਕਰ ਰਹੇ ਨਾਲ ਨਾਲ ਪ੍ਰੋਜੈਕਟਰ ਤੇ। 18 ਕੋਹ ਦਾ ਸਾਧ ਸੰਗਤ ਤੁਰ ਕੇ ਜਾਣਾ, ਉਹ ਘੋੜਿਆਂ ਤੇ ਨਹੀਂ ਚੜੇ, ਸਿਰਫ ਉਹਨਾਂ ਲਗਾਮਾਂ ਫੜੀਆਂ ਨੇ। ਤੇ ਕਿਤੇ ਸਮਾਂ ਬਣਦਾ ਤੇ ਘੋੜਿਆਂ ਦੇ ਦਰਸ਼ਨ ਕਰਕੇ ਵੀ ਵਿੱਚੋਂ ਮਹਾਰਾਜ ਦੇ ਚਾਹੁੰਦੇ ਨੇ। ਸ਼ਾਸਤਰਾਂ ਨੂੰ ਸੀਸ ਤੇ ਚੱਕਿਆ ਹੋਇਆ, ਤੇ ਨਾਲ ਨਾਲ ਸਾਧ ਸੰਗਤ ਹਰ ਸਮੇਂ ਜਿਹੜੇ ਨਗਰ ਪਹੁੰਚਦੇ ਨੇ ਤੇ ਕਲਗੀਧਰ ਪਾਤਸ਼ਾਹ ਵਾਸਤੇ ਪਲੰਘਾ ਤਿਆਰ ਕਰਦੇ। ਅੱਜ ਮਹਾਰਾਜ ਦੇ ਮਨ ਵਿੱਚ ਆਇਆ 18 ਕੋਹ ਦਾ ਪੈਂਡਾ ਤੈਅ ਕੀਤਾ,
ਅੱਜ ਜਿਹੜੇ ਭਾਈ ਧਰਮ ਸਿੰਘ ਤੇ ਪਰਮ ਸਿੰਘ ਦੋਨੇ ਭਰਾ ਨੇ, ਇਹ ਅੱਜ ਕਿਵੇਂ ਪਲੰਘਾਂ ਤਿਆਰ ਕਰਨਗੇ ਸਾਡੇ ਆਰਾਮ ਵਾਸਤੇ? ਉਹ ਕਿਵੇਂ ਛੇਤੀ ਛੇਤੀ ਬਣਾਉਣਗੇ ਜੀ? ਨਵੋ ਮੰਚ ਕਿਵੇਂ ਆਜ ਬਣਾਵੇ, ਤੇ ਨਵਾਂ ਅੱਜ ਮੰਚ ਭਾਵ ਪਲੰਘਾਂ ਕਿਵੇਂ ਤਿਆਰ ਕਰਨਗੇ ਜੀ? ਦੇਖ ਲਿਓ ਕਿਮ ਸਿਦਕ ਕਮਾਵੇ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਖਣਾ ਚਾਹੁੰਦੇ, ਮਹਾਰਾਜ ਕਹਿੰਦੇ ਦੇਖਦੇ ਆ ਬਈ ਅੱਜ ਇਹ ਦੋਨੇ ਭਰਾ ਸਿਦਕ ਕਿਵੇਂ ਕਮਾਉਣਗੇ ਜੀ? ਦਿਨ ਨਹਿ ਕਛੂ ਰਹਿਓ ਇਸ ਕਾਲ, ਹੁਣ ਤਾਂ ਕੋਈ ਦਿਨ ਵੀ ਨਹੀਂ ਰਿਹਾ, ਕਿਉਂ ਹਨੇਰਾ ਪੈ ਗਿਆ ਜੀ। ਆਜ ਨਾ ਬਨਹਿ ਕਿਸੂ ਬਿਦ ਨਾਲ, ਤੇ ਪਾਤਸ਼ਾਹ ਕਹਿੰਦੇ ਅੱਜ ਲੱਗਦਾ ਬਈ ਅੱਜ ਪਲੰਘਾਂ ਨਹੀਂ ਬਣਨਾ ਇਹਨਾਂ ਦੋਨਾਂ ਭਰਾਵਾਂ ਤੋਂ। ਪਰ ਉਹ ਜਿਹੜੇ ਮਹਾਰਾਜ ਦੇ ਦੇਖੋ ਗੁਰੂ ਪਰਖ ਵੀ ਰਿਹਾ, ਤੇ ਉਹ ਸਿੱਖ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ। ਅਸੀਂ ਆਪਦੀ ਸਿਆਣਪ ਦੇ ਨਾਲ, ਚਤਰਾਈ ਦੇ ਨਾਲ ਕੁਝ ਵੀ ਨਹੀਂ ਸਾਧ ਸੰਗ ਕਰ ਸਕਦੇ। ਇਹ ਖੇਡ ਵਰਤਾਉਂਦਾ ਗੁਰੂ। ਗੁਰੂ ਜਦੋਂ ਆਪਦੀ ਸੇਵਾ ਲੈਂਦਾ ਨਾ ਤੇ ਵਰਤਦਾ ਆਪ। ਆਪਾਂ ਦੇਖੀਏ, ਆਪਾਂ ਸਾਰੇ ਇੱਥੇ ਮਾਤੜਾ ਮਾਰੇ ਕਿਰਪਾ, ਕੋਈ ਏਡਾ ਕੋਈ ਬਹੁਤ ਅਮੀਰ ਨਹੀਂ। ਗੁਰੂ ਸਾਹਿਬ ਨੇ $7.5 ਲੱਖ ਤੁਹਾਡਾ ਇਕੱਠਾ ਕਰ ਦਿੱਤਾ ਤੁਹਾਡੇ ਵਾਸਤੇ। ਸੋਚੀਦਾ ਜੇ ਕਿਤੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਘਰਾਂ ਵਿੱਚ, ਕਹਿੰਦੇ ਭਾਈ ਲੱਖ ਦਾ ਠੀਕਰੀ ਨਹੀਂ ਇਕੱਠੀ ਹੁੰਦੀ, ਪਰ ਜਦੋਂ ਸਾਧ ਸੰਗ ਹੁੰਦਾ, ਗੁਰਪ੍ਰਸਾਦ ਜਦੋਂ ਹੁੰਦਾ ਹੈ ਗੁਰਪ੍ਰਸਾਦ, ਤੇ ਫੇਰ ਸਾਧ ਸੰਗਤ ਸਾਰੇ ਕਾਰਜ ਆਪੇ ਹੋਈ ਜਾਂਦੇ। ਇੱਕ ਵਾਰ ਫੇਰ ਕਰੋ ਸਰਵਣ ਜੀ। ਆਜ ਨਾ ਬਨਹਿ ਕਿਸੂ ਬਿਦ ਨਾਲ, ਕਹਿੰਦੇ ਲੱਗਦਾ ਵੀ ਅੱਜ ਕਿਸੇ ਵੀ ਵਿਧੀ ਦੇ ਨਾਲ ਪਲੰਘਾਂ ਨਹੀਂ ਤਿਆਰ ਹੋਵੇਗਾ ਜੀ। ਤਬ ਦਵੈ ਭਰਾਤਾ ਉਦਮ ਕੀਨ, ਪਰ ਉਹਨਾਂ ਨੇ ਗੁਰਪ੍ਰਸਾਦ ਕਰਕੇ, ਗੁਰੂ ਦੀ ਕਿਰਪਾ ਸਦਕਾ ਅਰਦਾਸ ਬੇਨਤੀ ਕਰਕੇ ਦੋਨਾਂ ਭਰਾਵਾਂ ਨੇ ਉਦਮ ਸਾਧ ਸੰਗਤ ਬੇਨਤੀ ਕਰਕੇ ਤੇ ਉਦਮ ਕੀਤਾ। ਮਹਾਰਾਜ ਨੇ ਬਖਸ਼ਿਸ਼ ਕੀਤੀ ਅੰਦਰੋਂ ਜੀ। ਦੋਏ ਦੁਛਾਂਗੇ ਬਾੜ ਸੋਲੀਨ, ਤੇ ਸਾਧ ਸੰਗਤ ਜਾਂਦਿਆਂ ਨੇ ਸਾਧ ਸੰਗਤ ਦਰਖਤ ਜਿਹੜਾ ਮੇਨ ਮੁੱਢ ਸੀਗਾ ਉਹ ਵੱਢ ਲਿਆ। ਉਹਦੇ ਵਿੱਚੋਂ ਸਾਧ ਸੰਗਤ ਖੱਬੇ ਤੇ ਸੱਜੇ ਦੋ ਟਹਿਣ ਜਾਂਦੇ ਸਨ, ਉਹਨਾਂ ਨੂੰ ਘੜ ਕੇ ਤੇ ਕੱਟ ਲਿਆ ਤੇ ਨਾਲ ਚੱਕੀ ਜਾਂਦੇ ਨੇ ਜੀ। ਗਾਡੇ ਜਹ ਪ੍ਰਭ ਸੁਪਤਨ ਥਾਨ, ਜਿੱਥੇ ਮਹਾਰਾਜ ਨੇ ਆਰਾਮ ਕਰਨਾ ਸੀ ਸਾਧ ਸੰਗਤ, ਉਸ ਸਥਾਨ ਤੇ ਦੇਖਦਿਆਂ ਤੇ ਸਾਧ ਅੱਖ ਝਮਕਦੇ ਜਿੰਨੇ ਸਮੇਂ ਦੇ ਵਿੱਚ ਜਲਦੀ ਉਹ ਜਿਹੜੇ ਦਸ਼ਾਂਗੇ ਸਨ ਤੇ ਕਿਰਤੀ ਸਿੱਖ ਭਰਾ ਨੇ, ਦੋਨੇ ਬੰਦਗੀ ਵਾਲੇ ਨੇ, ਤੇ ਸਾਧ ਸੰਗਤ ਦੇਖਦੇ ਆ ਉਹਨਾਂ ਨੇ ਦੋਨੇ ਦਸ਼ਾਂਦੇ ਜਿਹੜੇ ਸੀਗੇ ਗੱਡ ਦਿੱਤੇ ਜੀ। ਪੀਨ ਬੇਰ ਬੰਦੀ ਤਿੰਨ ਤਾਨ, ਦਸ਼ਾਂਗਾ ਹੁੰਦਾ ਸਾਧ ਸੰਗਤ ਜਿਵੇਂ ਆਪਾਂ ਗੁਲੇਲ ਚਲਾਉਂਦੇ ਆ, ਬੱਚਿਆਂ ਨੂੰ ਗੁਲੇਲ ਤੋਂ ਪਤਾ ਲੱਗ ਜਾਂਦਾ। ਜਿਵੇਂ ਗੁਲੇਲ ਪਾਸੇ ਜਿਵੇਂ ਆਪਾਂ ਹੱਥ ਹੋਵੇ ਤੇ ਹੱਥਾਂ ਵਿੱਚੋਂ ਆਪਾਂ ਅੰਗੂਠੇ ਦੀਆਂ ਨਾਲ ਦੀਆਂ ਦੋਨੇ ਉਂਗਲਾਂ ਖੋਲੀਏ ਪਾਸੇ ਨੂੰ, ਇਉਂ ਕਰਕੇ ਸਾਧ ਸੰਗਤ ਉਹ ਟਾਹਣੇ ਵਿੱਚੋਂ ਨਿਕਲੇ ਹੁੰਦੇ। ਉਹ ਜਿਹੜੇ ਦੋਨੇ ਟਾਹਣੇ ਫੇਰ ਲਾ ਪੜੋ ਜੀ। ਪੀਨ ਬੇਰ ਬੰਦੀ ਤਿੰਨ ਤਾਨ, ਤੇ ਸਾਧ ਸੰਗਤ ਉਹਦੇ ਨਾਲ ਸੱਚ ਵੱਡੇ ਬੇੜਾਂ ਬੰਨ ਦਿੱਤੀਆਂ, ਭਾਵ ਜੀ ਰੱਸੇ ਮੋਟੇ ਬੰਨੇ ਜੀ। ਮੰਚੇ ਕੀ ਬਿਦ ਬਨ ਕਰ ਤੁਰਤ, ਤੇ ਐ ਤੁਰੰਤ ਬਹੁਤ ਛੇਤੀ ਦੇਣੇ ਉਹ ਰੱਸੇ ਜਦੋਂ ਸਾਧ ਸੰਗਤ ਉਹਨਾਂ ਨੇ ਬੇੜੇ ਬੰਨੇ ਐਨ ਕੱਸ ਕੇ ਤੇ ਪੋਲਾ ਜੋ ਬਣਾ ਦਿੱਤਾ ਪੈਣ ਨੂੰ ਜੀ। ਉੱਪਰ ਡਾਰ ਬਸਤਰ ਗਨ ਫੁਰਤ, ਤੇ ਬਹੁਤ ਛੇਜਣੇ ਜਿਹੜੇ ਸੁੱਚੇ ਵਸਤਰ ਸਨ ਉਹ ਆ ਕੇ ਵਿਛਾਈ ਕਰ ਦਿੱਤੀ ਉੱਪਰ ਜੀ। ਨੀਕੇ ਕਰ ਗੁਦਗੁਦਾ ਸੁਧਾਰਿਓ, ਤੇ ਬਹੁਤ ਭੋਲਾ ਆ ਉਥੇ ਸਾਧ ਸੰਗਤ, ਕੱਪੜੇ ਉਹੋ ਜਿਹੇ ਪੋਲੇ ਵਿੱਚ ਦੇ ਕੇ, ਰੂੰ ਵਾਲੇ ਕੁਝ ਦੇ ਕੇ, ਤੇ ਸਾਧ ਸੰਗਤ ਗੁਦਗੁਦਾ ਕਰ ਦਿੱਤਾ, ਪੋਲਾ ਗੱਦਾ ਬਣਾ ਦਿੱਤਾ ਮਾਰੇ ਵਾਸਤੇ ਕਿ ਕਲਗੀਧਰ ਪਾਤਸ਼ਾਹ ਤੇ ਆਰਾਮ ਕਰਨ ਤੇ ਅਸੀਂ ਬਖਸ਼ਿਸ਼ ਦੇ ਪਾਤਰ ਬਣ ਸਕੀਏ ਜੀ। ਜਾਏ ਨਿਕਟ ਗੁਰ ਸੰਗ ਉਚਾਰਿਓ, ਤੇ ਬਸ ਉਹਦੇ ਗੁਰੂ ਸਾਹਿਬ ਦੇ ਕੋਲੇ ਚਲੇ ਗਏ ਤੇ ਬੇਨਤੀ ਕੀਤੀ ਜੀ। ਤਿਆਰ ਮੰਚ ਹੈ ਲੀਨ ਬਣਾਏ, ਮਹਾਰਾਜ ਆਪ ਜੀ ਦੀ ਕਿਰਪਾ ਸਦਕਾ, ਆਪ ਜੀ ਦੀ ਬਖਸ਼ਿਸ਼ ਸਦਕਾ ਬਹੁਤ ਸੋਹਣਾ ਆਪ ਜੀ ਵਾਸਤੇ ਪਲੰਘਾ ਤਿਆਰ ਕੀਤਾ ਤੇ ਆ ਕੇ ਸਜਣਾ ਕਰੋ ਜੀ। ਆਪ ਬਿਰਾਜ ਹੋ ਤਿਸ ਪਰ ਜਾਏ, ਮਹਾਰਾਜ ਸਾਡੀ ਬੇਨਤੀ ਹੈ ਆਪ ਜੀ ਆ ਕੇ ਤੇ ਬਿਰਾਜਮਾਨ ਹੋਵੋ ਜੀ। ਸੁਨ ਬਿਸਮੇ ਤਬ ਉੱਠ ਕਰ ਗਏ, ਮਹਾਰਾਜ ਹੈਰਾਨ ਹੋ ਗਏ ਵੀ ਇੰਨੀ ਛੇਤੀ ਬਣਾ ਲਿਆ। ਤੇ ਕਲਗੀਧਰ ਪਾਤਸ਼ਾਹ ਦੇਖਣ ਵਾਸਤੇ ਦੇਖੋ ਆਪ ਜਾਣੀ ਜਾਣ ਨੇ, ਤੇ ਦੇਖ ਲਓ ਅੰਤਰਜਾਮੀ ਬਾਲਾ ਭੋਲਾ, ਅੰਤਰਜਾਮੀ ਨੇ ਪਰ ਬਹੁਤ ਭੋਲੇ ਨੇ, ਪਤਾ ਸਾਰਾ ਕੁਛ ਸਾਡੀਆਂ ਸਾਰੀਆਂ ਅੰਦਰਲੀਆਂ ਜਾਣਦੇ ਨੇ, ਪਰ ਬਾਹਰੋਂ ਕਈ ਵਾਰ ਆਮ ਮਨੁੱਖ ਵਰਗੇ ਬਣ ਕੇ ਦਿਖਾਉਣ ਲੱਗ ਰੱਬ ਨੂੰ ਕਿਤੇ ਸਮਝਣਾ ਨਹੀਂ, ਕਿਸੇ ਦੇ ਵੀ ਕਿਹਾ ਨਹੀਂ ਜਾਂ ਕਹਿਣਾ ਕਿ ਸਾਡੇ ਵਰਗੇ ਸੀ। ਖੇਡ ਬਹੁਤ ਵੱਡੀ ਹੈ, ਤਨ ਪਾਉਣ ਦੀ ਆਮ ਲੱਗ ਰਿਹਾ, ਪਰ ਅੰਦਰ ਜਿਹੜੀ ਉਹ ਬਖਸ਼ਿਸ਼ ਵਰਤ ਰਹੀ ਹੈ
ਉਹ ਖੇਡ ਬੜੀ ਵੱਡੀ ਆ ਜੀ। ਹੋਏ ਅਰੂੜ ਪ੍ਰਭ ਬੈਠਤ ਭਏ। ਤੇ ਜਦੋਂ ਸਾਧ ਸੰਗਤ ਮਾਰੇ ਉੱਤੇ ਸਵਾਰ ਹੋ ਕੇ ਪਲੰਗੇ ਤੇ ਬੈਠ ਗਏ ਨੇ ਜੀ। ਦੇਖਨ ਹੇਤ ਤਰੈ ਕਰ ਪਾਇਓ। ਤੇ ਮਹਾਰਾਜ ਨੇ ਆਖਿਆ ਮੈਂ ਦੇਖਾ ਤਾਂ ਸੀ ਥੱਲੇ ਕੀ ਕੀ ਪਾਇਆ ਜੀ। ਕਿਮ ਇਨ ਬੁਨ ਕਰ ਨਯੋ ਬਣਾਇਓ। ਕਿਵੇਂ ਇਹਨਾਂ ਨੇ ਬਣ ਕੇ ਦੋਨਾਂ ਨੇ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਨੇ ਬਣਾਇਆ ਜੀ। ਬਾਹੀ ਕੇ ਥਲ ਮੋਟੀ ਬੇਰੇ। ਜਦੋਂ ਮਹਾਰਾਜ ਸਾਧ ਸੰਗਤ ਜੀ ਥੱਲੇ ਜੋ ਤੱਕਣਾ ਕੀਤਾ ਮੁੜ ਕੇ ਤੇ ਦੇਖਿਆ ਥੱਲੇ ਕਿ ਦਸ਼ਾਂਗੇ ਲਾਏ ਨੇ ਤੇ ਜਿੱਥੇ ਬਾਹੀਆਂ ਲੱਗਦੀਆਂ ਲੱਕੜ ਦੀਆਂ ਸਾਧ ਸੰਗਤ ਤੇ ਉੱਥੇ ਬੇੜੇ ਪਾਏ ਮੋਟੇ ਰੱਸੇ ਪਾ ਕੇ ਤੇ ਖਿੱਚਾਂ ਪਾ ਕੇ ਬੰਨੇ ਹੋਏ ਨੇ ਜੀ। ਪਾਵੇਂ ਥਾਨ ਦੁਸ਼ਾਂਗੇ ਹੇਰੇ। ਤੇ ਜਿਹੜੇ ਜਿੱਥੇ ਪਾਵੇ ਲੱਗਣੇ ਸਨ ਤੇ ਪਾਵਿਆਂ ਤੇ ਥਾਂ ਦੁਸ਼ਾਂਗੇ ਹੀ ਨੇ ਹਵਾ ਦੇ ਵਿੱਚ ਨੇ ਜੀ ਪਾਵੇ। ਪ੍ਰਭ ਪ੍ਰਸੰਨ ਹੋਏ ਬੁਲਵਾਏ। ਮਹਾਰਾਜ ਬਹੁਤ ਖੁਸ਼ ਹੋ ਕੇ ਮਾਰੇ ਕਹਿੰਦੇ ਬੁਲਾਓ ਵੀ ਦੋਨਾਂ ਭਰਾਵਾਂ ਨੂੰ ਜੀ। ਖੁਸ਼ੀ ਅਦਕ ਤਿਨ ਕੋ ਫਰਮਾਏ। ਗੁਰੂ ਸਾਹਿਬ ਉਹਨਾਂ ਦੀ ਸੇਵਾ ਦੇਖ ਕੇ ਇੰਨੇ ਖੁਸ਼ ਹੋਏ ਨੇ ਬਹੁਤ ਖੁਸ਼ ਹੋ ਕੇ ਤੇ ਪਾਤਸ਼ਾਹ ਨੇ ਮੁਖੋਂ ਬਚਨ ਕੀਤੇ ਨੇ ਜੀ। ਪੂਰਨ ਸਿੱਖੀ ਤੁਮਹੋ ਨਿਭਾਈ। ਮਹਾਰਾਜ ਕਹਿੰਦੇ ਤੁਸੀਂ ਆਹ ਜਿਹੜੀ ਸੇਵਾ ਕੀਤੀ ਆ ਨਾ ਤੁਸੀਂ ਕਿਹੜੀ ਨਿਭਾਈ ਆ ਜੀ। ਪੂਰਨ ਸਿੱਖੀ ਨਿਭਾਈ ਆ ਜੀ ਸੰਪੂਰਨ ਤੌਰ ਤੇ ਜੀ। ਅਬ ਹਟ ਜਾਹੋ ਬਸੋ ਘਰ ਮਾਹੀ। ਹੁਣ ਉਹ ਭੱਜ ਰਹੇ ਨੇ ਕਿਸੇ ਨੂੰ ਖੁਸ਼ ਹੋ ਕੇ ਮਾਰੇ ਆਪ ਕਹਿ ਰਹੇ ਨੇ ਜਾਓ ਭਾਈ ਸਿੱਖੋ ਜਾਓ ਜਾ ਕੇ ਨਗਰਾਂ 'ਚ ਵਸੋ ਤੇ ਜਿਹੜੇ ਜਾ ਕੇ ਤੇ ਭਾਈ ਸਿੱਖੀ ਦਾ ਪ੍ਰਚਾਰ ਕਰਿਓ। ਕਹਿੰਦੇ ਨਹੀਂ ਜਾਣਾ ਚਾਹੁੰਦੇ ਮਹਾਰਾਜ। ਸਾਧ ਸੰਗਤ ਫਿਰ ਦੇਖਦੇ ਆ ਮਹਾਰਾਜ ਨੇ ਫਿਰ ਬਚਨ ਕੀਤਾ। ਦੋਨਾਂ ਭਰਾਵਾਂ ਨੇ ਲੰਮੇ ਪੈ ਪੈ ਕੇ ਇਤਿਹਾਸ ਦੱਸਦਾ ਬੇਨਤੀਆਂ ਕੀਤੀਆਂ ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦੇ। ਪਾਤਸ਼ਾਹ ਕਹਿੰਦੇ ਸਾਡੀ ਖੁਸ਼ੀ ਆ ਤੁਹਾਡੇ ਤੇ ਜਾਓ ਭਾਈ ਤੁਸੀਂ ਆਪਦੇ ਨਗਰਾਂ 'ਚ ਜਾ ਕੇ ਵਸਣਾ ਕਰੋ ਜੀ। ਬਿਨਾ ਸ਼ਸਤਰ ਹੀ ਸ਼ਤਰਨ ਜੀਤੋ। ਮਹਾਰਾਜ ਕਹਿੰਦੇ ਕਿਤੇ ਜਾ ਕੇ ਤੁਹਾਨੂੰ ਸ਼ਾਸਤਰ ਨਹੀਂ ਚਲਾਉਣਾ ਪਵੇਗਾ। ਬਿਨਾ ਸ਼ਾਸਤਰ ਚਲਾਇਆ ਜਦੋਂ ਤੁਸੀਂ ਸੋਚੋਗੇ ਵੀ ਤੇ ਆਏ ਸ਼ਤਰੂ ਨੂੰ ਤੁਸੀਂ ਆਪ ਹੀ ਜਿੱਤ ਲਵੋਗੇ ਜੀ। ਕਿਸ ਤੇ ਚਿੰਤਾ ਹੋਏ ਨਾ ਭੀਤੋ। ਕਿਸੇ ਤਰ੍ਹਾਂ ਦੀ ਵੀ ਚਿੰਤਾ ਹਿਰਦੇ ਵਿੱਚ ਲਿਆਉਣੀ ਨਹੀਂ ਤੁਸੀਂ ਜੀ। ਇਮ ਕਹਿ ਕੀਨਸ ਖਾਨ ਰੋਪਾਨਾ। ਕਿਉਂ ਕਰਕੇ ਤੇ ਜਦੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਣਾ ਕੀਤਾ ਜੀ। ਸੁਪਤ ਜਥਾ ਸੁਖ ਕਿਰਪਾ ਨਿਧਾਨਾ। ਤੇ ਰਾਤ ਬਤੀਤ ਕੀਤੀ ਮਹਾਰਾਜ ਨੇ ਜੀ ਸੁਖਾਂ ਨਾਲ ਜੀ। ਬੜੀ ਪ੍ਰਾਤ ਉੱਠ ਸੋਚ ਇਸ਼ਨਾਨੇ। ਵੱਡੀ ਜਿਹੜੇ ਅੰਮ੍ਰਿਤ ਵੇਲਾ ਹੋਇਆ ਅੱਧੀ ਰਾਤ ਤੋਂ ਬਾਅਦ ਤੇ ਇਸ਼ਨਾਨ ਪਾਣੀ ਕੀਤਾ ਜੀ। ਸ਼ਸਤਰ ਬਸਤਰ ਤਨ ਧਰ ਸਵਧਾਨੇ। ਤੇ ਸਾਧ ਸੰਗਤ ਜਿਹੜਾ ਹੈਗਾ ਸਿੱਖ ਨੇ ਇਸ਼ਨਾਨ ਪਾਣੀ ਵੀ ਕਰਨਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਭੱਠਾ ਸਾਹਿਬ ਵਾਲੇ ਸਥਾਨ ਤੇ ਰੋਪੜ ਮਹਾਂਪੁਰਸ਼ਾਂ ਨੇ ਆ ਕੇ ਉੱਥੇ ਵੀ ਭਜਨ ਬੰਦਗੀ ਕੀਤੀ ਤੇ ਰੁਕੇ ਹੋਏ ਨੇ। ਅੰਮ੍ਰਿਤ ਵੇਲੇ ਦਾ 3 ਵਜੇ ਦਾ ਸਾਧ ਸੰਗਤ ਜੀ ਸਮਾਂ ਬਣਿਆ। ਕਿੰਨੇ ਵਜੇ ਦਾ ਜੀ 3 ਵਜੇ। 3 ਵਜੇ ਦਾ ਅੰਮ੍ਰਿਤ ਵੇਲੇ ਦਾ ਸਮਾਂ ਬਣਿਆ। ਮਹਾਂਪੁਰਸ਼ਾਂ ਦੇ ਨੇਤਰ ਖੁੱਲੇ ਨੇ ਇਸ਼ਨਾਨ ਕਰਨ ਵਾਸਤੇ ਚੱਲੇ ਨੇ। ਹਾਲੇ ਤੱਕ ਇਸ਼ਨਾਨ ਨਹੀਂ ਕੀਤਾ ਤੇ ਇੱਕਦਮ ਹੀ ਲੱਗਿਆ ਕਿ ਮੇਰੇ ਕੋਈ ਪਿੱਛੇ ਆ। ਕੋਈ ਪਿੱਛੇ ਮੁੜ ਕੇ ਦੇਖਦੇ ਆ ਤੇ ਕੋਈ ਲੁਕੀ ਜਾਂਦਾ ਉਹਨਾਂ ਨੂੰ। ਮਹਾਂਪੁਰਸ਼ਾਂ ਛੇੜ ਨੇ ਖੱਬੇ ਪਾਸੇ ਮੁੜਨਾ ਸ਼ੁਰੂ ਕੀਤਾ। ਉਹ ਫੇਰ ਪਿੱਛੇ ਲੁਕੀ ਜਾ ਰਹੇ। ਕਾਫੀ ਸਮਾਂ ਮਹਾਂਪੁਰਸ਼ ਆਏ ਪਿੱਛੇ ਮੁੜ ਮੁੜ ਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਕੌਣ ਮੇਰੇ ਪਿੱਛੇ। ਤੇ ਫੇਰ ਸਾਧ ਸੰਗਤ ਚੋਜੀ ਪ੍ਰੀਤਮ ਨਿਕਲੇ। ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਪਿਛਲੇ ਪਾਸੇ ਦੇਖ ਕੇ ਪਿਆਰ ਸਾਧੂ ਦਾ। ਕਲਗੀਧਰ ਪਾਤਸ਼ਾਹ ਨੇ ਬਾਹਾਂ ਖੋਲੀਆਂ ਆਪ ਛਾਤੀ ਨਾਲ ਲਾਉਣ ਲੱਗੇ ਨੇ ਤੇ ਮਹਾਂਪੁਰਸ਼ ਇੱਕਦਮ ਪਿੱਛੇ ਨੂੰ ਹੋਣ ਲੱਗੇ। ਕੀ ਗੱਲ ਭਾਈ? ਕਹਿੰਦੇ ਮਹਾਰਾਜ ਇਸ਼ਨਾਨ ਨਹੀਂ ਕੀਤਾ। ਮਹਾਰਾਜ ਕਹਿੰਦੇ ਤੂੰ ਆਈ ਪ੍ਰਵਾਨ। ਕਲਗੀਧਰ ਪਾਤਸ਼ਾਹ ਨੇ ਰੋਪੜ ਭੱਠਾ ਸਾਹਿਬ ਵਾਲੇ ਸਥਾਨ ਤੇ ਕਲਗੀਧਰ ਪਾਤਸ਼ਾਹ ਜਿੱਥੇ ਘੋੜੇ ਨੇ ਪੌੜ ਵੀ ਮਾਰੇ। ਆਪ ਜੀ ਨੂੰ ਪਤਾ ਹੋਵੇ ਇਤਿਹਾਸ। ਨਗਰ ਵਾਲਿਆਂ ਨੇ ਕਈਆਂ ਨੇ ਮੂਰਖਾਂ ਨੇ ਮਜ਼ਾਕ ਕਰਦੇ ਨੇ ਭੱਠੇ ਵਾਲੇ ਪਾਸੇ ਨੂੰ ਮਹਾਰਾਜ ਨੇ ਭੇਜ ਦਿੱਤਾ। ਉਸ ਸਥਾਨ ਤੇ ਕਲਗੀਧਰ ਪਾਤਸ਼ਾਹ ਨੇ ਗਲਵਕੜੀ ਚ ਲਿਆ ਮਹਾਂਪੁਰਸ਼ਾਂ ਨੂੰ। ਉਸ ਸਮੇਂ ਜੀ ਸ਼ਸਤਰ ਬਸਤਰ ਤਨ ਧਰ ਸਵਧਾਨੇ। ਤੇ ਸਾਰੇ ਕਹਿੰਦੇ ਮਾਰੇ ਕਹਿੰਦੇ ਭਾਈ ਆ ਜਿਹੜੇ ਸ਼ਸਤਰ ਵਾਸਤਰ ਨੇ ਧਾਰੋ ਹਾਂਜੀ ਤਨ ਤੇ ਜੀ। ਪਾਛੇ ਪਰਮ ਸਿੰਘ ਕੋ ਮੋਰੇ। ਤੇ ਜਦੋਂ ਮਹਾਰਾਜ ਨੇ ਸਾਧ ਸੰਗਤ ਉਧਰ ਵੀ ਵਚਨ ਕਰ ਰਹੇ ਨੇ ਆਪ ਵੀ ਮਹਾਰਾਜ ਨੇ ਤਿਆਰੇ ਕਰਾਏ ਨੇ ਤੇ ਅੱਗੇ ਚਾਲੇ ਪਾਉਣੇ ਨੇ ਜੀ। ਹੁਕਮ ਆ ਮੋਰ ਜਾਨ ਕਰ ਜੋਰੇ। ਤੇ ਸਾਧ ਸੰਗਤ ਉਹ ਦੋਨੇ ਭਰਾ ਫੇਰ ਹੱਥ ਜੋੜਦੇ ਨੇ। ਮਹਾਰਾਜ ਸਾਨੂੰ ਨਾ ਮੋੜੋ
ਅਸੀਂ ਆਪ ਜੀ ਦੇ ਨਾਲ ਅਖੀਰਲੇ ਸਮੇਂ ਤੱਕ ਅਸੀਂ ਰਹਿਣਾ ਚਾਹੁੰਦੇ ਹਾਂ, ਆਪ ਜੀ ਚਰਨਾਂ ਵਿੱਚ ਰਹਿਣਾ ਚਾਹੁੰਦੇ ਹਾਂ। ਪਰ ਕਲਗੀਧਰ ਪਾਤਸ਼ਾਹ ਕਹਿੰਦੇ ਜਾਓ ਤੁਸੀਂ ਵਾਪਸ ਆਪਦੇ ਨਗਰਾਂ ਵਿੱਚ ਵਸੋ ਜੀ। ਹਲਤ ਪਲਤ ਮਹਿ ਬਨੋ ਸਹਾਈ। ਤੇ ਕਲਗੀਧਰ ਪਾਤਸ਼ਾਹ ਨੇ ਕੀ ਬਚਨ ਕੀਤੇ ਨੇ? ਹਲਤ ਪਲਤ, ਲੋਕ ਤੇ ਪਰਲੋਕ ਚ ਮਾਰੇ ਕਹਿੰਦੇ ਤੁਹਾਡੇ ਅਸੀਂ ਸਹਾਈ ਹੋਵਾਂਗੇ ਜੀ। ਚਰਨ ਕਮਲ ਚਿਤ ਰੱਖੋ ਗੁਸਾਈ। ਬਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਦਾ ਚਰਨਾਂ ਵਿੱਚ ਧਿਆਨ ਲਾਈ ਰੱਖਣਾ ਜੀ। ਆਪਣੇ ਲਖ ਕਰ ਨਹਿਨ ਬਿਸਾਰੋ। ਬਸ ਕਹਿੰਦੇ ਤੁਹਾਨੂੰ ਆਪਣੇ ਜਾਣ ਕੇ ਦੇਖੋ ਬਖਸ਼ਿਸ਼ ਕਰ ਰਹੇ ਨੇ। ਤੇ ਕਲਗੀਧਰ ਪਾਤਸ਼ਾਹ ਪ੍ਰੇਮ ਦੇ ਕੇ ਤੇ ਫਿਰ ਧਰਮ ਸਿੰਘ ਤੇ ਪਰਮ ਸਿੰਘ ਭਰਾ ਦੋਨਾਂ ਨੂੰ ਤੇ ਵਾਪਸ ਭੇਜ ਰਹੇ ਨੇ ਘਰ ਨੂੰ ਜੀ। ਦਾਸਨ ਦਾਸ ਹੈ ਦਾਸ ਵਿਚਾਰੋ। ਬਸ ਆਪਦੇ ਮਨ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ, ਹਿਰਦੇ ਵਿੱਚ ਇੰਨੀ ਗਰੀਬੀ ਰੱਖਣੀ ਹੈ ਕਿ ਦਾਸਾਂ ਦਾ ਵੀ ਦਾਸ ਸਮਝਣਾ, ਜਿਹੜੇ ਸਾਡੇ ਦਾਸ ਨੇ ਉਹਨਾਂ ਦੇ ਵੀ ਦਾਸ ਬਣ ਕੇ ਰਹਿਣਾ ਹੈ। ਐ ਪ੍ਰੇਮ ਤੇ ਨਿਮਰਤਾ ਰੱਖਣੀ ਹਿਰਦੇ ਵਿੱਚ ਜੀ। ਏਮ ਕਰ ਬੰਧਨ ਕਰਤ ਪਿਆਨੇ। ਤੇ ਸਾਧ ਸੰਗਤ ਧਰਮ ਸਿੰਘ ਪਰਮ ਸਿੰਘ ਦੋਨਾਂ ਭਰਾਵਾਂ ਨੇ ਸਾਧ ਸੰਗਤ ਨਮਸਕਾਰ ਕੀਤੀ, ਘਰ ਵਿੱਚ ਵਾਪਸ ਚਲੇ ਗਏ। ਸਾਧ ਸੰਗਤ ਜਦੋਂ ਘਰੇ ਪਹੁੰਚੇ ਨੇ ਨਾ ਤੇ ਧਰਮ ਸਿੰਘ ਤੇ ਪਰਮ ਸਿੰਘ ਦੇ ਪਿਤਾ ਨੇ ਤੇ ਪੁੱਛਿਆ ਤੁਸੀਂ ਵਾਪਸ ਆ ਗਏ ਬਈ ਕੀ ਗੱਲ? ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਖੁਸ਼ੀਆਂ ਦੇ ਕੇ ਭੇਜ ਦਿੱਤਾ। ਕਹਿੰਦੇ ਮੈਂ ਨਹੀਂ ਮੰਨਦਾ, ਜਾਓ ਦੁਬਾਰਾ ਵਾਪਸ ਜਾਓ ਤੇ ਜੇ ਗੁਰੂ ਸਾਹਿਬ ਦੀ ਖੁਸ਼ੀ ਹੋਈ ਤੇ ਗੁਰੂ ਸਾਹਿਬ ਤੁਹਾਨੂੰ ਕੋਈ ਹੋਰ ਬਖਸ਼ਿਸ਼ ਦੇ ਕੇ ਵਾਪਸ ਭੇਜਣਗੇ। ਘਰ ਆਏ ਇਤਿਹਾਸ ਦੱਸਦਾ ਉੱਥੋਂ ਨਗਰ ਦਾ ਕਿ ਧਰਮ ਸਿੰਘ ਤੇ ਪਰਮ ਸਿੰਘ ਦੋਨਾਂ ਭਰਾਵਾਂ ਨੂੰ ਉਹਨਾਂ ਦੇ ਪਿਤਾ ਨੇ ਘਰੋਂ ਬਾਹਰ ਫੇਰ ਦੁਆਰਾ ਭੇਜ ਦਿੱਤਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ। ਦੋਨੇ ਭਰਾ ਪਹੁੰਚੇ ਕਲਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਫੇਰ ਆ ਗਏ ਬਈ? ਅੱਖਾਂ ਭਰੀਆਂ, ਕਹਿੰਦੇ ਸਾਡਾ ਦਿਲ ਵੀ ਨਹੀਂ ਲੱਗਦਾ ਪਾਤਸ਼ਾਹ, ਸਾਡਾ ਪਿਤਾ ਕਹਿੰਦਾ ਤੁਸੀਂ ਆਪ ਵਾਪਸ ਮੁੜ ਕੇ ਆ ਗਏ ਹੋਗੇ ਤੇ ਮਹਾਰਾਜ ਕਿਰਪਾ ਕਰੋ ਸਾਨੂੰ ਰੱਖ ਲਵੋ। ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਪਿਤਾ ਨੇ ਕਿਹਾ ਸੀ ਨਿਸ਼ਾਨੀ ਲੈ ਕੇ ਆਇਓ। ਮਹਾਰਾਜ ਕਹਿੰਦੇ ਜਾਓ ਤੁਸੀਂ ਦੋਨੇ ਕਿਰਤੀ ਸਿੱਖੋ, ਪ੍ਰਵਾਨ ਆ ਤੁਹਾਡੀ ਸੇਵਾ, ਪ੍ਰਵਾਨ ਹੈ ਤੁਹਾਡੀ ਕੁੱਲ ਦਾ ਉਧਾਰ ਹੋਇਆ। ਆਹ ਲੋ ਮਹਾਰਾਜ ਨੇ ਆਪਦੇ ਹੱਥ ਲਿਖ ਤੇ ਇੱਕ ਪੋਥੀ ਦਿੱਤੀ। ਸਾਧ ਸੰਗਤ ਕਲਗੀਧਰ ਪਾਤਸ਼ਾਹ ਨੇ ਹੱਥ ਲਿਖ ਪੋਥੀ ਦਿੱਤੀ ਜਿਹੜੀ ਕਿ ਅੱਜ ਵੀ ਉਸ ਪਰਿਵਾਰ ਕੋਲੇ। ਮਹਾਰਾਜ ਨੇ ਨਿਸ਼ਾਨੀ ਦੇ ਕੇ ਧਰਮ ਸਿੰਘ ਤੇ ਪਰਮ ਸਿੰਘ ਨੂੰ ਦੁਬਾਰਾ ਫੇਰ ਅਸੀਸਾਂ ਦਿੱਤੀਆਂ ਤੇ ਘਰ ਨੂੰ ਵਾਪਸ ਭੇਜਿਆ। ਸਾਧ ਜਿਹੜੇ ਚੱਲਦੇ ਮਹਾਰਾਜ ਦੇ ਭਾਣੇ ਵਿੱਚ, ਮਹਾਰਾਜ ਦੇ ਪ੍ਰੇਮ ਵਿੱਚ, ਸਾਧ ਸੰਗਤ ਆਪਦੀਆਂ ਕੁੱਲਾਂ ਦਾ ਵੀ ਉਧਾਰ ਕਰਾਉਂਦੇ ਨੇ। ਸਾਧ ਸੰਗਤ ਉਹਨਾਂ ਦੀਆਂ ਸਾਧ ਸੰਗਤ ਕੁੱਲਾਂ ਨਿਕਲੀਆਂ ਤਰਦੀਆਂ, ਉਹ ਆਪਦੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦੇ। ਸੰਗੀ ਸਾਥੀ ਸਗਲ ਤਰਾਈ, ਉਹ ਸੰਗੀਆਂ ਸਾਥੀਆਂ ਨੂੰ ਵੀ ਤਾਰ ਕੇ ਲੈ ਜਾਂਦੇ ਨੇ ਜੀ। ਏਮ ਕਰ ਬੰਧਨ ਕਰਤ ਪਿਆਨੇ। ਤੇ ਸਾਧ ਸੰਗਤ ਧਰਮ ਸਿੰਘ ਤੇ ਪਰਮ ਸਿੰਘ ਨੇ ਨਮਸਕਾਰ ਕੀਤੀ ਤੇ ਵਾਪਸ ਮੁੜੇ ਨੇ ਜੀ। ਹਿਰਦੇ ਰਾਖ ਸਤਿਗੁਰ ਕੋ ਧਿਆਨੇ। ਤੇ ਕਹਿੰਦੇ ਬਸ ਹਰ ਸਮੇਂ ਕਲਗੀਧਰ ਪਾਤਸ਼ਾਹ ਦੇ ਸਰੂਪ ਨੂੰ ਆਪਦੇ ਹਿਰਦੇ ਵਿੱਚ ਰੱਖਦੇ ਨੇ ਧਿਆਨ ਜੀ। ਮਧੂ ਸਿੰਘਾਣੇ ਪੁਰ ਤੇ ਡੇਰਾ। ਤੇ ਜਦੋਂ ਮਧੂ ਸਿੰਘਾਣੇ ਤੋਂ ਅੱਗੇ ਡੇਰਾ ਜੀ। ਪ੍ਰਭ ਜੀ ਕੂਚ ਕਰਿਓ ਤਿਸ ਬੇਰਾ। ਤੇ ਜਿਸ ਸਮੇਂ ਮਹਾਰਾਜ ਨੇ ਅੱਗੇ ਚਾਲਾ ਪਾਇਆ ਜੀ। ਹੈ ਅਰੂੜ ਕਰ ਪੰਥ ਪਿਆਨੇ। ਤੇ ਜਦੋਂ ਘੋੜਿਆਂ ਨੇ ਅੱਗੇ ਚਾਲੇ ਪਾਏ ਨੇ ਚੜ ਕੇ ਸਵਾਰ ਹੋ ਕੇ ਜੀ। ਪਿੱਛੇ ਸਿੰਘ ਬਹੀਰ ਸਿਧਾਨੇ। ਬਹੁਤ ਸਿੰਘਾਂ ਦੀ ਸਾਧ ਸੰਗਤ ਪਿੱਛੇ ਜਿਹੜੀ ਹੈ ਉਹਦੀ ਇਕੱਠ ਜਿਹੜਾ ਸਾਧ ਸੰਗਤ ਸਿੰਘਾਂ ਦਾ ਤੇ ਉਹ ਵੀ ਪਿੱਛੇ ਆ ਰਿਹਾ ਜੀ। ਕੋਸ ਅਸ਼ਟ 10 ਤਿਸ ਦਿਨ ਗਏ। ਤੇ 18 ਕੋ ਉਦਣ ਫੇਰ ਗਏ ਨੇ ਜੀ। ਪੁਸ਼ਕਰ ਤੀਰਥ ਆਵਤ ਭਏ। ਤੇ ਸਾਧ ਪੁਸ਼ਕਰ ਤੀਰਥ ਵਾਲੇ ਸਥਾਨ ਤੇ ਪਹੁੰਚੇ ਨੇ ਜੀ। ਉਤਰ ਪਰੇ ਤਹ ਸਿਵਰ ਲਗਾਇਓ। ਤੇ ਸਾਧ ਸੰਗਤ ਉੱਥੇ ਉਤਰ ਕੇ ਤੇ ਟਿਕਾਣਾ ਕੀਤਾ ਜੀ, ਤੰਬੂ ਲਾਏ ਨੇ ਜੀ। ਸਕਲ ਬਹੀਰ ਸ਼ਰਮਤ ਹੋਇ ਆਇਓ। ਤੇ ਜਿਹੜੇ ਸਾਰੇ ਜਿਹੜੇ ਆਏ ਸਨ ਪਿੱਛੇ ਜਿਹੜੇ ਚੱਲ ਕੇ ਆ ਰਹੇ ਸਨ ਬਹੁਤ ਥੱਕ ਗਏ ਨੇ ਜੀ। ਕਹਿਓ ਪ੍ਰਭੂ ਇਤ ਕਰੋ ਮੁਕਾਮੂ। ਕਹਿੰਦੇ ਮਾਰੇ ਹੁਣ ਇੱਥੇ ਆਰਾਮ ਕਰ ਲੋ, ਥੱਕ ਗਏ ਅਸੀਂ ਬਹੁਤ ਜੀ। ਸ਼ਰਮ ਨਿਰਵਾਰ ਲਿਹੋ ਬਿਸਰਾਮੂ। ਮਾਰੇ ਕਿਰਪਾ ਕਰੋ ਅਸੀਂ ਇੱਥੇ ਹੁਣ ਆਪਦੀ ਥਕਾਵਟ ਦੂਰ ਕਰ ਲਈਏ ਜੀ। ਬਸੇ ਨਿਸਾ ਮਹਿ ਖਾਨ ਰੋਪਾਨ। ਤੇ ਸਾਧ ਸੰਗਤ ਜਦੋਂ ਰਾਤ ਰੁਕੇ ਨੇ ਜਲ ਪਾਣੀ ਭੋਜਨ ਪਾਣੀ ਛਕਣਾ ਕੀਤਾ ਜੀ। ਭਏ ਪ੍ਰਾਤ ਕਰ ਸੌਚ ਇਸ਼ਨਾਨ। ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਜੀ। ਚੇਤਨ ਵਿਪਰ ਮਿਲਿਓ ਤਬ ਆਈ। ਤੇ ਸਾਧ ਸੰਗਤ ਬਣਿਆ ਤੇ ਚੇਤਨ ਜਿਹੜਾ ਸਾਧ ਸੰਗ ਪੰਡਤ ਸੀਗਾ ਉੱਥੋਂ ਦਾ ਰਹਿਣ ਵਾਲਾ ਆ ਕੇ ਉਹਨੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਜੀ। ਆਸ਼ੀਰਵਾਦ ਕਹਿਓ ਗੁਰਤਾਈ। ਤੇ ਸਾਧ ਸੰਗਤ ਉਹਨੇ ਆ ਕੇ ਗੁਰੂ ਸਾਹਿਬ ਨੂੰ ਆਸ਼ੀਰਵਾਦ ਦਿੱਤਾ ਜੀ। ਅਦਿਕ ਦਾਨ ਦੀਨੋ ਤਿਸ ਪਾਨ। ਤੇ ਉਹਨੇ ਆ ਕੇ ਸਾਧ ਸੰਗਤ ਜਦੋਂ ਕਿਹਾ ਆਸ਼ੀਰਵਾਦ ਭਾਵ ਕਿ ਗੁਰੂ ਦੇ ਉੱਤੇ ਕੋਈ ਹੱਥ ਨਹੀਂ ਰੱਖਿਆ, ਆਸ਼ੀਰਵਾਦ ਭਾਵ ਅਸੀਸਾਂ ਦਿੱਤੀਆਂ ਤੁਸੀਂ ਵੱਡੇ ਹੋ
ਗਰੀਬ ਬੰਦਾ ਆ ਕੇ ਹਮੇਸ਼ਾ ਅਮੀਰਾਂ ਨੂੰ ਅਸੀਸਾਂ ਦਿੰਦਾ ਤੇ ਉਵੇਂ ਫੇਰ ਜੀ ਅਦਕ ਦਾਨ ਦੀਨੋ ਤਿਸ ਪਾਨ। ਮਹਾਰਾਜ ਖੁਸ਼ ਹੋ ਗਏ ਨੇ ਸਾਧ ਸੰਗਤ। ਵਿਆਹ ਤੋਂ ਉਹਨੂੰ ਉਸ ਸਮੇਂ ਮਾਇਆ ਧਨ ਇਤਿਆਦਿਕ ਘੋੜੇ ਆਏ ਦੇਣਗੇ ਜੀ। ਪਟ ਸੂਖਮ ਦਿਨਾਰ ਕਿਕਾਨ। ਤੇ ਘੋੜੇ ਅਤੇ ਪਤਲਾ ਕੱਪੜਾ ਜੀ। ਸ੍ਰੀ ਬਾਬਾ ਨਾਨਕ ਜਹ ਥਿਰੇ। ਫਿਰ ਉਹਨਾਂ ਨੇ ਕੀ ਕਿਹਾ? ਕੌਣ ਆਏ ਸਨ? ਸ੍ਰੀ ਬਾਬਾ। ਭਾਵ ਦੱਸਿਆ ਇਸੇ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਚਰਨ ਪਾਏ ਸਨ ਜੀ। ਤਿਸੀ ਘਾਟ ਗੁਰ ਮੱਜਨ ਕਰੇ। ਤੇ ਸਾਧ ਸੰਗਤ ਦੱਸਿਆ ਸੀ ਇਸੇ ਸਥਾਨ ਦੇ ਉੱਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ, ਸ਼੍ਰੀ ਭਾਵ ਸ਼੍ਰੋਮਣੀ ਨੇ ਸਾਰਿਆਂ ਦੇ, ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਸਥਾਨ ਦੇ ਉੱਤੇ ਆ ਕੇ ਇਸ ਘਾਟ ਦੇ ਉੱਤੇ ਇਸ਼ਨਾਨ ਕੀਤਾ ਸੀ ਜੀ। ਤਹਾਂ ਬੈਠ ਕਰ ਸਿੰਘਨ ਸਾਥ। ਉਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਨਾਲ ਜੀ ਪੂਰਬ ਕੋ ਪ੍ਰਸੰਗ ਕਹੇ ਨਾਥ। ਮਹਾਰਾਜ ਨੇ ਸਾਰੇ ਬਚਨ ਦੱਸੇ ਵੀ ਜਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਆਏ ਸਨ ਕਿਵੇਂ ਕਿਵੇਂ ਚ ਵਿਚਾਰ ਗੋਸ਼ਟੀ ਹੋਈ ਸੀ, ਕਿਵੇਂ ਉਹ ਆਦੇਸ਼ ਕਹਿ ਰਹੇ ਸਨ ਜੀ। ਗਮਨਤ ਕਰਤੇ ਸਹਿਜ ਸੁਭਾਏ। ਤੇ ਇਉਂ ਕਰਕੇ ਮਹਾਰਾਜ ਜਦੋਂ ਚੱਲਦੇ ਅੱਗੇ ਜੀ ਸ੍ਰੀ ਬਾਬਾ ਜੀ ਬੈਠੇ ਆਏ। ਤੇ ਕਹਿੰਦੇ ਚੱਲਦੇ ਹੋਏ ਗੁਰੂ ਨਾਨਕ ਪਾਤਸ਼ਾਹ ਆ ਕੇ ਇੱਥੇ ਬੈਠੇ ਸਨ ਜੀ। ਗੋਰਖ ਲੀਏ ਸਿੱਧ ਸਮੁਦਾਈ। ਤੇ ਕਹਿੰਦੇ ਜਦੋਂ ਆ ਕੇ ਇੱਥੇ ਉਦੋਂ ਇੱਥੇ ਗੋਰਖ ਰਹਿੰਦੇ ਸਨ ਤੇ ਸਾਧ ਸੰਗਤ ਉਸ ਸਥਾਨ ਤੇ ਗੋਰਖ ਰਹਿੰਦੇ ਸਨ। ਮਹਾਰਾਜ ਦੇ ਨਾਲ ਆ ਕੇ ਵਿਚਾਰ ਜਿੱਥੇ ਆ ਕੇ ਚਰਚਾ ਕੀਤੀ ਸੀ ਜੀ। ਆਨ ਆਦੇਸ਼ ਅਲਾਈ। ਤੇ ਆਦੇਸ਼ ਬਾਬਾ ਆਦੇਸ਼ ਇਤਿਆਦਿਕ ਆ ਕੇ ਉਹਨਾਂ ਨੇ ਉਸ ਸਮੇਂ ਆ ਕੇ ਕਿਹਾ ਸੀ ਜੀ। ਚਰਚਾ ਕੁਸ਼ਕ ਜੋਗ ਕੀ ਕੀਨ। ਤੇ ਸਾਧ ਸੰਗਤ ਬੜੇ ਤਰ੍ਹਾਂ ਦੀਆਂ ਫਿਰ ਚਰਚਾ ਆ ਕੇ ਜੋਗ ਦੀਆਂ ਚਰਚਾ ਕੀਤੀਆਂ ਸਨ ਜੀ। ਜਥਾ ਜੋਗ ਤਬ ਉੱਤਰ ਦੀਨ। ਤੇ ਫਿਰ ਜਿਹੋ ਜਿਹਾ ਸਮਾਂ ਸੀ ਤੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉਵੇਂ ਬਚਨ ਤੇ ਜਵਾਬ ਦਿੱਤਾ ਸੀ ਜੀ। ਸੁਨ ਸਿੱਧ ਸਕਲ ਨਿਮੇ ਕਰ ਬੰਦ। ਤੇ ਫਿਰ ਜਦੋਂ ਸਾਰੇ ਬਚਨ ਸੁਣ ਲਏ, ਜਦੋਂ ਮਹਾਰਾਜ ਨੇ ਸਾਧ ਸੰਗਤ ਜੀ ਬਚਨ ਕੀਤੇ ਤੇ ਬਚਨ ਸੁਣਦਿਆਂ ਸਾਧ ਸੰਗਤ ਫਿਰ ਠੰਡੇ ਪੈ ਗਏ ਸਨ। ਨਮਸਕਾਰਾਂ ਕਰਕੇ ਤੇ ਸਤ ਕਹਿ ਕੇ ਤੇ ਜੁੜ ਗਏ ਸਨ ਜੀ। ਗੋਰਖ ਭਰਥਰ ਗੋਪੀ ਚੰਦ। ਤੇ ਇੱਥੇ ਕੌਣ ਕੌਣ ਸਨ? ਭਰਥਰ ਜੋਗੀ ਵੀ ਸੀ ਤੇ ਗੋਪੀ ਚੰਦ ਵਰਗੇ ਜੀ। ਮੰਗਲ ਆਦਿਕ ਸੁਜਾਸੇ ਉਚਾਰਾ। ਤੇ ਉੱਥੇ ਆ ਕੇ ਬਹੁਤ ਜਸ ਗਾਇਆ, ਮੰਗਲ ਗਾਏ, ਵਡਿਆਈ ਦੇ ਬਚਨ ਕੀਤੇ ਨੇ ਜੀ। ਸ੍ਰੀ ਬਾਬਾ ਤੁਮ ਧਨ ਉਦਾਰਾ। ਕੀ ਕਹਿ ਰਹੇ ਸਨ? ਆਪ ਜੀ ਵੀ 2-4 ਵਾਰ ਸਾਰੀ ਸੰਗਤ ਗੱਜ ਕੇ ਕਹੋ ਜੀ। ਸ੍ਰੀ ਬਾਬਾ ਤੁਮ ਧਨ ਉਦਾਰਾ। ਤੁਸੀਂ ਧੰਨੋ, ਸਾਰਿਆਂ ਦਾ ਪਾਰ ਤਾਰਾ ਕਰਨ ਵਾਲੇ, ਪੜੋ ਗੱਜ ਕੇ ਜੀ। ਸ੍ਰੀ ਬਾਬਾ ਤੁਮ ਧਨ ਉਦਾਰਾ। ਇਮ ਬੋਲਤ ਜਿਸ ਕਾਲ ਕਿਰਪਾਲਾ। ਜਿਸ ਸਮੇਂ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕੀਤੇ ਨੇ ਜੀ ਤਹਿ ਕੇ ਨਰ ਕਰ ਮੇਲ ਬਿਸਾਲਾ। ਤੇ ਕਹਿੰਦੇ ਜਦੋਂ ਫਿਰ ਬਹੁਤ ਸਾਰੇ ਹੋਰ ਵੀ ਆ ਕੇ ਉੱਥੇ ਜਦੋਂ ਸੰਗਤਾਂ ਜੁੜੀਆਂ ਨੇ, ਬਹੁਤ ਸਾਰੀ ਸੰਗਤਾਂ ਦੇ ਵਿੱਚ ਬਚਨ ਕੀਤਾ ਜੀ। ਵਿਪਰ ਬਨਕ ਤੇ ਆਦਿਕ ਜਾਲ। ਤੇ ਹੋਰ ਇਤਿਆਦਿਕ ਜਿਹੜੇ ਪੰਡਤ ਤੇ ਹੋਰ ਨਾਲ ਬਾਣੀਏ ਨੇ ਉਹ ਵੀ ਨਾਲ ਲੈ ਕੇ ਉਹਨਾਂ ਨੂੰ ਪਹੁੰਚੇ ਨੇ ਜੀ। ਚੱਲ ਆਏ ਚੇਤਨ ਦੇ ਜਨਾਲ। ਤੇ ਚੇਤਨ ਪੰਡਤ ਦੇ ਨਾਲ ਸਾਧ ਸੰਗਤ ਹੋਰ ਪੰਡਤ ਵੀ ਤੇ ਜਿਹੜੇ ਵਪਾਰੀ ਬਾਣੀਏ ਆ, ਬਣੀਏ ਕਹਿ ਦਿੰਦੇ ਜਿਨ੍ਹਾਂ ਨੂੰ ਆਪਾਂ, ਜਿਹੜੇ ਦੁਕਾਨਦਾਰੀ ਕਰਦੇ ਨੇ, ਉਹਨਾਂ ਨੂੰ ਨਾਲ ਲੈ ਕੇ ਜੀ ਘਰ ਘਰ ਨਮੋ ਪਰਵਾਰਤ ਬੈਠੇ। ਸਾਰੇ ਆ ਕੇ ਸਾਧ ਸੰਗਤ ਦੇਖਦੇ ਆ, ਨਮਸਕਾਰਾਂ ਕਰ ਕਰਕੇ ਤੇ ਬੈਠਣ ਲੱਗੇ ਨੇ ਜੀ। ਕੌਣ ਜਾਤ ਬੁਝਤ ਭੈ ਐਸੇ। ਇਹ ਕਿਹੜੀ ਜਾਤ? ਕੋਈ ਨਵੀਂ ਜਾਤ ਹੀ ਆ ਗਈ ਇਹ, ਅਸੀਂ ਕਿਤੇ ਦੇਖੇ ਨਹੀਂ। ਇਹਨਾਂ ਦੇ ਜੂੜੇ ਨੇ, ਦਮਾਲੇ ਸਜਾਏ ਨੇ, ਸ਼ਾਸਤਰ ਨੇ। ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ। ਕਹਿੰਦੇ ਸਿੰਘਾਂ ਨੇ ਜਾਤ ਗੋਤ ਕਿਹੜੀ ਆ ਜੀ? ਦੰਗਾ ਕਰਨੇ, ਭਾਵ ਜੰਗ ਜੁੱਧ ਲੜਨੀ। ਕਿਉਂ ਦੰਗਾ ਕਿਹ ਤੋਂ ਮੰਗਦੇ ਆ? ਦੰਗਾ ਸੋ ਸਤਿਗੁਰ ਤੇ ਮੰਗਾ। ਕਹਿੰਦੇ ਕਿਹ ਤੋਂ ਮੰਗਦੇ ਨੇ ਜੀ? ਸਤਿਗੁਰ ਤੇ। ਕਹਿੰਦੇ ਗੁਰੂ ਸਾਹਿਬ ਤੋਂ ਇਹੀ ਮੰਗਦੇ ਆ, ਮਹਾਰਾਜ ਕਿਰਪਾ ਕਰੋ ਸਾਨੂੰ ਜੰਗਾਂ ਜੁੱਧਾਂ ਚ ਲਾਈ ਦਿਓ, ਔਰ ਨਹੀਂ ਤਾਂ ਆਪਨ ਸੰਗਤ। ਕਹਿੰਦੇ ਜੇ ਹੋਰ ਨਾ ਕੁਝ ਬਣੇ, ਸਿੰਘ ਨੇ ਆਪਸ ਵਿੱਚ ਜੰਗ ਲੜਨ ਲੱਗ ਜਾਂਦੇ। ਕਿਉਂ? ਪਤਾ ਵੀ ਸ਼ਾਸਤਰ ਨਾ ਕਿਤੇ ਮੁੜ ਕੇ ਜੰਗ ਖਾ ਜਾਣ। ਸਮਾਂ ਬਣਿਆ ਮਹਾਰਾਜਾ ਰਣਜੀਤ ਸਿੰਘ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਸਥਾਨ ਤੇ ਸਨ। ਅੰਗਰੇਜ਼ ਅਫਸਰ ਕਹਿੰਦਾ ਮੈਂ ਮਿਲ ਕੇ ਆਉਣਾ ਚਾਹੁੰਦਾ। ਅੰਗਰੇਜ਼ ਅਫਸਰ ਸਾਧ ਸੰਗਤ ਜਿਸ ਸਮੇਂ ਪਹੁੰਚਿਆ ਨਾ ਉੱਥੇ, ਤੇ ਹਲੇ ਆ ਕੇ ਕੁਝ ਬੈਠਾ ਹੀ ਹਲੇ ਮਹਾਰਾਜਾ ਰਣਜੀਤ ਸਿੰਘ ਨੇ ਹਲੇ ਕੋਈ ਅੱਗੇ ਕੋਈ ਵਿਚਾਰ ਹਲੇ ਤੋਰੀ ਕੋਈ ਸ਼ੁਰੂ ਕਰ ਹੀ ਰਿਹਾ, ਤੇ ਇੰਨੇ ਚ ਇਹਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਲੱਗ ਗਈ। ਅੰਗਰੇਜ਼ ਡਰ ਗਿਆ। ਕਹਿੰਦੇ ਜੀ ਇਹ ਕੀ ਹੈ? ਕਹਿੰਦੇ ਇਹ ਸਿੰਘਾਂ ਦੇ ਖੁਸ਼ੇ ਨੇ। ਕਹਿੰਦੇ ਖੁਸ਼ੇ? ਕਹਿੰਦੇ ਜਦੋਂ ਹੀ ਮੌਤ 'ਚ ਆਉਂਦੇ ਫੇਰ ਮਾਰ ਦਿੰਦੇ।
ਕਹਿੰਦੇ ਜਦੋਂ ਜਦੋਂ ਇਹਨਾਂ ਦੇ ਫੈਰ ਮਾਰਦੇ ਤੇ ਮੈਨੂੰ ਔਕਾਤ ਯਾਦ ਆਉਂਦੀ ਹੈ। ਕਹਿੰਦੇ ਤੁਸੀਂ ਤਾਂ ਰਾਜੇ ਹੋ, ਤੁਸੀਂ ਤਾਂ ਹੁਕਮ ਕਰੋ ਇਹਨਾਂ ਬੰਦ ਕਰ ਦੇਵੋ। ਕਹਿੰਦੇ ਤੁਸੀਂ ਪੜ੍ਹਿਆ ਨਹੀਂ? ਕਹਿੰਦੇ ਮੈਂ ਲਿਖਦਾ ਕੀ ਹੁੰਦਾ? ਕਹਿੰਦੇ ਕੀ ਲਿਖਦੇ ਹੋ? ਕਹਿੰਦੇ ਮੈਂ ਲਿਖਦਾ ਸਰਕਾਰੇ ਖਾਲਸਾ। ਕਹਿੰਦੇ ਜਿਹੜੀ ਇਹ ਸਰਕਾਰ ਕਿਹਦੇ ਕਰਕੇ ਹੈ? ਖਾਲਸੇ ਕਰਕੇ ਆ। ਕਹਿੰਦੇ ਮੈਂ ਉਹਨਾਂ ਕਰਕੇ ਇੱਥੇ ਬੈਠਾ, ਮੇਰੇ ਕਰਕੇ ਨਹੀਂ ਉਹ ਬੈਠੇ। ਕਿਉਂ? ਸਾਧ ਸੰਗਤ, ਇਹ ਖਾਲਸੇ ਦੀ ਬਰਕਤ ਆ, ਆਪਦੇ ਆਪ 'ਚ ਕੋਈ ਵੱਡਾ ਨਹੀਂ। ਸਮਾਂ ਬਣਿਆ, ਸਿੰਘਾਂ ਨੇ ਕੋਈ ਢਲਿਆਈ ਕੀਤੀ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਵੀਰ ਰਸ ਵਿੱਚ ਆ ਗਏ। ਸਿੰਘਾਂ ਨੂੰ ਬਹੁਤ ਲੱਗੇ ਤਾੜ ਸਾਰਿਆਂ ਨੂੰ, ਤੁਸੀਂ ਐਂ ਕੀਤਾ, ਤੁਸੀਂ ਬਹੁਤ ਵਚਨ ਕਹਿ ਰਹੇ ਨੇ ਸਖਤੀ ਨਾਲ। ਤੇ ਉਸ ਸਮੇਂ ਬਾਬਾ ਠਾਕੁਰ ਸਿੰਘ ਜੀ ਵੀ ਨਾਲ ਸੇਵਾ ਵਿੱਚ ਸਨ। ਜਦੋਂ ਬਹੁਤ ਤਾੜ ਕੇ ਕਹਿਣ ਲੱਗੇ ਨਾ, ਤੇ ਅੱਗੋਂ ਕਹਿੰਦੇ ਬਾਬਾ ਜੀ ਤੁਸੀਂ ਉਧਰ ਚਲੇ ਜਾਵੋ, ਮੈਂ ਸਿੰਘਾਂ ਨੂੰ ਆਪੇ ਸਮਝਾ ਲੂੰ। ਕਹਿੰਦੇ ਮੈਂ ਚਲੇ ਜਾਵਾਂ? ਕਹਿੰਦੇ ਹਾਂ ਤੁਸੀਂ ਚਲੇ ਜਾਓ। ਕਹਿਣ ਦੀ ਦੇਰ ਸੀ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਮਹਾਂਪੁਰਸ਼ਾਂ ਮਨ ਵਿੱਚ ਰੋਸ ਆਇਆ। ਮਹਾਂਪੁਰਸ਼ ਸਾਰੇ ਸਿੰਘਾਂ ਨੂੰ ਛੱਡ ਕੇ, ਦਲ ਨੂੰ ਛੱਡ ਕੇ ਤੇ ਇਕੱਲੇ ਤੁਰ ਪਏ। ਤੁਰੇ ਜਾਂਦੇ ਨੇ ਤੇ ਸਾਧ ਸੰਗਤ ਦੇਖਦਿਆਂ ਦੇਖਦਿਆਂ ਨਗਰ ਟੱਪ ਗਏ। ਅਗਲਾ ਨਗਰ ਆਉਣ ਵਾਲਾ ਆ ਗਿਆ ਤੇ ਕੀ ਦੇਖਦੇ? ਇਕੱਲੇ ਤੁਰੇ ਜਾਂਦੇ ਆ। ਇਧਰੋਂ ਪਿੱਛੋਂ ਸਿੰਘਾਂ ਨੇ ਸੋਚਿਆ, ਮਹਾਂਪੁਰਸ਼ਾਂ ਨੇ ਸੋਚਿਆ, ਬਾਬਾ ਠਾਕਰ ਸਿੰਘ ਜੀ ਹੋਣਾ ਨੇ ਵੀ ਮਹਾਂਪੁਰਸ਼ ਚਲੇ ਗਏ, ਆਪਾਂ ਬੜਾ ਮਾੜਾ ਕੰਮ ਕੀਤਾ, ਆਪਣਾ ਉਹਨਾਂ ਤੋਂ ਬਗੈਰ ਦਿਲ ਨਹੀਂ ਲੱਗੇਗਾ, ਸਾਧੂ ਤੋਂ ਬਗੈਰ ਬਾਕੀ ਕੀ ਹੈ। ਤੇ ਸਾਰੇ ਕਹਿੰਦੇ ਚਲੋ ਚਲੀ, ਆਪਾਂ ਮਹਾਂਪੁਰਸ਼ਾਂ ਨੂੰ ਮਨਾ ਕੇ ਲੈ ਕੇ ਆਈ। ਸਾਧ ਸੰਗਤ ਜਦੋਂ ਮਨਾਉਣ ਵਾਸਤੇ ਨਾਲ ਬਾਬਾ ਠਾਕਰ ਸਿੰਘ ਜੀ, ਨਾਲ ਸਾਰੇ ਸਿੰਘ ਨੇ ਤੇ ਦੌੜ ਰਹੇ ਨੇ। ਪਿੱਛਾ ਪੁੱਛਦਿਆਂ ਪਛਾਉਂਦਿਆਂ ਉਸ ਜਗ੍ਹਾ ਤੇ ਪਹੁੰਚਣਾ ਚਾਹੁੰਦੇ ਨੇ ਜਿੱਥੇ ਮਹਾਂਪੁਰਸ਼ ਹੋਣ ਨੇ। ਤੇ ਉਧਰੋਂ ਸਾਧ ਸੰਗਤ ਮਹਾਂਪੁਰਸ਼ ਤੁਰੇ ਜਾਂਦੇ ਆ ਤੇ ਕੁਝ ਜ਼ਿਮੀਂਦਾਰ ਰਲ ਕੇ ਤੇ ਝੋਨਾ ਲਾ ਰਹੇ ਨੇ। ਇਕੱਲੇ ਤੁਰੇ ਜਾਂਦੇ ਦੇਖ ਕੇ ਕਹਿੰਦੇ ਆਹ ਸਾਹ ਚੰਗਾ ਭਲਾ ਤੁਰਿਆ ਜਾਂਦਾ, ਇਹਨੂੰ ਬੁਲਾਓ, ਇਹ ਝੋਨਾ ਦਾ ਲਵਾਓ, ਇਹ ਤੋਂ ਵਿਹਲੀਆਂ ਰੋਟੀਆਂ ਖਾਣ ਵਾਲਾ ਤੁਰਿਆ ਫਿਰਦਾ ਇਹ। ਅਤੇ ਆਦਿਕ ਜਦੋਂ ਉਹ ਅੱਗੋਂ ਬੋਲਦੇ, ਉਹ ਜਿਹੜੇ ਕਬੋਲ ਬੋਲੇ ਨੇ ਨਾ, ਮਹਾਂਪੁਰਸ਼ਾਂ ਨੂੰ ਸਿੰਘਾਂ ਦੀ ਯਾਦ ਆ ਗਈ। ਮਹਾਂਪੁਰਸ਼ ਕਹਿੰਦੇ ਉਹ ਜੇ ਸਾਰੇ ਸਿੰਘ ਨਾਲ ਹੁੰਦੇ ਤੇ ਇਹਨਾਂ ਨੇ ਆ ਕੇ ਪੈਰਾਂ 'ਚ ਡਿੱਗਣਾ ਸੀ। ਸਿੰਘ ਨਾਲ ਹੁੰਦੇ ਤੇ ਸਤਿਕਾਰ ਕਰਨਾ ਸੀ। ਜਿਹੜੀ ਮੇਰੀ ਸੋਭਾ ਮੇਰੇ ਕਰਕੇ ਨਹੀਂ, ਇਹਨਾਂ ਸਿੰਘਾਂ ਕਰਕੇ। ਇੰਨੇ ਚਿਰ ਨੂੰ ਸਿੰਘ ਪਹੁੰਚ ਗਏ। ਸਿੰਘ ਗੁਰੂ ਉਹਨਾਂ ਮਹਾਂਪੁਰਸ਼ਾਂ ਤੋਂ ਮਾਫੀ ਮੰਗਦੇ ਆ, ਮਹਾਂਪੁਰਸ਼ ਉਹਨਾਂ ਦੇ ਪੈਰਾਂ ਕੋਲ ਨਹੀਂ ਜਾਂਦੇ। ਕਹਿੰਦੇ ਨਹੀਂ ਭਾਈ, ਤੁਹਾਡੀ ਕਿਰਪਾ ਨਾਲ ਮੈਂ ਸਜਿਆ ਹੋਇਆ, ਤੁਹਾਡੀ ਕਿਰਪਾ ਨਾਲ ਹੀ ਆ। ਜੇ ਤੁਸੀਂ ਨਾ ਆਉਂਦੇ, ਇਹਨਾਂ ਫੜ ਕੇ ਜੱਟਾਂ ਨੇ ਮੇਰੇ ਤੋਂ ਝੋਨਾ ਲਵਾਉਣਾ ਸੀ ਅੱਜ। ਇਹ ਬੜੀਆਂ ਬਰਕਤਾਂ ਨੇ ਸਾਧ ਸੰਗਤ। ਮਹਾਰਾਜ ਰਣਜੀਤ ਸਿੰਘ ਕਹਿੰਦੇ ਇਹਨਾਂ ਨੂੰ ਮੈਂ ਰੋਕ ਨਹੀਂ ਸਕਦਾ, ਇਹਨਾਂ ਦੀਆਂ ਫੌਜਾਂ ਦੀਆਂ ਐਂ ਮੌਜਾਂ ਨੇ, ਇਹਨਾਂ ਦੇ ਖੁਸ਼ੇ ਨੇ, ਇਸੇ ਕਰਕੇ ਮੈਂ ਸਰਕਾਰੇ ਖਾਲਸਾ ਲਿਖਿਆ। ਕਿਤੇ ਵੀ ਸਿੰਘਾਂ ਦੇ ਨਾਲ ਕਿਤੇ ਵੀ ਨਹੀਂ ਐਂ ਕਰਨਾ, ਕੋਈ ਕਿਤੇ ਕਬੂਲ ਨਹੀਂ। ਜਿਸ ਸਮੇਂ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ ਵੀ ਸਿੰਘਾਂ ਨੂੰ ਕਿਤੇ ਤਾੜਿਆ ਕਰਦੇ ਤੇ ਇਕੱਲੇ ਕਰ ਲਿਆ ਕਰਦੇ ਸਾਰਿਆਂ ਨੂੰ। ਕਹਿੰਦੇ ਜੇ ਮੈਂ ਜੋ ਇਕੱਠੇ ਹੁੰਦੇ ਮੈਂ ਇਹਨਾਂ ਮੂਹਰੇ ਬੋਲ ਨਹੀਂ ਪਾਉਂਦਾ, ਇਕੱਲੇ ਕਰਕੇ ਮਹਾਂਪੁਰਸ਼ਾਂ ਨੂੰ ਤਾੜਿਆ ਕਰਨ। ਸਮਾਂ ਬਣਦਾ ਆਪ ਜੀ ਬੇਅੰਤ ਸਾਖੀਆਂ ਪਿਛਲੇ ਦਿਨ ਵੀ ਸੁਣਦੇ ਸੀ ਆਪ ਜੀ, ਕਿਵੇਂ ਬਾਬਾ ਨਾਨਕ ਸਿੰਘ ਵੀ ਤਾੜਿਆ ਕਰਦੇ। ਕਿਉਂ ਉਹ ਭਲਾ ਕਰਨਾ ਚਾਹੁੰਦੇ। ਰਾਗਾ ਸਿਉਂ ਹੁੰਦਾ ਸੀ ਮਹਾਂਪੁਰਸ਼ਾਂ ਕੋਲ, ਬੜਾ ਤਾੜ ਕੇ ਰੱਖਣਾ ਉਹਨੂੰ। ਜਦੋਂ ਬਾਬਾ ਨਾਨਕ ਸਿੰਘ ਨੇ ਤਾੜ ਕੇ ਰੱਖਣਾ ਤੇ ਇੱਕ ਦਿਨ ਸਮਾਂ ਬਣਿਆ, ਰਾਗਾ ਸਿਉਂ ਦੀਆਂ ਜੜ੍ਹਾਂ ਦੁਖਣ ਲੱਗ ਗਈਆਂ। ਉਮਰ ਦੇ ਹਿਸਾਬ ਨਾਲ ਦੰਦ ਕਢਾਉਣੇ ਸਨ। ਤੇ ਜਦੋਂ ਲੱਗੇ ਬੇਨਤੀ ਕਰਨ ਕਿ ਬਾਬਾ ਜੀ ਮੈਨੂੰ ਛੁੱਟੀ ਦੇਵੋ, ਮੈਂ ਜਾ ਕੇ ਆਪਦਾ ਜੜ੍ਹਾਂ ਦਾ ਇਲਾਜ ਹੀ ਕਰਾ ਲਵਾਂ। ਬਾਬਾ ਨਾਨਕ ਸਿੰਘ ਕਹਿੰਦੇ ਨਹੀਂ ਜਾਣਾ ਬਈ ਤੂੰ। ਤੇ ਜਗਰਾਮੀ ਜਾ ਕੇ ਨਾ ਡਾਕਟਰ ਨਾਲ ਗੱਲ ਕਰ ਲਈ ਵੀ ਤੂੰ ਆ ਕੇ ਮੈਨੂੰ ਛੁੱਟੀ ਦਵਾ ਦੇ। ਬਾਬਾ ਨਾਨਕ ਸਿੰਘ ਛੁੱਟੀ ਨਹੀਂ ਮਿਲਦੀ ਮੈਨੂੰ। ਜਦੋਂ ਆ ਕੇ ਕੀਤੀ ਬੇਨਤੀ, ਬਾਬਾ ਜੀ ਕਹਿੰਦੇ ਇਹਨੂੰ ਕੋਈ ਰਾਗਾ ਸਿਉਂ ਛੁੱਟੀ ਨਹੀਂ, ਇਹਨੇ ਕੀਰਤਨ ਹੀ ਕਰਨਾ ਬਸ। ਕਿਉਂ? ਜਿਹੜਾ ਕੀਰਤਨ ਕਰਦਾ ਸਾਧ ਸੰਗਤ, ਉਹ ਜਿਵੇਂ ਵੀ ਹੋਵੇ ਮਹਾਰਾਜ ਦੀ ਘਰ ਦੀ ਹਾਜ਼ਰੀ ਭਰੇ, ਉਹ ਦੁੱਖ ਦੇ ਵਿੱਚ ਵੀ ਬੜੀ ਵੱਡੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ। ਜਦੋਂ ਰਾਗਾ ਸਿਉਂ ਨੇ ਬੇਨਤੀ ਕੀਤੀ, ਬਾਬਾ ਨਾਨਕ ਸਿੰਘ ਨੇ ਜਦੋਂ ਫਿਰ ਡਾਕਟਰ ਦੇ ਕਹਿਣ ਤੇ ਬੇਨਤੀ ਕਰਨ ਤੇ ਛੁੱਟੀ ਨਾ ਦਿੱਤੀ, ਮਹੀਨਾ ਲੰਘ ਗਿਆ ਤੇ ਸਾਧ ਸੰਗਤ ਜਿਹੜੀਆਂ ਜੜ੍ਹਾਂ ਫੇਰ ਦੁਖਦੀਆਂ ਰਹੀਆਂ। ਜਦੋਂ ਫੇਰ ਆ ਕੇ ਬੇਨਤੀ ਦੁਬਾਰਾ ਡਾਕਟਰ ਨੂੰ ਕਰਕੇ ਕਰਵਾਈ ਬਾਬਾ ਨਾਨਕ ਸਿੰਘ ਨੂੰ, ਬਾਬਾ ਨਾਨਕ ਸਿੰਘ ਕਹਿੰਦੇ ਆਹ ਜਿਹੜਾ ਦੁੱਖ ਇੱਥੇ ਕੱਟ ਰਿਹਾ, ਇਹਦੇ ਨਾਲ ਇਹਦੇ ਅਸੀਂ ਲੋਕ ਤੇ ਪਰਲੋਕ ਦੇ ਦੁੱਖ ਮਿਟਾਈ ਜਾਂਦੇ। ਜੇ ਇਹਨੇ ਜੜ੍ਹਾਂ ਬਦਲਾ ਲਈਆਂ, ਇਹਨੂੰ ਆ ਕੇ ਅਗਲੇ ਜਨਮ 'ਚ ਲੇਖਾ ਦੇਣਾ ਪਵੇਗਾ। ਅਸੀਂ ਇਹਦਾ ਹੁਣੇ ਮੁਕਾ ਰਹੇ ਹਾਂ, ਦਿਨ ਥੋੜੇ ਰਹਿ ਗਏ ਤੇ ਇਹਨੇ ਵਾਪਸ ਜਾਣਾ, ਦੰਦ ਦੀ ਹੁਣ ਇਹਨੂੰ ਲੋੜ ਨਹੀਂ। ਤੇ ਥੋੜੇ ਦਿਨਾਂ ਵਿੱਚ ਰਾਗਾ ਸਿਉਂ ਨੇ ਫਿਰ ਸਰੀਰ ਤਿਆਗਿਆ। ਸਾਧ ਸੰਗਤ ਮਹਾਂਪੁਰਸ਼ਾਂ ਨੇ ਬਚਨਾਂ ਮੁਤਾਬਕ ਸੱਚਖੰਡ ਪਹੁੰਚੇ। ਖੇਡ ਵੱਡੀ ਹੁੰਦੀ ਹੈ,
ਇਹਦੇ ਵਿੱਚ ਬੜਾ ਭੇਤ ਹੁੰਦਾ। ਫੇਰ ਕਰੋ ਸਰਵਣ ਤੇ ਫਿਰ ਕਰੀਏ ਸਮਾਪਤੀ ਜੀ। ਕੌਣ ਜਾਤ ਬੂਝਤ ਭੈ ਐਸੇ, ਕਹਿੰਦੇ ਪੁੱਛਣ ਲੱਗੇ ਇਹਨਾਂ ਦੀ ਜਾਤ ਕਿਹੜੀ ਹੈ ਸਿੰਘਾਂ ਦੀ ਜੀ। ਸੰਗ ਆਪਕੇ ਕੇਸਨ ਧਾਰੀ। ਤੇ ਫਿਰ ਯਾਦ ਰੱਖਣਾ ਸਿੰਘਾਂ ਦੀ ਜਾਤ ਗੋਤ ਕਿਹੜੀ ਹੈ ਜੀ। ਦੰਗਾ ਤੁਹਾਡੀ ਇਹ ਕਰਦੇ ਰਹਿਣਾ ਫੌਜਾਂ ਨੇ ਜੰਗ ਜੀ। ਕਿਆ ਇਨ ਕੀ ਦੇਹੋ ਜਾਤ ਉਚਾਰੀ। ਤੇ ਇਹ ਵੀ ਗੱਲ ਆਪਸ ਵਿੱਚ ਵੀ ਲਾਉਣਾ ਥੋੜਾ ਝੁੱਟੀ ਜੀ। ਸੰਗ ਆਪਕੇ ਕੇਸਨ ਧਾਰੀ। ਫਿਰ ਪਿੱਛੇ ਪੜੋ ਪੰਕਤੀ ਦੋਨੇ ਜੀ। ਕੌਣ ਜਾਤ ਬੂਝਤ ਭੈ ਐਸੇ, ਦੱਸੋ ਇਹਨਾਂ ਸਿੰਘਾਂ ਦੀ ਕਿਹੜੀ ਜਾਤ ਹੈ ਜੀ। ਸੰਗ ਆਪਕੇ ਕੇਸਨ ਧਾਰੀ। ਉਹ ਦੱਸਿਆ ਨਾ ਕਹਿੰਦੇ ਜਾਤ ਕੌਣ ਇਹਨਾਂ ਦੀ। ਕਹਿੰਦੇ ਛਤਰੀ ਕੋ ਪੂਤ ਹੂੰ। ਕੌਣ ਆਪਾਂ ਜੀ। ਛਤਰੀ ਕੋ ਪੂਤ। ਛਤਰੀ ਆਪਾਂ ਕੌਣ ਹੈ ਜੀ। ਛਤਰੀ ਸਾਰੇ ਆਪਾਂ ਛਤਰੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ। ਫੇਰ ਪੜੋ ਗੱਜ ਕੇ ਜੀ। ਸੰਗ ਆਪਕੇ ਕੇਸਨ ਧਾਰੀ। ਕਹਿੰਦੇ ਤੁਹਾਡੇ ਨਾਲ ਆ ਸਾਰੇ ਕੇਸਾਂ ਧਾਰੀ ਨੇ। ਆ ਜਰੂਰ ਖਿਆਲ ਰੱਖਣਾ ਰੁੰਡ ਬਰੁੰਡ ਨਹੀਂ ਕੇਸ ਕਿਤੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜੇ ਸਿੱਖ ਦੀ ਬੇਅਦਬੀ ਕਰ ਕੋਈ ਜੋ ਕਰਦਾ ਤੇ ਉਹ ਸਾਧ ਸੰਗ ਸਿੱਖ ਦੇ ਦਾੜੇ ਕੇਸ ਨੂੰ ਖਿੱਚਦਾ, ਉਹਦੀ ਦਸਤਾਰ ਨੂੰ ਲਾਉਂਦਾ ਤੇ ਸਿੱਖ ਆਪ ਹੀ ਲਾਈ ਫਿਰਦਾ। ਕਿਤੇ ਵੀ ਜਾਣੇ ਅਣਜਾਣੇ ਚ ਆਪਦੀ ਬੇਅਦਬੀ ਆਪ ਨਹੀਂ ਕਰਨੀ। ਸਿੱਖ ਨੇ ਚੜ੍ਹਦੀ ਕਲਾ ਵਿੱਚ ਰਹਿਣਾ। ਤੁਹਾਡੇ ਭਰਾਵਾਂ ਨੇ ਤੁਹਾਡੇ ਵੱਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੁਹਾਡੀ ਸਿੱਖੀ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਜੀ। ਸੰਗ ਆਪਕੇ ਕੇਸਨ ਧਾਰੀ। ਕਹਿੰਦੇ ਤੁਹਾਡੇ ਨਾਲ ਆ ਸਾਰੇ ਕੇਸਾਂ ਧਾਰੀ ਲੰਮੇ ਕੇਸਾਂ ਵਾਲੇ ਨੇ ਜੀ। ਕਿਆ ਇਨਕੀ ਦੇਹੋ ਜਾਤ ਉਚਾਰੀ। ਦੱਸੋ ਮਹਾਰਾਜ ਇਹਨਾਂ ਦੀ ਕਿਹੜੀ ਜਾਤ ਆ ਜੀ। ਬੂਝਤ ਹੈ ਲਖ ਬੇਸ ਨਵੀਨਾ। ਕਹਿੰਦੇ ਦੱਸ ਪੁੱਛਣਾ ਚਾਹੁੰਦੇ ਆ ਜਿਹੜਾ ਇਹਨਾਂ ਦਾ ਮਾਰੇ ਕੋਈ ਵੱਖਰੇ ਵੇਸ ਆ ਜੀ। ਹਿੰਦੂ ਤੁਰਕ ਇਮ ਕਿਨਹੂ ਨ ਕੀਨਾ। ਆਉਂ ਕਰਕੇ ਮਾਰਾ ਨਾ ਕਿਸੇ ਹਿੰਦੂ ਨੇ ਨਾ ਕਿਸੇ ਤੁਰਕ ਨੇ ਇਹੋ ਜਿਹੇ ਕਦੇ ਵਸਤਰ ਸ਼ਾਸਤਰ ਨਹੀਂ ਪਾਏ। ਇਹੋ ਜਿਹਾ ਬਾਣਾ ਨਹੀਂ ਦੇਖਿਆ ਜੀ। ਐ ਲੰਮੇ ਕੇਸ ਤੇ ਮਸ਼ਹਿਰੇ ਤੇ ਦਾੜਾ ਜੀ। ਸੋਨ ਕਰ ਗੁਰਫੁਰ ਮਾਵਨ ਕੀਆ। ਤੇ ਇੱਕ ਨੇ ਜਵੇਂ ਬੁੜੀਆਂ ਵਰਗਾ ਮੂੰਹ ਕੀਤਾ ਹੋਇਆ ਤੇ ਦੂਜੇ ਨੇ ਸਾਧ ਸੰਗ ਮੁੱਛਾਂ ਮੁੰਨੀਆਂ ਹੋਈਆਂ। ਇਹ ਇਹੋ ਜਿਹੇ ਸਾਧ ਸੰਗ ਕਰੂਪ ਹੋਏ ਨੇ ਤੇ ਖਾਲਸੇ ਦੇ ਮਰਦਾਂ ਵਾਲਾ ਸਰੂਪ ਆ ਸਾਧ ਸੰਗਤ ਜੀ। ਕਿਉਂ ਕਾਹਤੋਂ ਮਰਦਾਂ ਵਾਲਾ। ਸਾਡਾ ਬਾਪੂ ਕੌਣ ਮਰਦ ਅਗੰਬੜਾ ਜੀ। ਤਾਂ ਕਰਕੇ ਫੇਰ ਪੜੋ ਗੱਜ ਕੇ ਜੀ। ਸੋਨ ਕਰ ਗੁਰਫੁਰ ਮਾਵਨ ਕੀਆ। ਸੁਣ ਕੇ ਕਲਗੀਧਰ ਪਾਤਸ਼ਾਹ ਮੁਖੋਂ ਵਜਨ ਕੀਤਾ ਜੀ। ਭਇਓ ਖਾਲਸਾ ਜਗ ਮਹਤੀਆ। ਕਹਿੰਦੇ ਅਸੀਂ ਖਾਲਸਾ ਜਗ ਵਿੱਚ ਤੀਜਾ ਪੰਥ ਕਹਿੰਦੇ ਪ੍ਰਗਟ ਕਰ ਦਿੱਤਾ ਜੀ। ਹਿੰਦੂ ਤੁਰਕ ਦੋਹਨ ਤੇ ਨਿਆਰੋ। ਕਹਿੰਦੇ ਇਹ ਹਿੰਦੂ ਤੇ ਤੁਰਕਾਂ ਦੋਨਾਂ ਤੋਂ ਉੱਪਰ ਚੰਗਾ ਜੀ। ਸ੍ਰੀ ਅਕਾਲ ਕੇ ਦਾਸ ਵਿਚਾਰੋ। ਕਹਿੰਦੇ ਇਹਨਾਂ ਦੀ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਨਾਲ ਸਿੱਧੀ ਲਿਵ ਲੱਗੀ। ਅਕਾਲ ਪੁਰਖ ਤੋਂ ਵਰਸਾਏ ਹੋਏ ਨੇ ਜੀ। ਬੀਜ ਮਾਤਰਾ ਬਰੂਪ ਦਿਖਾਵਾ। ਹੱਥ ਤੁਰਕਨ ਠਾਨਹਿ ਸ਼ਿਤ ਦਾਵਾ। ਕਹਿੰਦੇ ਇਹ ਇਹੋ ਜਿਹੀਆਂ ਫੌਜਾਂ ਨੇ ਇਹਨਾਂ ਨੇ ਕਹਿੰਦੇ ਇਸ ਜਿਹੜੇ ਹੈਗੇ ਮੁਗਲ ਜਿਹੜੇ ਰਾਜ ਕਰਦੇ ਨੇ ਸਾਰੀ ਧਰਤੀ ਤੇ ਇਸ ਫੌਜ ਨੇ ਇਹਨਾਂ ਸਾਰੇ ਮੁਗਲਾਂ ਨੂੰ ਇਹਨਾਂ ਨੂੰ ਮਾਰ ਮੁਕਾਉਣਾ ਤੇ ਇਹ ਖਾਲਸੇ ਨੇ ਰਾਜ ਕਰਨ ਆਉਣ ਵਾਲੇ ਸਾਰੇ ਸ੍ਰਿਸ਼ਟੀ ਤੇ ਜੀ। ਸਭ ਪਰ ਬਲੀ ਵੀਰ ਬਰ ਬੰਕਾ। ਇਹ ਕੌਣ ਨੇ ਸਾਰੀ ਧਰਤੀ ਤੇ ਸਾਰਨੋਂ ਇਹ ਵੀਰ ਬਲੀ ਯੋਧੇ ਨੇ। ਆਹ ਦੇਖੋ ਹੁਣ ਚੀਨ ਵਾਲਿਆਂ ਨੂੰ ਕਿਵੇਂ ਮਾਰਿਆ। ਤੁਹਾਡੇ ਸਿੱਖਾਂ ਨੇ ਮਾਰਿਆ। ਤੁਸੀਂ ਯੋਧੇ ਹੋ। ਤੁਸੀਂ ਸੂਰਮਿਆਂ ਦੀ ਕੌਮ ਹੋ। ਤੁਸੀਂ ਸਾਧ ਸੰਗਤ ਜੀ ਚੜ੍ਹਦੀ ਕਲਾ ਵਿੱਚ ਸਾਨੂੰ ਰਹਿਣਾ ਚਾਹੀਦਾ। ਬਾਣੀ ਬਾਣੇ ਨਾਲ ਜੁੜੇ ਰਹਿਣਾ ਚਾਹੀਦਾ। ਕਿਤੇ ਵੀ 10ਵੇਂ ਪਾਤਸ਼ਾਹ ਦੀ ਬਾਣੀ ਅਤੇ ਆਦਿ ਕਿਤੇ ਸ਼ੰਕਾ ਨਹੀਂ ਕਰਨਾ। ਕਹਿਣ ਵਾਲੇ ਬਹੁਤ ਕੁਝ ਕਹਿਣਗੇ ਤੇ ਕਹਿਣ ਵਾਲੇ ਕਹਿ ਕੇ ਤੇ ਚਲੇ ਵੀ ਜਾਣਗੇ। ਗੁਰੂ ਸਾਹਿਬ ਦੀ ਬਾਣੀ ਬਾਣਾ ਐ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਜੀ। ਸਭ ਪਰ ਬਲੀ ਵੀਰ ਬਰ ਬੰਕਾ। ਕੋਈ ਸੀਗਾ ਸਮਾਂ ਬਣਿਆ ਸੀ ਤੇ ਦਾ ਸਿੱਖਸ ਕਰਕੇ ਸਾਧ ਸੰਗੇ ਕਿਤਾਬ ਛਾਪੀ ਸੀਗੀ। ਕਿਤਾਬ ਛਪੀ ਤੇ ਜਦੋਂ ਕਿਤਾਬ ਛਪੀ ਤੇ ਉਹਦੇ ਵਿੱਚ ਫੋਟੋਆਂ ਲਾਈਆਂ ਸਿੱਖਾਂ ਦੀਆਂ ਫੋਟੋਆਂ ਲੱਗ ਗਈਆਂ ਤੇ ਉਹਦੇ ਵਿੱਚ ਲਿਖਿਆ ਜਿਹੜਾ ਸੀਗਾ ਖੁਸ਼ਵੰਤ ਸਿੰਘ ਤੇ ਖੁਸ਼ਵੰਤ ਸਿੰਘ ਨੇ ਲਿਖਿਆ ਵੀ ਆਹ ਜਿਹੜੇ ਸਿੱਖਾਂ ਦੀ ਤੁਹਾਨੂੰ ਫੋਟੋਆਂ ਦਿਖਦੀਆਂ ਇਹ ਜਿਹੜੇ 1900 ਸਦੀ ਖਤਮ ਹੋਣ ਤੋਂ ਪਹਿਲਾਂ ਇਹ ਸਿੱਖ ਮੁੱਕ ਜਾਣਗੇ ਧਰਤੀ ਤੋਂ। ਇਹਨਾਂ ਦੇ ਇਹ ਸਰੂਪ ਨਹੀਂ ਰਹਿਣਗੇ। ਤੇ ਬਾਬਾ ਈਸ਼ਰ ਸਿੰਘ ਜੀ ਫੜ ਕੇ ਕਿਤਾਬ ਨਾਲੇ ਪਾੜਦੇ ਆ। ਕਹਿੰਦੇ ਆਹ ਲਿਖਣ ਵਾਲਾ ਕਹਿੰਦੇ ਆਪ ਮਰ ਜਾਊਗਾ। ਸਿੱਖੀ ਨਹੀਂ ਮੁੱਕੇਗੀ ਸੰਸਾਰ ਤੋਂ ਕਿਤੇ ਵੀ। ਸਿੱਖੀ ਹਮੇਸ਼ਾ ਇਹ ਚੜ੍ਹਦੀ ਕਲਾ ਵਿੱਚ ਰਹੇਗੀ। ਹਰ ਰੋਜ਼ ਦੂਣ ਸਵਾਈ ਹੋਵੇਗੀ ਜੀ। ਸਭ ਪਰ ਬਲੀ ਵੀਰ ਬਰ ਬੰਕਾ। ਇਹ ਸਾਰਿਆਂ ਤੋਂ ਬਲੀ ਵੀਰ ਨੇ ਯੋਧੇ ਨੇ ਇਹ ਹਾਂਜੀ ਤੇ ਸੁੰਦਰ ਨੇ ਜੀ। ਆਯੁਧ ਧਾਰੀ ਰਿਪਹਿ ਅੰਤਕਾ। ਤੇ ਇਹ ਸਾਧ ਸੰਗਤ ਇਹ ਜਿਹੜੇ ਸ਼ਾਸਤਰ ਧਾਰੀ ਨੇ ਤੇ ਯੁੱਧ ਕਰਕੇ ਤੇ ਦੁਸ਼ਮਣਾਂ ਨੂੰ ਮਾਰਨਗੇ ਤੇ ਜਿੱਤਣਗੇ ਉਹਨਾਂ ਨੂੰ ਜੀ। ਸੁਣ ਕਰ ਸਰਬ ਲੋਕ ਬਿਸਮਾਏ। ਸਾਰੇ ਸੁਣ ਕੇ ਤੇ ਵਿਸਮਾਦ ਚ ਚਲੇ ਗਏ। ਹੈਰਾਨ ਹੋ ਗਏ ਨੇ ਮਹਾਰਾਜ ਦੇ ਬਚਨ ਜੀ। ਗੁਰ ਸਮਰੱਥ ਇਹ ਨਯੋ ਉਪਾਏ। ਕਹਿੰਦੇ ਇਹ ਗੁਰੂ ਸਾਹਿਬ ਸਮਰੱਥ ਨੇ ਹਾਂਜੀ। ਉਠੇ ਪ੍ਰਭੂ ਚੇਤਨ ਲੈ ਨਾਲ। ਤੇ ਗੁਰੂ ਸਾਹਿਬ ਚੇਤਨ ਨੂੰ ਨਾਲ ਲੈ ਕੇ ਪੰਡਤ ਨੂੰ ਜੀ ਦੇਖਣ ਲੱਗੇ ਠਵਰ ਵਿਸਾਲ। ਤੇ ਉੱਥੇ ਆਸੇ ਪਾਸੇ ਤੱਕਣ ਲੱਗੇ ਨੇ ਜੀ। ਤੀਰਥ ਪਾਰ ਥਾਨ ਦਿਖਲਾਵਾ। ਤੇ ਉਹਨੇ ਸਾਧ
ਸਾਧ ਸੰਗ ਆ ਕੇ ਅਗਲੇ ਸਥਾਨ ਦਿਖਾ ਰਿਹਾ ਹੈ, ਜਿੱਥੇ ਜਿੱਥੇ ਬ੍ਰਹਮਾ ਹੋਣੀ ਹੈ ਤੇ ਆਦਿਕੇ। ਹਾਂਜੀ, ਪਿੱਖੀ ਗੁਹਾ ਜਹ ਨਾਗ ਰਹਾਵਾ। ਤੇ ਉੱਥੇ ਵੀ ਲੈ ਗਿਆ ਬ੍ਰਹਮੇ ਵਾਲੀ ਜਗ੍ਹਾ ਤੇ, ਜਿੱਥੇ ਸ਼ੇਸ਼ ਨਾਗ ਰਹਿੰਦਾ ਸੀ ਉਹ ਗੁਫਾ ਵਿੱਚ ਵੀ ਲੈ ਕੇ ਗਿਆ ਜੀ। ਇਤਿਆਦਕ ਅਵਲੋਕਨ ਕਰੇ। ਇਉਂ ਕਰਕੇ ਤੇ ਬਹੁਤ ਕੁਝ ਦੇਖਣਾ ਕੀਤਾ ਲੋਕਾਂ ਨੇ ਜੀ। ਚੇਤਨ ਕਛੂ ਪ੍ਰਸੰਗ ਉਚਰੇ। ਤੇ ਉਸ ਸਮੇਂ ਕੁਛ ਉਸ ਸਮੇਂ ਪ੍ਰਸੰਗ ਸੁਣਾਇਆ। ਹਾਂਜੀ, ਸੰਖੇਪ ਚ ਜੀ। ਕਮਲਾਸਨ ਮਖ ਕੀਨਸ ਇਹਾਂ। ਇੱਕ ਦਿਨ ਸਮਾਂ ਬਣਿਆ ਤੇ ਬ੍ਰਹਮੇ ਨੇ ਸਾਧ ਸੰਗ ਉੱਥੇ ਜਗ ਕੀਤਾ ਜੀ। ਦਾਰੁਣ ਬੇਖ ਰੁਦਰ ਕੋ ਮਹਾ। ਤੇ ਰੁਦਰ ਸਾਧ ਸੰਗ ਕੀ ਹੋਇਆ ਤੇ ਸ਼ਿਵ ਜੀ ਸਾਧ ਸੰਗ ਬਹੁਤ ਭਿਆਨਕ ਜਿਹਾ ਰੂਪ ਬਣਾ ਕੇ, ਪਤਾ ਹੀ ਆਪ ਜੀ ਜਿਵੇਂ ਸਵਾਸ ਮੂੰਹ ਮਲੀ ਫਿਰਦਾ, ਗਲ ਤੇ ਸੱਪ ਤੇ ਖੋਪੜੀਆਂ ਗਲ ਦੇ ਵਿੱਚ ਮਾਲਾ, ਤੇ ਸਾਧ ਸੰਗ ਉਹ ਉਵੇਂ ਪਾ ਕੇ ਤੇ ਜਦੋਂ ਉੱਥੇ ਪਹੁੰਚਿਆ ਭਿਆਨਕ ਰੂਪ ਬਣਾ ਕੇ ਜੀ। ਲੇ ਕਪਾਲ ਕੋ ਜਾਚਨ ਆਵਾ। ਤੇ ਨਾਲ ਕਪਾਲ ਫੜਿਆ ਹੋਇਆ ਤੇ ਲੈ ਕੇ ਤੇ ਸਾਧ ਸੰਗਤ ਜਾਚਨ ਭਾਵ ਮੰਗਣ ਵਾਸਤੇ ਮੰਗਤਾ ਬਣ ਕੇ ਪਹੁੰਚਿਆ ਉਹਦੇ ਬ੍ਰਹਮੇ ਦੇ ਅੱਗੇ ਜੀ। ਬਿਨ ਜਾਣੇ ਤੇ ਝਿਰਕ ਹਟਾਵਾ। ਤੇ ਜਦੋਂ ਪਛਾਣਿਆ ਹੀ ਨਾ ਦੇਖ ਕੇ, ਇਹੋ ਜਿਹਾ ਹਾਲ ਦੇਖ ਕੇ ਤੇ ਝਿੜਕ ਕੇ ਬ੍ਰਹਮੇ ਨੇ ਜਦੋਂ ਪਿੱਛੇ ਹਟਾ ਦਿੱਤਾ ਜੀ। ਪ੍ਰਥਮ ਆ ਮੰਗਲ ਵੇਖ ਦਿਖਾਵੇ। ਤੇ ਕਹਿੰਦੇ ਆ ਪਹਿਲਾਂ ਜਿਹੜਾ ਇਹੋ ਜਿਹਾ ਭੇੜਾ ਉਹਦਾ ਜਿਹੜਾ ਬਣਾ ਕੇ ਆਇਆ ਰੂਪ ਜੀ, ਮਖ ਮੈਂ ਨਹਿ ਐਸੇ ਬਨ ਆਵੇ। ਕਹਿੰਦੇ ਹੁਣ ਨਹੀਂ ਕਿਤੇ ਇਹੋ ਜਿਹਾ ਬਣ ਕੇ ਆਵੇਂਗਾ ਤੂੰ ਜੀ। ਤਬ ਸ਼ਿਵ ਨੇ ਕੇ ਭਗਨ ਕਪਾਲਾ। ਤੇ ਇਹ ਦੇਖ ਕੇ ਸੁਣ ਕੇ ਇਹੋ ਜਿਹੇ ਵਚਨ ਤੇ ਉਹ ਜਿਹੜਾ ਉਹਦੇ ਕੋਲੇ ਸ਼ਿਵ ਜੀ ਕੋਲੇ ਜਿਹੜਾ ਫੜਿਆ ਸੀ, ਖਪਰਾ ਫੜਿਆ ਸੀ, ਥੱਲੇ ਸੱਟ ਕੇ ਤੇ ਭੰਨ ਦਿੱਤਾ ਜੀ। ਭੇ ਮਖ ਥਲ ਮੈਂ ਜਹ ਜਹ ਕਾਲਾ। ਤੇ ਉਥੋਂ ਸਾਧ ਸੰਗਤ ਜਿਹੜਾ ਕਪਾਲੀਆ ਪੰਥ ਜਿਹੜਾ ਫਿਰ ਉਥੋਂ ਚੱਲਿਆ ਅੱਗੇ। ਹਾਂਜੀ, ਪਿਖ ਪ੍ਰਤਾਪ ਬ੍ਰਹਮਾ ਨੇ ਜਾਣਾ। ਤੇ ਜਦੋਂ ਇਹ ਪ੍ਰਤਾਪ ਦੇਖ ਕੇ ਤੇ ਬ੍ਰਹਮੇ ਨੇ ਜਾਣਿਆ ਜੀ। ਕਰੀ ਸਤੁਤ ਆਛੀ ਵਿਦਮਾਨਾ। ਇਤਿਆਦਕ ਹੈ ਬੜੋ ਪ੍ਰਸੰਗ। ਇਤਿਆਦਕ ਜੋ ਦੱਸਦੇ ਕਵੀ ਸੰਤੋਖ ਸਿੰਘ ਜੀ ਵੀ ਇਹ ਜਿਹੜਾ ਪ੍ਰਸੰਗ ਆ ਕਾਫੀ ਲੰਬਾ ਜੀ। ਗ੍ਰੰਥ ਵਦਨ ਤੇ ਉਰ ਡਰ ਸੰਗ। ਤੇ ਕਹਿੰਦੇ ਕਵੀ ਜੀ ਕੀ ਕਹਿੰਦੇ ਆ, ਜੇ ਇਹ ਸਾਰਾ ਲਿਖਣ ਲੱਗ ਗਏ ਉਹਨਾਂ ਦੇ ਧਰਮ ਦਾ ਸਾਨੂੰ ਲਿਖਣ ਦੀ ਲੋੜ ਨਹੀਂ, ਨਾ ਪੜ੍ਹਨ ਦੀ ਬਹੁਤੀ ਲੋੜ ਆ। ਸੰਖੇਪ 'ਚ ਦੱਸਿਆ ਉੱਥੋਂ ਦਾ ਇਤਿਹਾਸ। ਕਹਿੰਦੇ ਜੇ ਬਹੁਤਾ ਲਿਖਣ ਲੱਗ ਗਏ ਤੇ ਗ੍ਰੰਥ ਬੜਾ ਅੱਗੇ ਵੱਧ ਜਾਵੇਗਾ। ਕਿਉਂ? ਜੇ ਹਰ ਰੋਜ਼ 1 ਘੰਟਾ ਕਥਾ ਹੋਵੇ ਇਸੇ ਗ੍ਰੰਥ ਦੀ ਤੇ 14 ਸਾਲ ਲੱਗ ਜਾਂਦੇ ਸਾਤਕ ਇਤਿਹਾਸ ਦੀ ਕਥਾ ਨੂੰ। 14 ਸਾਲ ਦੇ ਵਿੱਚ ਇੱਕ ਇਤਿਹਾਸ ਦੀ ਕਥਾ ਪੂਰੀ ਹੁੰਦੀ ਹੈ। ਤੇ ਸ਼ੰਕੇ ਕਰਨ ਵਾਲੇ ਮਿੰਟ 'ਚ ਕਹਿ ਦਿੰਦੇ ਪੜ੍ਹਿਆ ਹੈ ਨਹੀਂ ਗ੍ਰੰਥ। ਜਿਉਂ ਜਿਉਂ ਪੜ੍ਹਨਗੇ ਤੇ ਬਖਸ਼ਿਸ਼ ਦੇ ਪਾਤਰ ਵੀ ਬਣਨਗੇ ਜੀ। ਨਹਿ ਬਰਨੋ ਸਰੋਤਾ ਸਭ ਜਾਨੋ। ਕਹਿੰਦੇ ਭਾਈ ਇਸੇ ਕਰਕੇ ਸਰੋਤਿਓ ਤੁਸੀਂ ਜਾਣਦੇ ਹੀ ਹੋ, ਤੁਸੀਂ ਸ੍ਰੇਸ਼ਟ ਬੁੱਧੀ ਵਾਲੇ ਹੋ, ਆਪ ਜੀ ਨੂੰ ਪਤਾ ਹੀ ਆ ਬਾਕੀ ਇਤਿਹਾਸ ਜੀ। ਕਥਾ ਗੁਰਨ ਕੀ ਸੁਨੋ ਸੋ ਜਾਨੋ। ਤੇ ਹੁਣ ਤੁਸੀਂ ਸਿਰਫ ਤੇ ਸਿਰ ਗੁਰੂ ਸਾਹਿਬ ਦੀ ਵਡਿਆਈ ਸੁਣੋ ਜੀ। ਰਹੀ ਕਿਤਕ ਸੋ ਚਿਤ ਦੇ ਬਰਨੋ। ਤੇ ਕਹਿੰਦੇ ਕੀ ਕਹਿੰਦੇ ਮਨ ਵਿੱਚ ਬਹੁਤ ਹੈਗੀਆਂ ਕਿ ਗੁਰੂ ਸਾਹਿਬ ਦੀ ਵਡਿਆਈ ਮੈਂ ਵੱਧ ਤੋਂ ਵੱਧ ਵਰਣਨ ਕਰਾਂ, ਬਿਆਨ ਕਰਾਂ, ਲਿਖਾਂ ਜੀ। ਬਾਂਛਤ ਪ੍ਰਾਪਤ ਪੂਰਨ ਕਰਨੋ। ਤੇ ਬਸ ਇਹ ਮੈਂ ਚਾਹੁੰਦਾ ਮਨ ਦੀ ਇੱਛਾ ਕਿ ਜਿਹੜੀ ਮਹਾਰਾਜ ਦੇ ਇਤਿਹਾਸ ਦੀ ਵਡਿਆਈ ਲਿਖ ਰਿਹਾ ਕਿ ਮੇਰੇ ਤੇ ਆਪ ਜੀ ਅਸੀਸ ਦੇਵੋ, ਬਖਸ਼ਿਸ਼ ਮੇਰੇ ਤੇ ਕਰੋ ਕਿ ਮਹਾਰਾਜ ਦੀ ਮੈਂ ਸਾਰੀ ਵਡਿਆਈ ਲਿਖ ਸਕਾਂ ਜੀ। ਕਵ ਸੰਤੋਖ ਸਿੰਘ ਮਨ ਪ੍ਰੀਤ। ਤੇ ਕਹਿੰਦੇ ਕਿਵੇਂ? ਕਹਿੰਦੇ ਮੈਂ ਮੰਗ ਰਿਹਾ ਕਵੀ ਸੰਤੋਖ ਸਿੰਘ ਜੀ ਕੀ ਬੇਨਤੀ ਕਰ ਰਹੇ ਸੰਗਤਾਂ ਨੂੰ। ਕਹਿੰਦੇ ਮੈਂ ਅਰਦਾਸ ਕਰ ਰਿਹਾ ਤੁਹਾਡੇ ਚਰਨਾਂ 'ਚ ਗੁਰਮੁਖੋ ਖਾਲਸਾ ਪੰਥ ਜੀ ਕਿ ਮੇਰੇ ਤੇ ਕਿਰਪਾ ਕਰੋ ਕਿ ਮੈਂ ਆ ਗੁਰੂ ਸਾਹਿਬ ਦੇ ਪ੍ਰੀਤ ਪ੍ਰੇਮ ਵਿੱਚ ਭਿੱਜ ਕੇ ਤੇ ਮਹਾਰਾਜ ਦੀ ਵਡਿਆਈ ਲਿਖਾਂ ਜੀ। ਗੁਰ ਕੀ ਕਥਾ ਰਚੋ ਸ਼ੁਭ ਰੀਤ। ਤੇ ਚੰਗੀਆਂ ਰੀਤਾਂ ਦੇ ਨਾਲ ਚੰਗੇ ਸ਼ੁਭ ਮਤਲਬ ਇਹ ਕਾਵ ਲਿਖਾਂ ਜੀ। ਕਰਿਓ ਮਨੋਰਥ ਪੂਰਨ ਮੋਰਾ। ਤੇ ਸਾਰੇ ਮੇਰੇ ਮਨੋਰਥ ਪੂਰੇ ਹੋ ਜਾਣ, ਕਾਮਨਾ ਮੇਰੀਆਂ ਪੂਰੀਆਂ ਹੋਣ, ਸੋਈਏ ਦੋਹਰੇ ਸਾਰੇ ਲਿਖਾਂ ਛੰਦ ਜੀ। ਗੁਰੂ ਨਿਹੋਰ ਸਾਂਝ ਅਰ ਭੋਰਾ। ਬਸ ਮੈਂ ਇਹ ਕਿਵੇਂ ਲਿਖਾਂ? ਕਹਿੰਦੇ ਗੁਰੂ ਨਿਹੋਰ, ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਕਹਿੰਦੇ ਕਦੋਂ ਕਰਾਂ? ਸਾਂਝ ਅਰ ਭੋਰ ਭਾਵ ਸਵੇਰੇ ਤੇ ਸ਼ਾਮ ਦਿਨ ਰਾਤ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਮੈਂ ਇਤਿਹਾਸ ਲਿਖਾਂ ਤੇ ਮਹਾਰਾਜ ਸਾਡੇ ਤੇ ਵੀ ਬਖਸ਼ਿਸ਼ ਕਰਨ। ਇਸ ਇਤਿਹਾਸ ਨੂੰ ਸੁਣਦਿਆਂ ਸਾਨੂੰ ਵੀ ਮਹਾਰਾਜ ਦਰਸ਼ਨ ਹੋ। ਜਿਨ੍ਹਾਂ ਬੰਦਗੀ ਵਾਲੇ ਮਹਾਂਪੁਰਸ਼ਾਂ ਦੇ ਆਪ ਜੀ ਨੇ ਬੇਅੰਤ ਬਚਨ ਸੁਣੇ ਉਹਨਾਂ ਮਹਾਂਪੁਰਸ਼ਾਂ ਦੀ ਬਰਸੀ ਵੀ ਆ ਰਹੀ ਹੈ ਐਤਵਾਰ ਨੂੰ। ਮਹਾਰਾਜ ਤਰਸ ਕਰਨ ਉਹ ਇਹੋ ਜਿਹੇ ਸਾਧੂਆਂ ਕਰਕੇ ਸਾਨੂੰ ਬਖਸ਼ ਦੇਣ। ਕਿਉਂ? ਇਹਨਾਂ ਦੇ ਜਿਹੜੇ ਬੰਦਗੀ ਵਾਲੇ ਜਦੋਂ ਇਹਨਾਂ ਦਾ ਸਾਧ ਸੰਗਤ ਪੱਲਾ ਫੜਦੇ ਆ ਤੇ ਇਹ ਤਾਰ ਦਿੰਦੇ ਨੇ ਸਾਧ ਸੰਗਤ। ਮਨਮੁਖਾਂ ਦੇ ਨਾਲ ਜੁੜਿਆ ਸਾਧ ਸੰਗਤ ਡੁੱਬ ਜਾਂਦਾ। ਦਾਸ ਇੱਥੇ ਵਿਚਾਰ ਨੂੰ ਸੰਕੋਚ ਦਾ ਇੱਕ ਸਮਾਂ ਉੱਪਰ ਵੀ ਚਲੇ ਗਿਆ 8-10 ਮਿੰਟ ਤੇ ਵਿਚਾਰ ਕਰਦਿਆਂ ਦਾਸ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ। ਦਾਸ ਉਹ ਸਾਰੀਆਂ ਭੁੱਲਾਂ ਗਲਤੀਆਂ ਦੀ ਮਾਫੀ ਮੰਗਦਾ। ਕਿਉਂ? ਇੰਨੇ ਪਿਆਰੇ ਸਾਧੂ ਨੇ ਤੇ ਇਹਨਾਂ ਨਾਲ ਆਪਣੀ ਡੂੰਘੀ ਸਾਂਝ ਵੀ ਹੈ। ਕਿਉਂ ਕਿ ਉਧਰੋਂ ਬਾਬਾ ਨਾਨਕ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਦੀਆਂ ਬਰਕਤਾਂ ਆਪਾਂ ਸਾਰੇ ਛਕ ਰਹੇ ਹਾਂ ਮਹਾਂਪੁਰਸ਼ਾਂ ਦੀਆਂ, ਤੇ ਉਹਨਾਂ ਦੇ ਗੁਰ ਭਾਈ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼। ਤੇ ਇਹ ਕੌਣ ਨੇ? ਦੋਨੇ ਗੁਰ ਭਾਈ ਨੇ। ਬਾਬਾ ਵਧਾਵਾ ਸਿੰਘ ਕੋਲ ਵਿਦਿਆ ਲਈ ਤੇ ਉਹਦੇ ਕਰਕੇ ਉਧਰੋਂ ਨਾਨਕਸਰ
ਤੇ ਟਕਸਾਲ ਦੀ ਆਪਸ ਵਿੱਚ ਬੜੀ ਪੁਰਾਣੀ ਸਾਂਝ ਹੈ। ਦੋਨਾਂ ਮਹਾਂਪੁਰਸ਼ਾਂ ਵਿੱਚ ਆਪਸ ਵਿੱਚ ਬੇਅੰਤ ਪ੍ਰੇਮ ਰਿਹਾ ਇਹਨਾਂ ਵਿੱਚ। ਪਰ ਕਈ ਮੂਰਖ ਮੱਤ ਵਾਲੇ ਕਈ ਤਰ੍ਹਾਂ ਦੀਆਂ ਗੱਲਾਂ ਵਿੱਚ ਪਾ ਦਿੰਦੇ ਨੇ ਕਿ ਸਿੱਖਾਂ ਵਿੱਚ ਪਾੜ ਪਿਆ ਰਵੇ, ਸਿੱਖਾਂ ਨੇ ਗੁਰਮੁਖਾਂ ਨੇ ਇੱਕ ਦੂਜੇ ਦਾ ਪਿਆਰ ਕਰਨਾ। ਜੇ ਕੋਈ ਬਾਣੀ ਤੇ ਸ਼ੰਕਾ ਕਰਨੀ ਆ ਉਹ ਕਰਦਾ, ਉਹਦੀ ਕੋਈ ਗੱਲ ਮਨ ਤੇ ਜਾਂ ਕੰਨ ਤੇ ਨਹੀਂ ਧਰਨੀ। ਆਹੀ ਇੱਥੇ ਆਪਣੇ ਵਿੱਚ ਹੀ ਬੈਠਾ ਗੁਰਮੁਖ ਪਿਆਰਾ ਆਪ ਜਿਹੜੀ ਦੱਸ ਪਹਿਲਾਂ ਆਪ ਜੀ ਸਿਮਰਨ ਸਿੰਘ ਭੁੱਲਰ ਦੀ ਗੱਲ ਸੁਣਾ ਰਿਹਾ ਸੀ। ਪਰਿਵਾਰ ਤੇ ਕੋਈ ਸਮਾਂ ਆਇਆ, ਪਰਿਵਾਰ ਬੜਾ ਪ੍ਰੇਮ ਵਾਲਾ ਤੇ ਟਰਾਂਸਪੋਰਟ ਦਾ ਇਹਨਾਂ ਦਾ ਪਿੱਛੇ ਵੀ ਕੰਮ ਹੈ ਇਹਨਾਂ ਦਾ, ਤੇ ਉਧਰੋਂ ਕੋਈ ਚੜ ਕੇ ਆ ਗਏ ਤੇ ਪਰਿਵਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਵੇਂ ਉਹਨੇ ਬਚਨ ਸੁਣਾਇਆ, ਦਾਸ ਮਹਾਰਾਜ ਹਾਜ਼ਰੀ 'ਚ ਸੁਣਾ ਰਹੇ ਹੋਵੇ। ਕਹਿੰਦੇ ਜਦੋਂ ਮਹਾਰਾਜ ਦੀ ਵਡਿਆਈ ਸੁਣਦੇ ਸਨ, ਬਾਰ-ਬਾਰ ਬ੍ਰਹਮ ਕਵਚ ਬਾਣੀ ਦਾ ਅਭਿਆਸ ਦੀ ਬੰਦਗੀ ਦਾ ਸੁਣਦੇ ਸਨ। ਕਹਿੰਦੇ ਸਾਡੇ ਭਰਾ ਨੇ ਕਹਿੰਦੇ ਜਾਪ ਸ਼ੁਰੂ ਕਰ ਦਿੱਤਾ ਕਿ ਉਹ ਜਿਹੜੇ ਉਹਨਾਂ ਉੱਪਰ ਜਿਹੜੇ ਪਰਿਵਾਰ ਕੋਈ ਵਾਅਦਾ ਕਰਦਾ ਸੀ ਨਾ ਬਾਰ-ਬਾਰ, ਜਿਹੜੇ ਲੋਕ ਕਹਿੰਦੇ ਜਾਪ ਸ਼ੁਰੂ ਕਰ ਦਿੱਤੇ। ਕਹਿੰਦੇ ਆਪ ਸਿੰਘ ਨੇ ਮੂੰਹੋਂ ਦੱਸਿਆ ਬੋਲ ਕੇ ਸੰਗਤ ਵਿੱਚ ਹੀ ਬੈਠਾ। ਕਹਿੰਦੇ ਮਹਾਰਾਜ ਨੇ ਬ੍ਰਹਮ ਕਵਚ ਬਾਣੀ ਦੇ ਸਦਕਾ ਇਹੋ ਜਿਹੀ ਕਲਾ ਵਰਤਾਈ, ਕਹਿੰਦੇ ਜਿਹੜੇ ਚੜ ਕੇ ਡਾਂਗਾ ਸੋਟੇ ਲੈ ਕੇ ਆਏ ਸਨ ਸਾਡੇ ਪਰਿਵਾਰ ਨੇ ਉਸੇ ਡਾਂਗਾ ਸੋਟਿਆਂ ਨੂੰ ਉਹਨਾਂ ਨੂੰ ਤੋੜ ਕੇ ਫਿਰ ਮੋੜਿਆ ਪਿੱਛੇ। ਕਲਾ ਵੱਡੀ ਹੈ ਇਸ ਬ੍ਰਹਮ ਕਵਚ ਬਾਣੀ ਦੀ, ਕਿਤੇ ਵੀ ਸ਼ੰਕਾ ਤੇ ਦੁਵਿਧਾ ਵਿੱਚ ਨਹੀਂ ਪੈਣਾ, ਕਿਉਂ ਜੇ ਸ਼ੰਕਾ ਦੁਵਿਧਾ ਕਰਾਂਗੇ ਤੇ ਸਾਧ ਸੰਗ ਰਹਿਣਾ ਕੁਛ ਨਹੀਂ। ਮਹਾਰਾਜ ਬਾਣੀ ਤੇ ਭਰੋਸਾ ਰੱਖੋ, ਗੁਰੂ ਬੇਅੰਤ ਬਰਕਤਾਂ ਦੇ ਆਪਾਂ ਨੂੰ ਪਾਤਰ ਬਣਾ ਦੇਵੇਗਾ। ਵਿਚਾਰ ਕਰਦੇ ਹਾਂ ਦਾਸ ਤੋਂ ਇੱਕ ਨੇ ਬੇਅੰਤ ਭੁੱਲਾਂ ਗਲਤੀਆਂ ਦਾਸ ਫੇਰ ਸਾਰੀ ਸੰਗਤ ਦੇ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਮੰਗਦਾ। ਜਿਹੜੇ ਕਬੋਲ ਤੇ ਅਰਥਾਂ ਦੇ ਅਨਰਥ ਹੋਏ ਨੇ, ਜਿਹੜੇ ਚੰਗੀਆਂ ਗੁਰੂ ਸਾਹਿਬ ਨੇ ਜਾਣਦੇ ਹੋਏ ਆਪਦੇ ਜੀਵਨ ਵਿੱਚ ਜ਼ਰੂਰ ਲਿਆਇਓ। ਵੱਧ ਚੜ ਕੇ ਗੁਰੂ ਸਾਹਿਬ ਦੇ ਘਰ ਵਿੱਚ ਹਾਜ਼ਰੀਆਂ ਭਰੋ ਜੀ, ਤੇ ਜਿਹਨੇ ਨਹੀਂ ਦਾਤ ਲਈ ਦਾਤ ਲਵੋ। ਜਿਹੜੇ ਸਾਧ ਸੰਗਤ ਹਲੇ ਤੱਕ ਨਹੀਂ ਕੇਸਾਧਾਰੀ ਹੋਏ ਪਤਤ ਨੇ, ਸਾਧ ਸੰਗਤ ਆਪ ਜੀ ਮਹਾਰਾਜ ਦੀ ਬਖਸ਼ਿਸ਼ ਸਦਕਾ ਇਹ ਸਰੂਪ ਨੂੰ ਧਾਰੋ। ਆਹ ਦੇਖੋ ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਸੁੰਦਰ ਸਰੂਪ ਹੀ ਖਾਲਸੇ ਦਾ। ਇੱਥੇ ਵਿਚਾਰ ਸੰਕੋਚ ਗਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਾਨੇ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣੇ ਆਈਆ। ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ